ਦੇਖੋ ਜੀ, ਰੋਜ਼-ਰੋਜ਼ ਫਰਕ ਪੈਣ ਲੱਗ ਪਿਆ ਤੇ ਅਸੀਂ ਤੁਹਾਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਜਿਵੇਂ-ਜਿਵੇਂ ਇਲੈਕਸ਼ਨਾਂ ਨੇੜੇ ਆਈ ਗਈਆਂ ਤਿਵੇਂ-ਤਿਵੇਂ ਪਲਾਂ-ਪਲਾਂ ਤੇ ਆ ਜਾਣਾ ਕੰਮ, ਇੱਕ-ਇੱਕ ਪਲ 'ਚ ਕਈ ਕੁਛ ਬਦਲਣਾ। ਹੁਣ ਵੀ ਤੁਸੀਂ ਨਿੱਤ ਦੇਖ ਲਓ ਵੀ ਅੱਜ ਕੁਛ ਹੁੰਦਾ ਹੈ, ਅਗਲੇ ਦਿਨ ਕੁਛ ਹੋਰ ਮਾਹੌਲ ਬਣ ਜਾਂਦਾ, ਨੈਕਸਟ ਡੇ ਕੁਛ ਹੋਰ ਮਾਹੌਲ ਬਣ ਜਾਂਦਾ। ਐਂਡ ਆਹ ਜਿਹੜਾ ਹਫ਼ਤਾ ਹੈ ਇਹ ਮੁੱਕਣ ਤੱਕ ਤੇ ਇਸ ਤੋਂ ਅਗਲਾ ਹਫ਼ਤਾ ਚੜ੍ਹਨ ਤੱਕ ਕਈ ਕੁਛ ਹੋਰ ਬਦਲਣ ਦੀ ਆਸ ਹੈ। ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਪ੍ਰੋਗਰਾਮ 'ਚ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਪ੍ਰਾਈਮ ਫੋਕਸ, ਪ੍ਰਾਈਮ ਏਸ਼ੀਆ TV ਤੇ ਮੈਂ ਗੁਰਪ੍ਰੀਤ ਸੰਧਾਵਾਲੀਆ, ਨਾਲ ਮੇਰੇ ਵੀਰ ਪਰਮੀਰ ਬਾਟਰੀ। ਹੋਰ ਬਾਟ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਅੱਜ ਨਾ ਹੀ ਪੁੱਛਣਾ ਵੀ ਰੋਜ਼ ਜਦੋਂ ਮੈਂ ਕਹਿਣਾ ਵੀ ਕਿੱਦਾਂ ਸਿਹਤਾਂ ਦੇ ਜਵਾਬ ਹੀ ਨਹੀਂ ਦੇਣਾ, ਹੋਰ ਪਾਸੇ ਗੱਲ ਲੈਣੇ, ਮੈਂ ਕਿਹਾ ਵੀ ਅਸੀਂ ਫਿਰ ਆਹੋ। ਨਹੀਂ, ਮੈਂ ਤਾਂ ਦੇਖੋ ਜਿੱਦਾਂ ਦੀਆਂ ਹੁੰਦੀਆਂ ਉੱਦਾਂ ਹੀ ਦੱਸਦਾ, ਕਿਉਂਕਿ ਸਾਡੇ ਕੋਲ ਤਾਂ ਗੱਲ ਉਹੀ ਹੁੰਦੀ ਨਾ ਆਮ ਲੋਕਾਂ ਕੋਲ ਜਿਹੜੀ ਹੈਗੀ ਆ। ਨਹੀਂ, ਸਿਹਤ ਤੇ ਆਪਣੀ ਦੱਸੀ ਆਖਦੇ ਕਿ ਨਹੀਂ ਬੰਦੇ ਦੀ? ਸਿਹਤ ਠੀਕ ਆ, ਚੜ੍ਹਦੀ ਕਲਾ ਆ, ਸਾਰਾ ਕੁਝ ਓਕੇ ਰਿਪੋਰਟਾਂ ਆ। ਬਸ ਇਹ ਠੀਕ ਹੈ। ਰਿਪੋਰਟ ਤੇ ਜੇ ਆਪਾਂ ਲੈਣੀ ਆ ਲੈਣੀ ਆ। ਉਹਨਾਂ ਨੇ ਖੂਨ ਕੱਢਣਾ ਹੈ ਬਾਟ ਸਾਹਿਬ ਦਾ, ਮੈਂ ਦੱਸ ਦਿਆਂ, ਡਾਕਟਰ ਨੇ ਟੈਸਟ ਲਿਖੇ ਨੇ, ਕਹਿੰਦੇ ਟੈਸਟ ਕਰਾ ਲਓ ਬਾਟ ਸਾਹਿਬ। ਕਹਿੰਦਾ ਕਿਉਂ ਜੀ, ਕੀ ਗੱਲ ਹੋਈ? ਕਹਿੰਦੇ ਨਹੀਂ 6 ਮਹੀਨੇ ਹੁੰਦੇ ਆ। ਅੱਛਾ, ਗੱਲ ਇਹ ਆ ਕਿ ਆਪਾਂ ਗੱਲ ਕਰਦੇ ਸੀ ਵੀ ਪਲ ਪਲ ਸਾਰਾ ਕੁਝ ਬਦਲ ਰਿਹਾ। ਹੁਣ ਜਿਸ ਹਿਸਾਬ ਨਾਲ ਇਹ ਤਬਦੀਲੀਆਂ ਆ ਰਹੀਆਂ ਨੇ ਉਸ ਹਿਸਾਬ ਨਾਲ ਤੇ ਐਂ ਜਾਪਦਾ ਵੀ ਜਿੱਦਾਂ ਜੇ ਕੱਲ੍ਹ ਪਰਸੋਂ ਆਪਾਂ ਗੱਲ ਕਰਦੇ ਨਾ ਵੀ ਲੀਡਰ ਵੀ ਉਹਨਾਂ ਨੇ ਵੀ ਨਹੀਂ ਅਜੇ ਉੱਠੇ ਨਹੀਂ ਗੇ। ਹੁਣ ਤੇ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਵੀ ਆਖਣ ਵੀ ਅੱਧੀ ਰਾਤ ਨੂੰ ਆਖਣ ਭੈਣ ਜੀ ਨੇ ਉੱਠ ਕੇ ਵੀ ਸੌਂ ਜਾਓ ਹੁਣ। ਅਜੇ ਨਾ ਮੈਨੂੰ ਇਹ ਵੀ ਲੱਗਦਾ ਵੀ ਹੁਣੇ ਕਿਸੇ ਨੇ ਕੁਛ ਨਾ ਕੁਛ ਬਿਆਨ ਦੇ ਦੇਣਾ ਹੀ ਹੋ, ਮੈਂ ਸੌਂ ਜਾਊਂ ਆਪੇ ਤੁਸੀਂ ਸੌਂ ਜਾਓ। ਮਤਲਬ ਪਹਿਲਾਂ ਐਸੇ ਵੀ ਘਰੋਂ ਨਹੀਂ ਉੱਠ ਨਿਕਲਣ ਨੂੰ ਜੀ ਕਰਦਾ, ਹੁਣ ਲੱਗਦਾ ਵੀ ਸੌਣ ਨੂੰ ਜੀ ਨਹੀਂ ਕਰਨਾ। ਨਹੀਂ, ਇਹ ਹਾਲਾਤ ਇੱਦਾਂ ਦੇ ਹੋ ਗਏ ਆ ਕਿ ਉਹਨਾਂ ਨੇ ਹੁਣ ਇੱਕ ਬੰਦਾ ਹੋਰ ਰੱਖ ਲੈਣਾ ਕਿ ਤੂੰ ਮੇਰੇ ਲਾਗੇ ਰਹਿਣਾ ਹੀ। ਜੇ ਕੋਈ ਨਵੀਂ ਖਬਰ ਆਈ ਜਿਹੜੀ ਮੇਰੀ ਕੰਮ ਦੀ ਹੋਈ, ਜਿਹਦੇ ਉੱਤੇ ਮੈਂ ਪ੍ਰਤੀਕਿਰਿਆ ਦੇ ਸਕਦਾ ਹੋਇਆ ਜਾਂ ਮੇਰੇ ਖਿਲਾਫ ਹੋਈ, ਮੈਨੂੰ ਤੂੰ ਉਸੇ ਵੇਲੇ ਠਾਲ ਦੇਣਾ। ਇਹ ਨਹੀਂ ਦੇਖਣਾ ਕਿ ਮੈਂ ਕੱਚੀ ਨੀਂਦ ਦੇ ਸੁੱਤਾ ਕਿ ਪੱਕੀ ਨੀਂਦ ਦੇ ਸੁੱਤਾ। ਲੀਡਰਾਂ ਦਾ ਕੰਮ ਹੁਣ ਤੁਸੀਂ ਦੇਖੋ ਨਾ ਉਹਨਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਉੱਤੇ, ਯਾਨੀ ਗਤੀਵਿਧੀ ਬੜੀ ਵਧੀ ਹੋਈ ਆ। ਸੰਧਾਲੀਆ ਸਾਹਿਬ, ਵੈਸੇ ਤੁਹਾਡੇ ਅਸੀਂ ਵਾਰੇ ਜਾਂਦੇ ਆ ਲੀਡਰਾਂ ਦੇ, ਨਹੀਂ ਜਾਣਾ ਪੈਣਾ ਤੁਹਾਡੇ ਅਸੀਂ ਸੋਸ਼ਲ ਮੀਡੀਆ ਤੇ ਖਾਸ ਤੌਰ ਦੇ ਉੱਤੇ ਫੇਸਬੁੱਕ ਜਦੋਂ ਦੇਖਦੇ ਹਾਂ, 2017 ਦੇ ਅੱਧ 'ਚ ਜਦੋਂ ਸਰਕਾਰ ਬਣ ਗਈ ਸੀ, ਉਹਦੇ ਤੋਂ ਬਾਅਦ 2018 ਦੇ ਅੱਧ ਤੱਕ ਕੋਈ ਕੋਵਿਡ ਨਹੀਂ ਸੀ, 2019 ਦੇ ਅੱਧ ਤੱਕ ਕੋਵਿਡ ਨਹੀਂ ਸੀ। ਉਹਨਾਂ ਦਿਨਾਂ ਦੇ ਵਿੱਚ ਤੁਹਾਡੀ ਫੇਸਬੁੱਕ ਦੇ ਉੱਤੇ 10-15 ਦਿਨੀ ਕੋਈ ਇੱਕ ਅੱਧੀ ਪੋਸਟ, ਕੋਈ ਫੋਟੋ, ਕੋਈ ਦਿਨ ਤਿਉਹਾਰ ਆ ਗਿਆ ਉਹਦੇ ਤੇ। ਅੱਜ ਕੱਲ੍ਹ ਦਿਹਾੜੀ ਦੇ ਵਿੱਚ 15-15, 16-16, 18-18 ਗਤੀਵਿਧੀਆਂ ਹੁੰਦੀਆਂ। ਕਿਤੇ ਫੋਟੋ ਪਾਤੀ, ਕਿਤੇ ਵੀਡੀਓ ਪਾਤੀ। ਅੱਜ ਇਸ ਪਿੰਡ ਦੇ ਵਿੱਚ ਗਏ, ਬੜਾ ਪਿਆਰ ਮਿਲਿਆ, ਬਜ਼ੁਰਗਾਂ ਨੂੰ ਮਿਲੇ, ਐਂ ਲੱਗਾ ਸਿਰ ਤੇ ਛਾਂ ਹੋ ਗਈ। ਨਿਆਣਿਆਂ ਨੂੰ ਮਿਲੇ, ਮਨ ਬੱਚਾ ਹੋ ਗਿਆ। ਬੀਬੀਆਂ ਦਾ ਸਤਿਕਾਰ ਮਿਲਿਆ, ਪੁਰਾਣੀਆਂ ਬੀਬੀਆਂ ਚੇਤੇ ਆ ਗਈਆਂ। ਅੱਜ ਬੰਬੀ ਦੇ ਬਹਿ ਕੇ ਚਾਹ ਪੀਤੀ, ਉਹ ਸਮਾਂ ਚੇਤੇ ਆ ਗਿਆ ਜਦੋਂ ਬੰਬੀ ਦੇ ਕੋਲ ਦੀ ਵੱਡੀ ਗੱਡੀ 'ਚ ਲੰਘੀ ਦਾ ਸੀ। ਦੇਖੋ ਗੱਲ ਪਤਾ ਕੀ ਬਾਟ ਸਾਹਿਬ, ਬੰਦੇ ਉਹ ਸਹੀ ਹੈ ਯਾਰ। ਹੁਣ ਜਿਹੜੇ ਜਵਾਕ ਨੂੰ ਵੇਖ ਕੇ ਬਚਪਨ ਯਾਦ ਆਉਂਦਾ ਨਾ, 2017 ਤੇ ਜੰਮੇ ਨਹੀਂ ਉਹ। ਹੁਣ ਜੇ ਮੰਨ ਲਓ 3.5-4 ਸਾਲਾਂ ਦਾ ਜਵਾਕ ਆ ਤੇ ਅੱਜ ਉਹਨੂੰ ਕਿਤੇ ਮਿਲ ਕੇ ਤੇ ਚੁੱਕ ਕੇ ਤੇ ਖਿਡਾਉਣਾ ਗੋਦੀ ਦੇ ਵਿੱਚ ਵੀ ਹਾਂਜੀ ਆਪਣਾ ਹੀ ਕਾਕਾ। ਹੁਣ ਉਹ ਕਰੀਏ ਕਿ ਹੁਣ 17 ਤੋਂ ਬਾਅਦ ਜੰਮਿਆ ਅਗਲਾ, ਫਿਰ ਜਦੋਂ ਦੁਨੀਆ ਤੇ ਆਇਆ ਉਦੋਂ ਹੀ ਚਾਲ ਆੜ ਕਰਾਂਗੇ ਉਹਦੀ। ਰਹੀ ਗੱਲ ਬਾਪੂ ਦੀ, ਬਾਪੂ ਹੁਣ 4-5 ਸਾਲਾਂ 'ਚ ਹੋਰ ਨਿੱਘਰ ਗਿਆ ਸੁਖਨਾ। ਜਦੋਂ 17 'ਚ ਉਦੋਂ ਆਪੇ ਤੁਰ ਕੇ ਵੋਟ ਪਾਉਣ ਆਇਆ ਸੀ। ਐਤਕੀ ਮੈਨੂੰ ਸ਼ੱਕ ਆ ਵੀ ਸ਼ਾਇਦ ਘਰ ਦੇ ਲੈ ਕੇ ਹੁਣ ਸੁਮੋ ਕਰਕੇ ਨਾ ਹੋਇਆ ਤੇ ਵੀ ਆਪਣੀ ਗੱਡੀ ਲਾਈ ਹੋਣੀ ਉਹਦੇ ਬਕਾਇਦਾ ਬਾਪੂ ਦੀ ਵੋਟ ਜ਼ਰੂਰ ਪਾਉਣੀ, ਹੋਰ ਕੁਝ ਪਵੇ ਭਾਵੇਂ ਨਾ ਪਵੇ ਉਹਦੇ ਖਾਤੇ 'ਚ ਪੈਨਸ਼ਨ ਵਾਲਾ, ਪਰ ਵੋਟ ਪਵਾ ਲੈਣੀ। ਇਸ ਕਰਕੇ ਜਿਹੜੀ ਤਬਦੀਲੀ ਆ ਗਈ ਉਹਦੇ ਹਿਸਾਬ ਨਾਲ ਲੀਡਰ ਚੱਲਣ ਡਿਆ। ਨਹੀਂ ਦੇਖੋ ਸੰਧਾਲੀਆ ਸਾਹਿਬ, ਬਹੁਤ ਸਾਰੇ ਲੀਡਰਾਂ ਦੇ ਪਰਿਵਾਰ ਦੇ ਮੈਂਬਰ, ਖਾਸ ਤੌਰ 'ਤੇ ਬੀਬੀਆਂ, ਉਹਨਾਂ ਨੇ ਵੀ ਅੱਜ ਕੱਲ੍ਹ ਸਰਗਰਮੀ ਪੂਰੀ ਖਿੱਚੀ ਹੋਈ ਹਰ ਇੱਕ ਪਾਰਟੀ 'ਚ। ਉਹ ਫਿਰ ਉਹਨਾਂ ਦੀਆਂ ਵੀ ਪੋਸਟਾਂ ਪਾਉਂਦੇ ਆ ਕਿ ਅੱਜ ਵੀ ਸਰਦਾਰਨੀ ਇਸ ਪਿੰਡ ਸੀ, ਉਹਨਾਂ ਨੇ ਉੱਥੇ ਜਾ ਕੇ ਦੌਰਾ ਕੀਤਾ। ਅਕਾਲੀ, ਕਾਂਗਰਸੀ, ਆਪ ਵਾਲੇ ਸਾਰਿਆਂ ਦੇ। ਚਲੋ ਵੋਟਾਂ ਮੰਗਦੇ ਆ, ਠੀਕ ਹੈ। ਹੋ ਸਕਦਾ ਕਿ ਕਿਉਂਕਿ ਬੀਬੀਆਂ ਨੇ ਬੀਬੀਆਂ 'ਚ ਵੱਧ ਜਾਣਾ ਹੁੰਦਾ, ਹੋ ਸਕਦਾ ਬੀਬੀਆਂ ਬਾਅਦ 'ਚ ਗੱਲ ਕਰਦੀਆਂ ਹੁਣ। ਆਹ ਫੋਟੋ ਜਿਹੜੀ ਤੂੰ ਪੁੱਤ ਖਿੱਚੀ ਸੀ ਮੋਬਾਈਲ ਦੇ ਵਿੱਚ, ਇਹ ਦੇ ਦੀ, ਫਿਰ ਇੱਦਾਂ ਦਾ ਸੂਟ ਆਪਾਂ ਦੇਖਾਂਗੇ ਬਾਜ਼ਾਰ ਜਾ ਕੇ, ਚੰਗਾ ਲੱਗਦਾ ਸੀ, ਫੱਬਦਾ ਸੀ, ਸੋਹਣਾ ਲੱਗਦਾ ਸੀ। ਹੋ ਸਕਦਾ ਕਿ ਉਹ ਤਾਂ ਵੋਟਾਂ ਮੰਗ ਕੇ ਘਰੇ ਚਲਾ ਗਿਆ, ਹੁਣ ਉੱਧਰ 5000 ਕਿਸੇ ਦਾ ਖੁੱਲ੍ਹ ਗਿਆ ਹੋਵੇ। ਨਹੀਂ, 5 ਤੋਂ ਜ਼ਿਆਦਾ ਖੁੱਲ੍ਹਣਾ। ਪਰ ਇਹ ਤੁਸੀਂ ਬੜੀ ਦਰਦ ਵਾਲੀ ਗੱਲ ਕੀਤੀ ਏ। ਕਿਵੇਂ? ਇਹ ਚਲੋ ਆਪਾਂ ਕਾਹਨੂੰ ਕਿਸੇ ਦਾ ਨਾਂ ਲੈਣਾ, ਪਰ ਗੋਲ ਜੀ ਕਰ ਲੈਂਦੇ ਆ ਵੀ ਜਦੋਂ ਵੋਟਾਂ ਆਉਂਦੀਆਂ ਨਾ, ਆਮ ਤੌਰ 'ਤੇ ਦੇਖੋ ਉਹਦੇ ਸਾਰੇ ਘਰਾਂ 'ਚ ਬੀਬੀਆਂ ਦਾ ਸੁਭਾਅ ਹੀ ਆ ਵੀ ਇਹ ਸੂਟ ਫਲਾਣੇ ਥਾਂ ਪਾਇਆ ਸੀ, ਹੁਣ ਇੱਥੇ ਨਹੀਂ ਪਾਉਣਾ। ਹੁਣ ਇਲੈਕਸ਼ਨ ਤੇ 5 ਸਾਲ ਹੀ ਆਉਣੀ ਆ। ਇਹ ਤਾਂ ਹੁਣ ਮੈਂ ਉਸ ਰੈਲੀ ਤੇ ਪਾ ਕੇ ਚੱਲ ਗਈ ਹਾਂ ਤੇ ਹੁਣ ਮੈਂ ਇਹ ਥੋੜਾ ਪਾਉਣਾ, ਹੋਰ ਪਾਉਣਾ। ਇਹ ਤੇ ਹੁਣ ਆਹ 5 ਪਿੰਡਾਂ 'ਚ ਉਦੋਂ ਪ੍ਰਚਾਰ ਇਸੇ ਸੂਟ ਨੇ ਕੀਤਾ, ਹੁਣ ਮੈਂ ਅੱਜ ਫੇਰ ਇਹੋ ਪਾਈ ਫਿਰਾਂ। ਤੁਸੀਂ ਇਹ ਦੇਖੋ, ਕਈ ਜਣਾ ਕਹਿੰਦੇ ਵੀ ਯਾਰ ਲੀਡਰਾਂ ਦਾ ਕਾਹਦਾ ਖਰਚਾ, ਉਹਨਾਂ ਨੂੰ ਕੋਈ ਪੁੱਛ ਕੇ ਤੇ ਵੇਖੇ ਵੀ ਕਿੰਨਾ ਖਰਚਾ। ਨਹੀਂ, ਹੁਣ ਤਾਂ ਸੁੱਖ ਨਾਲ ਜਿਹੜੇ ਮੇਲ ਲੀਡਰ ਨੇ, ਮਰਦ ਜਿਨ੍ਹਾਂ ਨੂੰ ਕਹਿ ਦੀਦਾ, ਉਹਨਾਂ ਦਾ ਵੀ ਬੜਾ ਔਖਾ ਆ, ਕਿਉਂਕਿ ਅੱਜ ਉਹਨਾਂ ਨੇ ਕੁੜਤਾ ਪਜਾਮਾ ਪਾਉਣਾ ਹੈ, ਕੱਲ੍ਹ ਨੂੰ ਸਲਵਾਰ ਸੂਟ ਕਮੀਜ਼ ਜਿਹੜਾ ਉਹ ਪਾ ਲੈਣਾ ਹੀ,
ਹੁਣ ਤਾਂ ਇਹ ਵੀ ਆ ਕਿ ਉਹਨਾਂ ਨੇ ਲੋਈ ਕਿੱਦਾਂ ਦੀ ਲੈਣੀ, ਜਾਂ ਇੱਕ ਵਿਸ਼ੇਸ਼ ਰੰਗ ਬਰੰਗੇ ਹੁਣ ਸ਼ਾਲ ਜਿਹੜੇ ਆਏ ਆ ਕਿ ਉਹਨਾਂ ਦੇ ਨਾਲ ਜਾਣੀ ਕਿੱਦਾਂ ਚੱਲਣਾ, ਜੁੱਤੀ ਅੱਜ ਕਿਹੜੀ ਹੋਵੇ, ਜਾਣੀ ਔਖਾ ਹੋ ਗਿਆ ਸੰਧਾਲੀਆ ਸਾਹਿਬ। ਜਾਣੀ ਸੱਚੀ ਉੱਦਾਂ ਮੈਨੂੰ ਆਇਆ ਨਾ ਦਿਨਾਂ ਦੇ ਵਿੱਚ ਐਂ ਲੱਗਦਾ ਹੁੰਦਾ ਕਿ ਤੁਹਾਡਾ ਖਰਚ ਬਹੁਤ ਹੋ ਜਾਂਦਾ। ਵੈਸੇ ਇਲੈਕਸ਼ਨ ਕਮਿਸ਼ਨ ਨੇ ਜਿੰਨੀ ਕੁ ਲਿਮਟ ਦੱਸੀ ਉਨੀ ਕੁ ਤੁਹਾਡੇ ਕੱਪੜਿਆਂ ਦੇ ਨਿਕਲ ਜਾਂਦੀ ਹੋਣੀ ਹੈ। ਨਹੀਂ ਇਲੈਕਸ਼ਨ ਕਮਿਸ਼ਨ ਨੂੰ ਆਖਿਆ ਵੀ ਤੁਸੀਂ ਲਿਮਟ ਦੱਸਣੀ ਹੈ, ਉਹਨਾਂ ਲਿਮਟ ਦੱਸੀ ਆਪਣੇ ਹਿਸਾਬ ਨਾਲ। ਕ੍ਰਾਸ ਅਸੀਂ ਤੁਹਾਡਾ ਕੰਮ ਲਿਮਟ ਦੱਸਣਾ, ਕ੍ਰਾਸ ਕਰਨੀ ਕਿ ਨਹੀਂ ਕਰਨੀ ਉਹ ਸਾਡੀ। ਇਹ ਨਾਲੇ ਦੂਜੀ ਗੱਲ ਹੈ ਨਾ, ਉਹਨਾਂ ਲਿਮਟ ਦੱਸੀ ਹੁੰਦੀ ਓਵਰਆਲ ਖਰਚਾ, ਜਿੰਨਾ ਕੁ ਖਰਚਾ ਉਹ ਦੱਸਦੇ ਉਹਨਾਂ ਦੇ। ਜੇ ਮੈਂ ਬੀਬੀਆਂ ਵਾਲੇ ਪਾਸੇ ਜਾਵਾਂ ਵੀ ਉਹ ਤੇ ਆ ਲੀੜੇ ਲੱਤੇ ਦਾ ਹੋ ਜਾਂਦਾ। ਚਲੋ ਵੈਸੇ ਫਿਰ ਵੀ ਮੈਂ ਕਹਿੰਦਾ ਕਿ ਚੰਗੀਆਂ ਹੀ ਨੇ ਬੀਬੀਆਂ। ਰੋਜ਼ ਜਾਣੀ 10 ਮਿੰਟ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਿਸਕ ਬਦਲਣੀ ਪੈਂਦੀ ਹੋਣੀ ਨਾ, ਕਿ ਇਸ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਗਏ ਤੇ ਉੱਥੇ ਮਹਿਸੂਸ ਕੀਤਾ ਤੇ ਅੱਧੇ ਕਿਲੋਮੀਟਰ ਬਾਅਦ ਦੂਸਰਾ ਪਿੰਡ ਆ ਤੇ ਜਾਂਦੇ ਨਿਆਣੇ ਕਾਕੇ ਦੀਆਂ ਵਧਾਈਆਂ ਦਿੱਤੀਆਂ। ਉਹਦੇ ਤੋਂ ਬਾਅਦ 3 ਮਿੰਟ ਹੀ ਅਗਲੇ ਘਰ ਜਾ ਕੇ ਖਬਰ ਲਈ, ਕਿਉਂਕਿ ਉਹ ਸੱਟ ਫਿੱਟ ਲੱਗ ਗਈ ਸੀ। ਉਹਦੇ ਤੋਂ ਬਾਅਦ ਅਗਲੇ ਘਰ ਜਾ ਕੇ ਫਿਰ ਉਹਨਾਂ ਨੇ ਦੇਖਿਆ ਕਿ ਅੱਛਾ ਵਿਆਹ ਤਾਂ ਹੀ ਮੁੰਡਾ ਬਹੁਤ ਵਧੀਆ ਹੋਇਆ। ਮੈਂ ਤਾਂ ਅੱਗੇ ਕਹਿੰਦੀ ਸੀ ਉਹਨਾਂ ਨੂੰ ਕਿ ਸ਼ਗਨ ਦੇਣ ਜਾਣਾ ਹੀ, ਲਓ ਜੀ ਵਧਾਈਆਂ ਵਧਾਈਆਂ। ਜਾਣੀ ਜਿੰਨੀ ਛੇਤੀ ਉਹ ਸੌਫਟਵੇਅਰ ਚੇਂਜ ਕਰਨਾ ਪੈਂਦਾ ਹੋਣਾ ਨਾ, ਹੈ ਤੁਸੀਂ ਧੰਨੀ ਹੋਵੇ। ਜੀ ਦੇਖੋ ਤਾਂ ਹੀ ਆ ਵੀਰ ਜੀ, ਕਿਤੇ 2-3 ਮਹੀਨੇ ਐ ਲਗਾਤਾਰ ਵਗਣਾ ਕਿਤੇ ਸੌਖਾ ਕੰਮ ਨਹੀਂ ਹੈ ਤਾਂ। ਉਹ ਗੱਲ ਵੱਖਰੀ ਵੀ ਚਲੋ ਫਿਰ ਸਾਨੂੰ ਬਾਅਦ 'ਚ 4.5 ਪੌਣੇ 5 ਸਾਲ ਲੱਗ ਜਾਂਦੇ ਦੁਬਾਰਾ ਸੈੱਟ ਸੂਟ ਹੁੰਦੇ ਆ, ਪਰ ਇਹ 3-4 ਮਹੀਨੇ ਦੇ ਬਹੁਤ ਨੇਰੀ ਲਾਈ ਦੀ। ਇਹ ਤਾਂ ਹੁਣ ਤੁਸੀਂ ਦੇਖੋ ਵੀ ਕੱਲੀ ਗਲੀ ਨੂੰ ਚੇਤਾ ਆ ਜਾਣਾ ਵੀ ਸਾਡਾ ਯਾਰ ਇਹ ਉਹ ਬੰਦਾ ਜਾਪਦਾ ਜਿਹੜਾ ਆਇਆ ਹੈ 5 ਸਾਲ ਪਹਿਲਾਂ। ਚਲੋ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਸਿੱਧੇ, ਮੇਰਾ ਇਰਾਦਾ ਸੀ ਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਵਾਲੇ ਗੱਲ ਦਾ ਜ਼ਿਕਰ ਕਰ ਲਈਏ। ਚੰਡੀਗੜ੍ਹ ਫਿਰ ਚੱਲਦੇ ਹਾਂ। ਉਹ ਵੀ ਤੇ ਚੰਡੀਗੜ੍ਹ ਹੀ ਗਏ। ਹਾਂ ਪਹਿਲਾਂ ਇੱਧਰਲੇ ਪਾਸੇ ਜਾਣਾ ਪੈਣਾ ਨਾ। ਮੋਹਾਲੀ ਤੋਂ ਚੰਡੀਗੜ੍ਹ ਦਾ ਸਫ਼ਰ ਤੈਅ ਕੀਤਾ ਹੀ। ਨਹੀਂ, ਮੋਹਾਲੀ ਤੋਂ ਚੰਡੀਗੜ੍ਹ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ। ਉਹ ਕਹਿੰਦੇ ਵੀ ਅਗਾਊਂ ਜ਼ਮਾਨਤ ਚਾਹੀਦੀ ਹੈ, ਤੇ ਅਗਾਊਂ ਜ਼ਮਾਨਤ ਲਈ ਉਹਨਾਂ ਦੀ ਜਿਹੜੀ ਵਕੀਲਾਂ ਦੀ ਟੀਮ ਹੈ ਉਹਨਾਂ ਨੇ ਆਪਣੇ ਵੱਲੋਂ ਕਾਗਜ਼ ਪੱਤਰ ਤੇ ਉਦੋਂ ਹੀ ਕਹਿੰਦੇ ਤਿਆਰ ਕਰ ਲਏ। ਹੁਣ ਉਹਨਾਂ ਨੇ ਲਾ ਦਿੱਤੇ ਆ ਕਿ ਵੀ ਇਹ ਝੂਠਾ ਕੇਸ ਹੈ, ਇਹਦੇ 'ਚ ਫਸਾਇਆ ਗਿਆ ਤੇ ਇਸ ਚੀਜ਼ ਦੇ ਵਿੱਚ ਸਾਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ ਤਾਂ ਜੋ ਅਸੀਂ ਖੁੱਲ੍ਹ ਕੇ ਨਿੱਠ ਕੇ ਲੜਾਈ ਲੜ ਸਕੀ। ਇਹੋ ਹੀ ਲਿਖਣਾ ਹੁੰਦਾ। ਸੰਧਾਲੀਆ ਸਾਹਿਬ ਤੁਸੀਂ ਦੇਖੋ ਹਫ਼ਤੇ ਤੋਂ ਉੱਪਰ ਹੋ ਗਿਆ, ਪੰਜਾਬ ਸਰਕਾਰ ਲੁੱਕ ਆਊਟ ਨੋਟਿਸ ਜਾਰੀ ਕਰ, ਮੰਤਰੀਆਂ ਨੇ ਕਿਹਾ ਜੀ ਅਸੀਂ ਹੁਣ ਫੜ ਲੈਣਾ ਹੀ, ਉਹਨਾਂ ਨੂੰ ਫੜ ਕੇ ਸਾਰਾ ਕੁਝ ਪੁੱਛਾਂਗੇ। ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਕਿ ਗ੍ਰਿਫਤਾਰੀ ਚਾਹੀਦੀ ਆ ਉਹਨਾਂ ਦੀ, ਗ੍ਰਿਫਤਾਰੀ ਤੋਂ ਬਾਅਦ ਸਾਥੀ ਵੀ ਫੜਨੇ ਚਾਹੀਦੇ ਆ ਜਿਹੜੇ ਮਾੜੇ ਚੰਗੇ ਕੰਮ ਧੰਦੇ 'ਚ ਲੱਗੇ ਸੀ, ਉਹਨਾਂ ਦੀਆਂ ਗੱਲਾਂ। ਅਕਾਲੀ ਦਲ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਿਹਾ, ਧਰਨੇ ਪ੍ਰਦਰਸ਼ਨ ਕਰ ਰਿਹਾ ਤੇ ਉਹਨਾਂ ਦਾ ਬਾਰ-ਬਾਰ ਇਹੀ ਕਹਿਣਾ ਕਿ ਕੇਸ 'ਚ ਕੱਖ ਨਹੀਂ। ਹੁਣ ਜਦੋਂ ਮੋਹਾਲੀ ਵਾਲੀ ਅਦਾਲਤ ਦੇ ਵਿੱਚ ਉਹ ਗਏ ਸੀ, ਲਗਾਤਾਰ 2 ਦਿਨ ਬਹਿਸ ਹੋਈ, ਸਰਕਾਰ ਦੇ ਵਕੀਲ, ਉਧਰੋਂ ਮਜੀਠੀਆ ਸਾਹਿਬ ਦੇ ਵਕੀਲ। ਹੁਣ ਅਜੇ ਤੱਕ ਮਜੀਠੀਆ ਸਾਹਿਬ ਦਾ ਤਾਂ ਕੋਈ ਥਹੁ ਪਤਾ ਲੱਗਾ ਨਹੀਂ, ਪਰ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲ ਕਿੰਨੇ ਕੁ ਦਿਨ ਟਿਕ ਪਾਉਂਦੇ ਆ, ਇਹ ਹੁਣ ਗੱਲ ਦੇਖਣ ਵਾਲੀ ਹੋਏਗੀ। ਕਿਉਂਕਿ ਮੋਹਾਲੀ ਤੋਂ ਜਦੋਂ ਉਹਨਾਂ ਦੀ ਬੇਲ ਐਪਲੀਕੇਸ਼ਨ ਰਿਜੈਕਟ ਹੋਈ ਹੈ ਕਿ ਤੁਹਾਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ, ਉਹਦੇ ਤੋਂ ਬਾਅਦ ਉਹਨਾਂ ਨੇ ਤਕਰੀਬਨ ਉੱਦਾਂ ਦੇ ਕਾਰਨ ਫਿਰ ਦੱਸੇ ਆ। ਪਹਿਲਾਂ ਤਾਂ ਕਹਿੰਦੇ ਜੀ 7-8 ਸਾਲ ਹੋ ਗਏ ਕੇਸ ਨੂੰ, ਬੰਦਿਆਂ ਨੂੰ ਸਜ਼ਾ ਵੀ ਹੋ ਚੁੱਕੀ ਆ ਤੇ ਹੁਣ ਸਾਡੇ ਬੰਦੇ ਦਾ ਨਾਂ ਵਿੱਚ ਪਾਤਾ। ਇਹਦਾ ਮਤਲਬ ਹੈ ਕਿ ਪੰਜਾਬ ਦੀ ਵਿਧਾਨ ਸਭਾ ਚੋਣ ਬਿਲਕੁਲ ਸਿਰ ਤੇ ਆ ਤੇ ਸਿਰਫ ਲਾਹਾ। ਦੂਸਰਾ ਉਹਨਾਂ ਨੇ ਕਿਹਾ ਜੀ ਇੰਨੇ ਡੀਜੀਪੀ ਬਦਲੇ, ਇੰਨੇ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਬਦਲੇ ਤਾਂ ਸਿਰਫ ਇਸ ਕਰਕੇ ਬਦਲ ਦਿੱਤੇ ਕਿ ਸਾਡੇ ਬੰਦੇ ਨੂੰ ਫਸਾਉਣਾ ਸੀ। ਤੀਸਰੇ ਨੰਬਰ ਦੇ ਉੱਤੇ ਇਹ ਵੀ ਅਕਾਲੀ ਦਲ ਵੱਲੋਂ ਖਾਸ ਤੌਰ ਦੇ ਉੱਤੇ ਬੰਟੀ ਰਮਾਣਾ ਸਾਹਿਬ ਜਿਹੜੇ ਕਿ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਨੇ, ਉਹ ਬਾਰ-ਬਾਰ ਇਹ ਕਹਿੰਦੇ ਆ, ਉਹ ਕਹਿੰਦੇ ਜੀ ਦੇਖੋ ਰਿਪੋਰਟਾਂ ਦੇ ਕੁਝ ਵਿਸ਼ੇਸ਼ ਹਿੱਸੇ ਜਾਣਬੁੱਝ ਕੇ ਲੀਕ ਕੀਤੇ ਜਾ ਰਹੇ ਆ, ਕਿ ਸਾਰੀ ਰਿਪੋਰਟ ਨਹੀਂ ਦੱਸੀ ਜਾ ਰਹੀ। ਕੁਝ ਹਿੱਸੇ ਜਿਨ੍ਹਾਂ ਤੋਂ ਭੰਬਲ ਭੂਸਾ, ਸ਼ੱਕ, ਦੁਬਿਧਾ, ਦੁਚਿੱਤੀ ਪੈਦਾ ਹੁੰਦੀ ਹੈ, ਉਹ ਜਾਣਬੁੱਝ ਕੇ ਲੀਕ ਕੀਤੇ ਜਾ ਰਹੇ ਆ ਤਾਂ ਜੋ ਲੋਕਾਂ ਨੂੰ ਐਂ ਲੱਗੇ ਕਿ ਕੋਈ ਬੰਦਾ ਇਹਨਾਂ 'ਚੋਂ ਕਸੂਰਵਾਰ ਹੀ ਹੈ। ਹੁਣ ਹਾਈ ਕੋਰਟ ਨੂੰ ਉਹਨਾਂ ਨੇ ਫਿਰ ਬੇਨਤੀ ਕਰ ਦਿੱਤੀ ਹੈ ਕਿ ਭਾਈ ਸਾਡੀ ਜ਼ਮਾਨਤ ਦਿੱਤੀ ਜਾਵੇ, ਅਸੀਂ ਲੜਾਈ ਲੜਨੀ ਹੈ, ਸਾਰਾ ਕੁਝ ਕਰਨਾ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇੱਕ ਪੱਤਰਕਾਰ ਨੇ ਪੁੱਛਿਆ, ਉਹ ਕਹਿੰਦੇ ਗਲਤ ਕੇਸ ਹੈ ਯਾਰ, ਤੁਹਾਨੂੰ ਬੜਾ ਵਧੀਆ ਤਾਂ ਸਾਰਿਆਂ ਨੂੰ ਨਜ਼ਰ ਆਉਂਦਾ, ਐਸੀ ਗੱਲ ਹੀ ਕੋਈ ਨਹੀਂ ਹੈਗੀ, ਕੇਸ ਨਿਰਾ ਹੀ ਗਲਤ ਬਣਾਇਆ। ਤੇ ਉਹਨਾਂ ਨੂੰ ਕਿਹਾ ਜੀ ਉਹ ਤਾਂ ਪਰਚਾ ਪਤਾ ਨਹੀਂ ਹੁੰਦਾ, ਕੱਲ੍ਹ ਨੂੰ ਤੁਹਾਡੇ ਤੇ ਵੀ ਕਰ ਦੇਣ, ਫਿਰ ਤੁਸੀਂ ਇੱਦਾਂ ਪੇਸ਼ ਹੋ। ਉਹ ਕਹਿੰਦੇ ਜਦ ਕੇਸ ਹੀ ਝੂਠਾ ਹੀ, ਪੇਸ਼ ਹੋਣ ਦੀਆਂ ਗੱਲਾਂ ਹੀ ਬਾਅਦ ਦੀਆਂ ਨੇ। ਜਾਣੀ ਅਕਾਲੀ ਦਲ ਦੀ ਪੂਰੀ ਕੋਸ਼ਿਸ਼ ਹੈ ਕਿ ਭਾਈ ਜਿੰਨੀ ਛੇਤੀ ਹੋ ਸਕਦੇ ਭਾਵੇਂ ਸ਼ਰਤਾਂ ਤਹਿਤ ਸ਼ਰਤਾਂ ਰਹਿਤ ਮਜੀਠੀਆ ਸਾਹਿਬ ਨੂੰ ਜ਼ਮਾਨਤ ਮਿਲ ਜਾਵੇ, ਉਹਦੇ ਤੋਂ ਬਾਅਦ ਉਹ ਜਾਂਚ ਦੇ ਵਿੱਚ ਸ਼ਾਮਲ ਹੋਣ। ਪਰ ਰੌਲਾ ਹੀ ਹੈ ਨਾ ਕਿ ਪੁਲਿਸ ਦੇ ਹੱਥ ਤਾਂ ਬਹੁਤ ਲੰਬੇ ਹੁੰਦੇ ਆ। ਆ ਜਿਹੜੀ ਗੱਲ ਨਾ ਪੁਲਿਸ ਦੇ ਹੱਥ ਲੰਮੇ ਵਾਲੀ, ਹਾਂਜੀ, ਕੱਲ ਬਜ਼ੁਰਗ ਜਿਹੜੇ ਮਿਲੇ ਸੀ ਨਾ ਮੋਢੇ ਦਾ ਹੱਥ ਰੱਖਿਆ, ਗੱਲ ਸੁਣ ਕਾਕਾ ਮੈਂ ਗੱਲ ਕਰਨੀ, ਮੈਂ ਦੱਸੋ ਇਹ ਜਦੋਂ ਆਪਾਂ ਗੱਲ ਕਰਦੇ ਆਂ ਵੀ ਉਹ ਬੰਦਾ ਫੜਿਆ ਨਹੀਂ ਜਾਂਦਾ, ਮੈਂ ਕਿਹਾ ਜੀ ਉਹ ਤਾਂ ਹੁਣ ਉਹਨਾਂ ਦਾ ਕੰਮ ਨਹੀਂ ਤੁਸੀਂ ਦੱਸੋ, ਟੈਲੀਵਿਜ਼ਨ ਤੇ ਤੁਸੀਂ ਦੱਸਦੇ ਆ ਵੀ ਨਾਲ ਇੰਨੇ ਬੰਦੇ ਹੁੰਦੇ ਆ, ਇੰਨੀ ਪੁਲਿਸ ਹੁੰਦੀ, ਇੰਨੀ ਸਿਕਿਉਰਿਟੀ ਹੁੰਦੀ,
ਉਹ ਵੀ ਤੇ ਨਾਲ ਹੀ ਹੋਣੇ, ਉਹਨਾਂ ਨੂੰ ਫੋਨ ਕਰਕੇ ਪੁੱਛ ਲੈਣ। ਹੁਣ ਮੈਂ ਇਹਦੇ ਹੱਥ ਹੀ ਜੋੜ ਤੇ ਮੈਂ ਕਿਹਾ ਵੀ ਬਾਪੂ ਇਹ ਮੈਂ ਥੋੜ੍ਹਾ ਜਵਾਬ ਦੇਣਾ, ਤੇ ਸਰਕਾਰ ਜਾਣੇ ਜਾਂ ਅਗਲੇ ਜਾਣੇ। ਹੁਣ ਮੈਂ ਇੱਥੇ ਬੈਠਾ ਕੀ ਦੱਸ ਸਕਦਾ ਵੀ ਨਾਲ ਜਿਹੜੇ ਬੰਦੇ ਉਹਨਾਂ ਨੂੰ ਪੁੱਛ ਲਓ। ਹੋ ਸਕਦਾ ਬਾਪੂ ਨੇ ਆਪਣੇ ਹਿਸਾਬ ਨਾਲ ਗੱਲ ਕੀਤੀ ਹੋਵੇ, ਕਿਉਂਕਿ ਆਮ ਹੁੰਦਾ ਨਾ ਵੀ ਜੇ ਕੋਈ 72 ਬੰਦਾ ਮੰਨ ਲਓ ਇੱਧਰੋਂ ਉੱਧਰੋਂ ਨਾ ਕਾਬੂ ਆਵੇ ਤੇ ਸ਼ਾਮ ਨੂੰ ਪੁਲਿਸ ਵਾਲੇ ਟੱਬਰ ਹੀ ਲੈ ਜਾਂਦੇ ਜਿਪਸੀ ਲੱਦ ਕੇ। ਨਹੀਂ, ਇੱਦਾਂ ਦੇ ਬਹੁਤ ਸਾਰੇ ਮੈਸੇਜ ਆਉਂਦੇ ਸੀ ਜੀ, ਕੀ ਬਾਕੀਆਂ ਤੋਂ ਆਲੇ ਦੁਆਲੇ ਨੂੰ ਪੁੱਛਦੇ, ਕਿਉਂਕਿ ਆਮ ਲੋਕਾਂ ਦੇ ਵਿੱਚ ਤਾਂ ਭਾਵਨਾ ਇਹੀ ਹੈ ਨਾ ਕਿ ਕੰਮ ਕਰਨ ਦਾ ਢੰਗ ਇਦਾਂ ਹੀ ਆ ਵੀ ਜੇ ਇੱਕ ਦੇ ਉੱਤੇ ਪਰਚਾ ਕਹਿੰਦੇ ਹੁੰਦੇ, ਦੂਜੇ ਨੂੰ ਜਾ ਕੇ ਬਿਠਾ ਲਓ, ਉਹਨੂੰ ਪੇਸ਼ ਕਰਦੇ, ਉਹਨੂੰ ਲੈ ਜਾਓ। ਤਰੀਕਾ ਮਤਲਬ ਪਿੰਡਾਂ ਵਾਲਾ ਦਾ ਤਰੀਕਾ ਇਹ, ਮਤਲਬ ਬਾਪੂ ਦਾ ਸਵਾਲ ਜਾਇਜ਼ ਸੀਗਾ ਪਰ ਆਪਣੇ ਕੋਲੇ ਜਵਾਬ ਹੈ ਨਹੀਂ। ਹਾਂ, ਜਵਾਬ ਉਹਦਾ ਹੈ ਨਹੀਂ। ਪਰ ਹੁਣ ਕਿਉਂਕਿ ਇੱਥੇ ਵੱਡਿਆਂ ਦੀਆਂ ਗੱਲਾਂ, ਇੱਥੇ ਉਹ ਪ੍ਰਕਿਰਿਆ ਨਹੀਂ ਨਾ ਲਾਗੂ ਹੋਣੀ, ਕਿਉਂਕਿ ਨਾ ਕਾਗਜ਼ੀ ਪਤਨੀ ਉਹ ਪ੍ਰਕਿਰਿਆ ਹੈਗੀ ਹੈ, ਉਹ ਤਾਂ ਅਡਾਪਟ ਕਰ ਲਈ ਜਾਂਦੀ ਹੈ ਕਿ ਭਾਈ ਠੀਕ ਹੈ, ਟੱਬਰ ਲਿਆ ਕੇ ਉੱਥੇ ਬਿਠਾ ਲਓ, ਬੰਦੇ ਨੂੰ ਪੇਸ਼ ਹੋਣਾ ਪੈਂਦਾ, ਉਸ ਤੋਂ ਬਾਅਦ ਬਾਕੀ ਟੱਬਰ ਲੈ ਜਾਓ, ਤਾਂ ਫਿਰ ਉਹ ਬੰਦੇ ਨਾਲ ਕੀ ਕਰਨਾ ਉਹਨਾਂ ਦੀ ਆਪਣੀ ਮਰਜ਼ੀ ਹੈ। ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਦੇ ਵਕੀਲ ਹਾਈ ਕੋਰਟ ਦੇ ਵਿੱਚ ਕੀ ਕਹਿੰਦੇ ਆ। ਕੀ ਇੱਕ ਵਾਰੀ ਫੇਰ ਜ਼ਮਾਨਤ ਦੀ ਅਰਜ਼ੀ, ਜੇ ਮਜੀਠੀਆ ਸਾਹਿਬ ਦੀ ਅਰਜ਼ੀ ਇੱਥੋਂ ਵੀ ਖਾਰਜ ਹੋ ਗਈ ਨਾ, ਜੇ ਖਾਰਜ ਹੋ ਗਈ ਫਿਰ ਇਕੱਲੀ ਸੁਪਰੀਮ ਕੋਰਟ ਰਹਿ ਜਾਣੀ ਹੈ। ਸੁਪਰੀਮ ਕੋਰਟ ਦੇ ਵਿੱਚ ਬਹੁਤ ਛੇਤੀ ਛੁੱਟੀਆਂ ਦਾ ਟਾਈਮ ਆ, ਤਰੀਕ ਕਦੋਂ ਮਿਲੂਗੀ, ਕਿੱਦਾਂ ਮਿਲੂਗੀ। ਸੋ ਪੰਜਾਬ ਸਰਕਾਰ ਦਾ ਵੀ ਸਾਰਾ ਜ਼ੋਰ ਇੱਥੇ ਲੱਗਣਾ ਕਿ ਭਾਈ ਇੱਥੋਂ ਨਾ ਜਾਣ ਦਈਏ, ਬਾਕੀ ਫਿਰ ਦੇਖੀ ਜਾਓ। ਨਹੀਂ, ਜ਼ੋਰ ਤਾਂ ਇੰਨਾ ਜ਼ਿਆਦਾ ਵੀ ਦੇਖੋ ਚੰਨੀ ਸਾਹਿਬ ਆਪਣੀ ਸਟੇਜ 'ਤੇ ਜਿੱਥੇ ਵੀ ਜਾਂਦੇ ਆ ਉੱਥੇ ਹੁਣ ਉਹ ਇਸ ਚੀਜ਼ ਨੂੰ ਐਜ਼ ਏ ਕ੍ਰੈਡਿਟ ਮੰਨਦੇ ਆ ਵੀ ਇਹ ਮੈਨੂੰ ਕ੍ਰੈਡਿਟ ਜਾਂਦਾ ਵੀ ਮੈਂ ਇਹ ਕੰਮ ਕੀਤਾ, ਜਿਹੜਾ ਕੰਮ ਇਸ ਤੋਂ ਪਹਿਲੇ ਮੁੱਖ ਮੰਤਰੀ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਕਰ ਸਕੇ। ਨਾਲ ਉਹ ਇਹ ਵੀ ਕਹਿੰਦੇ ਵੀ ਉਹਨਾਂ ਨੇ ਕੰਮ ਤਾਂ ਕੀ ਕਰਨਾ ਹੈ, ਉਸ ਸਗੋਂ ਰੋਕਦੇ ਰਹੇ ਨੇ ਵੀ ਜੇ ਕੋਈ ਕਹਿੰਦਾ ਇਹ ਕਾਰਵਾਈ ਕਰੇਗਾ, ਨਾ 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 ਇਹ ਕਾਰਵਾਈ ਨਹੀਂ ਕਰਨੀ। ਹੁਣ ਜਦੋਂ ਚੰਨੀ ਸਾਹਿਬ ਆਣ ਕੇ ਥਾਂ ਪਬਲਿਕ ਸਟੇਜਾਂ 'ਤੇ ਇਹ ਗੱਲ ਕਹਿਣਗੇ, ਫਿਰ ਕਿਸੇ ਵੇਲੇ ਬੰਦਾ ਸੋਚ ਹੀ ਲੈਂਦਾ ਵੀ ਯਾਰ ਇਕੱਲਾ ਬੰਦਾ ਹੀ ਨਾਬਰ ਸੀਗਾ, ਯਾਰ ਤੁਸੀਂ ਇੰਨੇ ਜਾਣੇ ਉਦੋਂ ਕੁਝ ਨਹੀਂ ਕਰਦੇ। ਨਹੀਂ, ਜਿੱਦਾਂ ਉਹਨਾਂ ਨੇ ਕਿਹਾ ਨਾ, ਕੈਪਟਨ ਸਾਹਿਬ ਦੇ ਉੱਤੇ ਪਹਿਲਾਂ ਉਹ ਵਰਦੇ ਨਹੀਂ ਸੀ ਬਹੁਤਾ। ਜਦੋਂ ਨਵੇਂ ਮੁੱਖ ਮੰਤਰੀ ਬਣਿਆ ਤਾਂ ਉਹ ਕਹਿੰਦੇ ਹੁੰਦੇ ਸਾਡੀ ਸਰਕਾਰ ਜਾਣੀ 5 ਸਾਲਾਂ ਦੀ, ਕਿ ਅਸੀਂ ਪਿਛਲੀਆਂ ਪ੍ਰਾਪਤੀਆਂ ਵੀ ਦੱਸਾਂਗੇ, ਕੰਮ ਹੋਇਆ। ਪਰ ਜਿੱਦਾਂ ਕੈਪਟਨ ਸਾਹਿਬ ਥੋੜ੍ਹੇ ਜਿਹੇ ਤੱਤੇ ਹੋਣ ਲੱਗ ਪਏ ਤੇ ਫਿਰ ਇਹ ਵੀ ਲਾਲ ਪੀਲੇ ਹੋਣ ਲੱਗ ਗਏ, ਭਾਈ ਕੈਪਟਨ ਸਾਹਿਬ ਫਿਰ ਇਦਾਂ ਦਾ, ਫਿਰ ਇਦਾਂ ਹੀ ਸਹੀ। ਹੁਣ ਉਹ ਸਪਸ਼ਟ ਰੂਪ ਦੇ ਵਿੱਚ ਕਹਿੰਦੇ ਆ ਕਿ ਕੈਪਟਨ ਸਾਹਿਬ ਨੇ ਬਚਾਇਆ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਚਾਇਆ, ਹੋਮ ਮਿਨਿਸਟਰ ਹੁੰਦੇ ਸੀ। ਇਹ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਕਹਿਣਾ ਹੈ ਕਿ ਉਹ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਂਦੇ ਰਹੇ ਤੇ ਅਸੀਂ ਕਾਨੂੰਨ ਦੇ ਮੁਤਾਬਕ ਕੰਮ ਕੀਤਾ। ਪਰ ਜਿਹੜੀ ਧਰਮਕੋਟ ਵਾਲੀ ਰੈਲੀ ਦੇ ਵਿੱਚ ਸੁਰਜੀਤ ਸਿੰਘ ਕਾਕਾ ਲੋਹਗੜ੍ਹ ਨੇ ਉੱਥੋਂ MLA, ਉਹ ਜਿਹੜੀ ਰੈਲੀ ਦੇ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਾਰੀਆਂ ਗੱਲਾਂ ਕਹੀਆਂ, ਉੱਥੇ ਸਾਊਂਡ ਮਾੜਾ ਜਿਹਾ ਖਰਾਬ ਹੋ ਗਿਆ। ਉਹ ਕਹਿੰਦੇ ਹੁਣ ਮੈਂ ਕੰਮ ਛੱਡਤਾ ਹੀ ਸਾਊਂਡ ਦਾ, ਜੇ ਕਿਤੇ ਕੰਮ ਚੱਲਦਾ ਹੁੰਦਾ ਮੈਂ ਆਪਣਾ ਨਾਲ ਹੀ ਲੈ ਕੇ ਆਉਣਾ, ਫਿਰ ਦੇਖੋ ਆਵਾਜ਼ ਕਿ ਤਾਂ ਠਾ ਹੋ ਜਾਂਦੀ। ਨਹੀਂ ਇਹ ਤੇ ਗੱਲ ਹੈਗੀ ਆ। ਦੇਖੋ ਕੁਛ ਚੀਜ਼ਾਂ ਐਸੀਆਂ ਨੇ ਚੰਨੀ ਸਾਹਿਬ ਦੇ ਨਾਲ ਜੁੜੀਆਂ, ਉਹ ਛੱਡਦੇ ਨਹੀਂ। ਉਂਝ ਵੀ ਤੇ ਜਦੋਂ ਉੱਥੋਂ ਮੁੜਦੇ ਸੀ ਨਕੋਦਰੋਂ ਜਲੰਧਰ ਨੂੰ ਆਉਂਦੇ ਰਾਹ 'ਚ ਮੁੰਡੇ ਖੇਡਦੇ ਵੇਖ ਲਏ ਫੁੱਟਬਾਲ, ਕਹਿੰਦਾ ਡੱਕੀ ਗੱਡੀ ਕਹਿੰਦੇ ਕੀ ਗੱਲ ਹੋ ਗਈ ਸਰ, ਕੋਈ ਮੁਸ਼ਕਿਲ, ਕੋਈ ਸਿਹਤ ਦੀ? ਉਹ ਕਹਿੰਦੇ ਹੈ ਕਮਲੇ, ਇੱਕ ਨਾ ਫੁੱਟਬਾਲ ਦੀ ਗੇਮ ਤੇ ਲਾ ਲਈਏ ਫਿਰ ਚੱਲਦੇ ਹਾਂ। ਨਹੀਂ, ਇੱਦਾਂ ਹੀ ਆ। ਤੁਸੀਂ ਇਹ ਦੇਖੋ, ਕੱਲ ਰਾਤ ਪੈ ਗਈ, ਠੰਡ ਬੜੀ, ਮੁੱਖ ਮੰਤਰੀ ਸਾਹਿਬ ਨੂੰ ਫਿਰ ਆਇਆ ਚੇਤਾ ਫੁੱਟਬਾਲ ਦਾ ਨਹੀਂ, ਜੇ ਹੋਰ ਫੁੱਟਬਾਲ, ਸਿਆਸੀ ਫੁੱਟਬਾਲ ਦਾ। ਅੱਛਾ, ਉਹ ਕਹਿੰਦੇ ਕੰਬਲ ਵੰਡਣੇ ਆ, ਕੰਬਲ ਕਿ ਬਾਹਰ ਬੇਘਰੇ ਹੋਣੇ ਆ, ਕੋਈ ਬੰਦਾ ਠੰਡ ਨਾ ਠਰਦਾ ਹੋਊਗਾ। ਮਗਰ ਫਿਰ ਉਹਨਾਂ ਦੇ ਕੰਬਲ ਚੱਕਿਓ ਕਈਆਂ ਨੇ, ਮੁੱਖ ਮੰਤਰੀ ਸਾਹਿਬ ਵੀ ਲੋਈ ਲੈ ਕੇ ਮੋਰੇ ਮਗਰ ਕਿੰਨੇ ਹੀ ਕੈਮਰੇ ਵਾਲੇ, ਫਿਰ ਮੁੱਖ ਮੰਤਰੀ ਸਾਹਿਬ ਨੇ ਕੰਬਲ ਵੰਡੇ। ਨਹੀਂ, ਪਰ ਉਹ ਕੰਬਲ ਪਹਿਲਾਂ ਵੀ ਦਿੱਤੇ ਜਾਂਦੇ ਜੇ ਉੱਥੇ ਫੁੱਟਬਾਲ 'ਚ ਟਾਈਮ ਨਾ ਲੱਗਦਾ। ਹਾਂ, ਨਹੀਂ, ਪਰ ਤੁਸੀਂ ਇਹ ਦੇਖੋ ਨਾ ਕਿ ਆਮ ਤੌਰ ਦੇ ਉੱਤੇ ਆਪਾਂ ਕੱਲ ਪਰਸੋਂ ਇੱਕ ਫੋਟੋ ਸੀ ਕਿ ਭਾਈ ਉਹ ਇੱਕ ਕੰਬਲ ਦੇ ਰਿਹਾ ਸੀ ਬੰਦਾ, ਉਹਦੇ ਨਾਲ ਸੰਬੰਧ ਰੱਖਦੀ, ਤੇ 15-16 ਉਹਦੇ ਲਾਗੇ ਖੜੇ ਸੀ ਤੇ ਉਹ ਬੰਦੇ ਨੂੰ ਥੱਲੇ ਬਿਠਾ ਕੇ ਤਾਂ ਐਂ ਕੰਬਲ ਫੜਾਇਆ ਸੀ ਕਿ ਕੰਬਲ ਦਿੰਦੇ ਹੋਏ। ਹੁਣ ਇੱਥੇ ਮੁੱਖ ਮੰਤਰੀ ਸਾਹਿਬ ਜਦੋਂ ਕੰਬਲ ਦੇ ਰਿਹਾ, ਦੇਖੋ ਪਹਿਲੀ ਗੱਲ ਇਹ ਹੈ ਕਿ ਪੰਜਾਬ ਵਰਗੇ ਸੂਬੇ 'ਚ ਐਸੇ ਲੋਕ ਹੀ ਕਿਉਂ ਨੇ ਜਿਨ੍ਹਾਂ ਨੂੰ ਕੰਬਲ ਲੈਣਾ ਪੈਂਦਾ ਕਿਸੇ ਤੋਂ, ਜਾਣੀ ਸਾਡੀ ਖਰੀਦੋ ਫਰੋਖਤ ਦੀ ਸ਼ਕਤੀ ਕਿੱਥੇ ਹੈ, ਅਸੀਂ ਕੰਬਲ ਵੀ ਹੋਣੇ ਕਿਉਂ ਆ? ਸਵਾਲ ਤਾਂ ਸਭ ਤੋਂ ਵੱਡਾ ਇਹ ਹੈ। ਦੂਸਰੀ ਗੱਲ ਇਹ ਹੈ ਕਿ ਇੱਦਾਂ ਦੇ ਜਿਹੜੇ ਕੰਮ ਆ ਨਾ, ਉਹ ਘੱਟੋ ਘੱਟ ਸਮਾਜਿਕ ਸੁਰੱਖਿਆ ਵਿਭਾਗ ਦੇ ਦਾਇਰੇ ਦੇ ਵਿੱਚ ਮੈਨੂੰ ਲੱਗਦਾ ਦੇ ਹੀ ਦਿੱਤੇ ਜਾਣ। ਆਪਾਂ ਬੜੇ ਅਫਸਰ ਰੱਖੇ ਆ, ਆਪਾਂ ਬੜੇ ਕਰਮਚਾਰੀ ਰੱਖੇ ਆ, ਲੋਕ ਕੋਈ ਵੀ ਚੀਜ਼ ਖਰੀਦਦੇ ਆ, ਟੈਕਸ ਦਿੰਦੇ ਆ, ਉਸ ਟੈਕਸ ਦੇ ਵਿੱਚੋਂ ਉਹਨਾਂ ਅਫਸਰਾਂ ਨੂੰ ਤਨਖਾਹਾਂ ਜਾਂਦੀਆਂ, ਉਹਨਾਂ ਕਰਮਚਾਰੀਆਂ ਨੂੰ ਤਨਖਾਹਾਂ ਜਾਂਦੀਆਂ। ਇੰਨੇ ਕੁ ਡੀਸੈਂਟਰਲਾਈਜੇਸ਼ਨ, ਵਿਕੇਂਦਰੀਕਰਨ ਅਧਿਕਾਰਾਂ ਦਾ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਕਰ ਹੀ ਦੇਣਾ ਚਾਹੀਦਾ। ਭਾਈ ਘੱਟੋ ਘੱਟ ਸਰਕਾਰੀ ਦਫ਼ਤਰਾਂ ਵਾਲੇ ਬੰਦਿਆਂ ਨੂੰ ਇੰਨੇ ਕੁ ਅਧਿਕਾਰ ਹੋਣ ਕਿ ਭਾਈ ਜੇ ਤੁਹਾਨੂੰ ਲੱਗਦਾ ਕਿ ਆਹ ਬੰਦਾ ਲੋੜਵੰਦ ਹੈ ਤਾਂ ਉਹਨੂੰ ਕੰਬਲ ਆਪ ਵੰਡ ਸਕਣ। ਕੈਮਰੇ ਵਾਲੇ ਉਹਨਾਂ ਦੇ ਨਾਲ ਹੋਣ ਨਾ ਹੋਣ ਕੋਈ ਗੱਲ ਨਹੀਂ, ਇੱਦਾਂ ਕਿੱਦਾਂ ਨਾ ਹੋਣ, ਕਮਾਲ ਕਰਦੇ ਹੋ ਤੁਸੀਂ, ਦੱਸੋ। ਮਤਲਬ ਇਹ ਤਾਂ ਉਹ ਚੀਜ਼ ਹੋ ਗਈ ਜਿਹੜਾ ਟਰੈਂਡ ਤੁਸੀਂ ਕਹਿੰਦੇ ਵੱਖਰਾ ਕਰ ਦਿਓ। ਜੇ ਫੋਟੋਆਂ ਤੋਂ ਲੜਾਈ ਹੋ ਸਕਦੀ ਆ, ਫੋਟੋਆਂ ਤੋਂ ਬਾਅਦ ਆਪਾਂ ਪੁਲਾਂ ਦਾ ਉਦਘਾਟਨ ਲੇਟ ਹੋ ਸਕਦਾ ਕਿਉਂਕਿ ਟਾਈਮ ਹੈ ਨਹੀਂ ਉਦਘਾਟਨ ਦਾ, ਬਹੁਤ ਸਾਰਾ ਸਾਜੋ ਸਮਾਨ ਕਬਾੜ ਬਣ ਸਕਦਾ ਸਿਰਫ ਇਸ ਕਰਕੇ ਵੀ ਹਾਂਜੀ ਭਾਈ ਸਾਹਿਬ ਫਲਾਨੇ ਦੀ ਸਰਕਾਰ ਆ ਅਤੇ ਆਪਾਂ ਹੁਣ ਫੇਰ ਦੀ ਅਪਰੂਵਲ ਨਹੀਂ ਦੇਣੀ।
ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਜਾਂਦੀਆਂ ਸਿਰਫ ਇਸੇ ਕਰਕੇ ਇਹ ਤਾਂ ਯਾਰ ਫਲਾਣੇ ਨੇ ਸ਼ੁਰੂ ਕੀਤੀ ਅਤੇ ਤੁਸੀਂ ਕਹਿੰਦੇ ਵੀ ਹੁਣ ਕੰਬਲ ਅਫਸਰ ਹੀ ਬਣ ਜਾਣ, ਇੱਦਾਂ ਕਿੱਦਾਂ ਮਤਲਬ? ਮੈਂ ਗੱਲ ਤਾਂ ਤੁਹਾਡੀ ਠੀਕ ਆ ਸੰਧਾਲੀਆ ਸਾਹਿਬ, ਮੈਨੂੰ ਕਦੇ ਕਦੇ ਹੈਰਾਨੀ, ਚੰਨੀ ਸਾਹਿਬ ਬਹੁਤ ਵਧੀਆ ਕੰਮ ਕਰਦੇ, ਵਧੀਆ ਕਰੋ ਚੰਨੀ ਸਾਹਿਬ, ਤੁਸੀਂ ਮੁੱਖ ਮੰਤਰੀ ਹੋ, ਸਤਿਕਾਰਯੋਗ ਮਾਣਯੋਗ, ਪਰ ਮੈਂ ਹੈਰਾਨ ਹੁੰਨਾ ਬੜੇ ਪਿੰਡਾਂ ਦੇ ਵਿੱਚ ਛੱਪੜਾਂ ਦੇ ਕੰਢੇ ਥੋੜ੍ਹੀ ਜਿਹੀ ਜ਼ਮੀਨ ਖਾਲੀ ਪਈ ਹੋਵੇ, ਵੱਡਾਂ ਬੁੱਢਾਂ ਦੇ ਵਿੱਚ ਕ੍ਰਿਕਟ ਖੇਡਦੇ ਹੁੰਦੇ ਆ, ਫੁੱਟਬਾਲ ਖੇਡਦੇ ਹੁੰਦੇ ਆ, ਗੁੱਲੀ ਡੰਡਾ ਖੇਡਦੇ ਹੁੰਦੇ ਆ, ਕੈਮਰੇ ਵਾਲੇ ਇੰਨੀ ਛੇਤੀ ਕਦੇ ਉਹਨਾਂ ਦੇ ਕੋਲੇ ਨਹੀਂ ਗਏ। ਪਰ ਇੱਥੇ ਤਾਂ ਭਾਵੇਂ ਕੰਬਲ ਵੰਡਣੇ ਹੋਣ, ਭਾਵੇਂ ਲੰਗਰ ਵਰਤਾਉਣਾ ਹੋਵੇ, ਭਾਵੇਂ ਫੁੱਟਬਾਲ ਖੇਡਣਾ ਹੋਵੇ, ਭਾਵੇਂ ਕ੍ਰਿਕਟ ਖੇਡਣਾ ਹੋਵੇ, ਭਾਵੇਂ ਹਾਕੀ ਖੇਡਣੀ ਹੋਵੇ, ਭਾਵੇਂ ਸ਼ਗਨ ਦੇਣਾ ਹੋਵੇ ਕਿਸੇ ਨੂੰ, ਭਾਵੇਂ ਕੁਛ ਪੈਚ ਵਰਕ ਦੀ ਗੱਲ ਹੋਵੇ, ਜੋੜ ਲਾਉਣਾ ਹੋਵੇ ਕਿਤੇ, ਜਾਣੀ ਮੈਨੂੰ ਐ ਕਦੇ ਕਦੇ ਲੱਗਦਾ ਹੁੰਦਾ ਕਿ ਕਿਤੇ ਇਦਾਂ ਦਾ ਦਿਨ ਨਾ ਆ ਜਾਵੇ ਕਿ ਜਿੱਦਣ ਕੰਬਲ ਵੰਡਣ ਜਾਣਾ ਉਦੋਂ ਕੰਬਲ ਉੱਥੇ ਰਹਿਣ, ਕੈਮਰੇ ਵਾਲੇ ਨਾਲ ਇੱਕ ਗੱਲ ਲੱਗਦੀ ਆ। ਉੱਥੇ ਜਾ ਕੇ ਕੈਮਰੇ ਵਾਲੇ ਪੁੱਛਦੇ ਅੱਜ ਕਰਨਾ ਕੀ ਜੀ? ਯਾਰ ਕੈਮਰੇ ਵੰਡਦੇ ਯਾਰ ਅੱਜ ਹੈ ਤੇ ਕੁਝ ਨਹੀਂ ਹੈ। ਚਲੋ ਚਲੋ ਇਹ ਦੇਖੋ ਜੀ ਸਿਆਸਤ ਆ, ਆਪਾਂ ਇਹ ਨਹੀਂ ਕਹਿੰਦੇ ਕੱਲ੍ਹ ਚੰਨੀ ਸਾਹਿਬ ਨੂੰ ਕਰਨ ਨੂੰ ਦੋਸ਼ ਦੇਣਾ। ਆਪਾਂ ਜਦੋਂ ਹੁਣੇ ਜ਼ਿਕਰ ਕੀਤਾ ਵੀ ਇਹ ਇੱਕ ਟਰੈਂਡ ਆ, ਇਹ ਇੱਕ ਰੀਤ ਬਣ ਚੁੱਕੀ ਆ, ਸਿਆਸਤ ਦੀ ਰੀਤ ਹੈ, ਇਸ ਕਰਕੇ ਹਰੇਕ ਬੰਦਾ ਉਹ ਰੀਤ ਦੇ ਹਿਸਾਬ ਨਾਲ ਚੱਲੀ ਜਾਂਦਾ ਜੀ। ਅੱਛਾ, ਦੂਜੀ ਗੱਲ ਇਹ ਜਿੱਦਾਂ ਹੁਣੇ ਆਪਾਂ ਇਹ ਕੀਤੀ ਨਾ ਯੋਜਨਾਵਾਂ ਦੀ, ਵੀ ਯੋਜਨਾਵਾਂ ਜਿਹੜੀਆਂ ਨੇ ਮਹਾਰਾਜ ਉਹਨਾਂ ਨੂੰ ਰੋਕ ਦਿੱਤਾ ਜਾਂਦਾ, ਇਹ ਇਲਜ਼ਾਮ ਆਪਾਂ ਨਹੀਂ ਲਾਏ, ਇਹ ਇਲਜ਼ਾਮ ਅੰਮ੍ਰਿਤਸਰ 'ਚ ਲਾਏ ਆ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਿੱਧੂ ਸਾਹਿਬ ਦੇ ਜੀ। ਉਹ ਕਹਿੰਦੇ ਵੀ ਦੇਖੋ ਸਾਰਾ ਕੁਝ ਸਾਡੀ ਸਰਕਾਰ ਨੇ ਫਿੱਟ ਕਰ ਲਿਆ ਸੀ, ਜੋਸ਼ੀ ਸਾਹਿਬ ਖੁਦ ਸੀਗੇ ਉਦੋਂ, ਸਾਨੂੰ ਪਤਾ ਵੀ ਅਸੀਂ ਵਿਕਾਸ ਕਰਨਾ ਹੈ ਸ਼ਹਿਰ ਦਾ, ਸਾਰਾ ਕੁਝ ਰੋਕਤਾ ਕਹਿੰਦੇ ਜਦੋਂ ਇਹਨਾਂ ਦੀ ਸਰਕਾਰ ਆਈ। ਆਹ ਦੇਖ ਲਓ ਲੋਕਾਂ ਦਾ ਕਹਿੰਦੇ ਉੱਦਾਂ ਅਸੀਂ ਤੁਹਾਡਾ ਭਲਾ ਬੜਾ ਕਰਦੇ ਹਾਂ ਅਤੇ ਸਾਡੀਆਂ ਸਕੀਮਾਂ ਰੋਕਤੀਆਂ। ਨਵਜੋਤ ਸਿੰਘ ਸਿੱਧੂ ਦੇ ਉੱਤੇ ਸਿੱਧਾ ਦੋਸ਼ ਲਾਇਆ ਕਿ ਭਾਈ ਗੱਠਜੋੜ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਇਸ ਬੰਦੇ ਰੁਕਾਈਆਂ ਕਿਉਂਕਿ ਅਨਿਲ ਜੋਸ਼ੀ ਹੋਰਾਂ ਦੇ ਹਲਕੇ ਦੇ ਵਿੱਚ ਉਹ ਪ੍ਰਚਾਰ ਕਰਨ ਗਏ ਸੀ। ਚਲੋ ਠੀਕ ਹੈ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਦੋਸ਼ ਲਾਇਆ, ਇੱਦਾਂ ਹੋ ਸਕਦੀ ਆਪਾਂ ਮੰਨ ਲੈਂਦੇ ਹਾਂ। ਫਿਰ ਮੈਨੂੰ ਯਾਦ ਆਇਆ ਜੋਸ਼ੀ ਸਾਹਿਬ ਵੀ ਇੱਕ ਵਾਰੀ ਕਹਿੰਦੇ ਹੁੰਦੇ ਸੀ ਜਦੋਂ ਉਹਨਾਂ ਦੇ ਭਰਾ ਵਾਲਾ ਮਸਲਾ ਹੋਇਆ ਕਿ ਸਾਡੀ ਕੋਈ ਸੁਣਦਾ ਹੀ ਨਹੀਂ ਯਾਰ, ਉਦੋਂ ਸਰਕਾਰ ਗੱਠ ਜੁੜਦੀ ਸੀ। ਵੈਸੇ ਗੱਲ ਹੀ ਕਰਦੇ ਆ ਨਹੀਂ ਯਾਰ, ਉਹ ਪੁਰਾਣੀ ਗੱਲ ਕਾਹਨੂੰ ਕਰਦੇ, ਹੁਣ ਅਗਲੇ ਅਕਾਲੀ ਦਲ 'ਚ ਨੇ, ਓਕੇ, ਉਦੋਂ ਬੀਜੇਪੀ ਸੀ, ਉਦੋਂ ਬੀਜੇਪੀ। ਹਾਂ, ਇਹ ਫਰਕ ਹੈ ਨਾ। ਹਾਂ, ਸੋ ਅਕਾਲੀ ਦਲ 'ਚ ਹੋਣ ਕਰਕੇ ਹੁਣ ਦੁਬਾਰਾ ਦੇਖੋ ਪ੍ਰਧਾਨ ਜੀ ਵਾਰ-ਵਾਰ ਉਹਨਾਂ ਦੇ ਹਲਕੇ ਜਾਂਦੇ ਆ ਅਤੇ ਵਾਰ-ਵਾਰ ਉੱਥੇ ਜਾ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਨਾ ਉਹ ਥੋੜ੍ਹਾ ਜਿਹਾ ਧਿਆਨ ਮੰਗਦਾ। ਹੁਣ ਇੱਕ ਪਾਸੇ ਤੇ ਆਪਾਂ ਜੇ ਕਿੰਨੇ ਦਿਨ ਪਹਿਲਾਂ ਉਹ ਜ਼ਿਕਰ ਵੀ ਕੀਤਾ ਸੀ ਵੀ ਸਿੱਧੂ ਸਾਹਿਬ ਨੇ ਜਿਹੜਾ ਸੁਲਤਾਨਪੁਰ ਲੋਧੀ 'ਚ ਬਿਆਨ ਦਿੱਤਾ ਸੀ, ਉਹ ਪੈਂਟ ਗਿੱਲੀ ਵਾਲਾ, ਉੱਤੇ ਕੀ ਕੁਛ ਹੋਇਆ ਉੱਧਰ ਜਾਂਦੇ ਆ, ਅਤੇ ਉਹਦਾ ਹੁਣ ਅਕਾਲੀ ਦਲ ਨੇ ਵਿਰੋਧ ਕੀਤਾ ਵੀ ਇਹ ਗਲਤ ਗੱਲ ਹੈ ਭਾਈ ਸਾਹਿਬ, ਪੁਲਿਸ ਸਾਰਿਆਂ ਬਾਰੇ ਇੱਦਾਂ ਨਹੀਂ ਕਹਿਣਾ ਚਾਹੀਦਾ। ਹੁਣ ਉੱਥੇ ਬੋਲਦੇ ਆ ਸੁਖਬੀਰ ਬਾਦਲ ਸਾਹਿਬ ਮਤਲਬ ਚੀਮਾ ਸਾਹਿਬ ਇਸ ਚੀਜ਼ ਦਾ ਵਿਰੋਧ ਕਰ ਰਿਹਾ ਵੀ ਨਹੀਂ ਕਹਿਣਾ ਚਾਹੀਦਾ। ਉਦੋਂ ਹੀ ਪ੍ਰਧਾਨ ਜੀ ਨੇ ਅੰਮ੍ਰਿਤਸਰ ਵਿਖੇ ਇਹ ਪੁਲਿਸ ਵਾਲੇ ਕਹਿੰਦੇ ਜੇਬਾਂ 'ਚੋਂ ਕੱਢ ਲੈਂਦੇ ਸਾਰਾ ਕੁਝ, ਤੁਹਾਨੂੰ ਪਤਾ ਹੀ ਆ, ਕੋਈ ਬੰਦਾ ਲੰਘ ਜੇ ਲੱਗ ਆਉਂਦੀ ਤੁਹਾਨੂੰ ਪਤਾ ਹੀ ਆ, ਜਾਂ ਦੇਖੋ ਮੈਂ ਝੂਠ ਬੋਲਦਾ। ਫਿਰ ਕਿਉਂਕਿ ਇਹ ਪੁਲਿਸ ਵਾਲਿਆਂ ਦੀ ਉਦਾਹਰਨ ਉਹਨਾਂ ਨੇ ਤਾਂ ਦੇਣੀ ਸੀ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਉੱਪਰ ਕਰਨਾ ਸੀ ਅਟੈਕ, ਕਿਉਂਕਿ ਉਹ ਵੀ ਦੂਸਰੇ ਪਾਸਿਓਂ ਵਿਰੋਧੀ ਵਾਲੇ ਪਾਸਿਓਂ ਉਮੀਦਵਾਰ ਨੇ। ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਜੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਉੱਪਰ ਅਟੈਕ ਕਰਨਾ ਸੀ ਤੇ ਪਤਾ ਹੀ ਸੀਗਾ ਵੀ ਇੱਕ ਪੇਚਾ ਆਲਰੇਡੀ ਫਸਿਆ ਹੋਇਆ, ਤੇ ਫਿਰ ਇਹ ਪੁਲਿਸ ਵਾਲਿਆਂ ਦੇ ਜੇਬ 'ਚੋਂ ਕੱਢਣ ਵਾਲੀ ਉਦਾਹਰਨ ਦੇਣ ਦੀ ਕੀ ਲੋੜ ਸੀ? ਨਹੀਂ, ਥੋੜ੍ਹਾ ਜਿਹਾ ਬਚ ਕੇ ਚੱਲਣਾ ਚਾਹੀਦਾ ਸੀ ਕਿਉਂਕਿ ਇਹਦੇ ਨਾਲ ਅਕਾਲੀ ਦਲ ਨੇ ਇੱਕ ਮੁੱਦਾ ਆਪ ਹੀ ਖੁੰਡਾ ਕਰ ਲਿਆ। ਹਾਂ, ਮਤਲਬ ਹੋ ਸਕਦਾ ਚੀਮਾ ਸਾਹਿਬ ਨੇ ਨਾਲ ਹੀ ਫੋਨ ਕੀਤਾ, ਪ੍ਰਧਾਨ ਜੀ ਮੈਂ ਅਜੇ ਪ੍ਰੈਸ ਰਿਲੀਜ਼ ਕਰਕੇ ਹਟਿਆ ਯਾਰ, ਤੁਸੀਂ ਬਿਆਨ ਦੇ ਦਿੱਤਾ, ਕਮਾਲ ਮੇਰਾ ਤਾਂ ਅਜੇ ਪ੍ਰੈਸ ਨੋਟ ਪੱਤਰਕਾਰਾਂ ਨੇ ਮਰੋੜ ਕੇ ਜੇਬ 'ਚ ਵੀ ਨਹੀਂ ਪਾਇਆ ਯਾਰ, ਤੁਸੀਂ ਪਹਿਲਾਂ ਹੀ ਕੰਮ ਕਰ ਦਿੱਤਾ ਹੀ। ਤੁਸੀਂ ਇਹ ਦੇਖੋ ਕਿ ਪੁਲਿਸ ਵਾਲਿਆਂ ਦੇ ਬਾਬਤ ਪਹਿਲਾਂ ਵੀ ਇਸੇ ਮੱਝ ਦੀ ਧਰਤੀ ਤੋਂ ਇੱਕ ਕਾਂਗਰਸੀ MLA ਸਾਹਿਬ ਨੇ ਕਹਿ ਦਿੱਤਾ ਸੀ ਕਿ ਭਾਈ ਥਾਣੇ ਸਾਡੇ ਬੰਦਿਆਂ ਦੀ ਗੱਡੀ ਸਿੱਧੀ ਜਾਊ। ਹੁਣ ਸਿੱਧੀ ਜਾਊ, ਉਹਨਾਂ ਨੇ ਕਿਹੜਾ ਚਾਹ ਪੀਣ ਜਾਣਾ, ਕੰਮ ਕਰਾਉਣ ਜਾਣਾ, ਫਿਰ ਕੰਮ ਪੁੱਠਾ ਕਰਾਉਂਦੇ ਆ, ਸਿੱਧਾ ਕਰਾਉਂਦੇ ਆ, ਅਸੀਂ ਤਾਂ ਕਹਿ ਨਹੀਂ ਸਕਦੇ। ਇੱਦਾਂ ਹੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਵੀ ਰੌਲਾ ਪੈਂਦਾ ਸੀ ਕਿ ਭਾਈ ਕਈਆਂ ਦੀ ਕੁਰਸੀ ਬਰੋਬਰ ਰਹਿੰਦੀ ਆ ਥਾਣਿਆਂ ਦੇ ਵਿੱਚ ਤੇ ਜਿਹੜੀਆਂ ਚੌਂਕੀਆਂ ਨੇ ਉਧਰਲੇ ਪਾਸੇ। ਹੁਣ ਚੰਡੀਗੜ੍ਹ ਪੁਲਿਸ ਦੇ ਇੱਕ DSP ਜਿਨ੍ਹਾਂ ਨੇ ਪਿਛਲੇ ਦਿਨੀ ਵੀਡੀਓ ਬਣਾਈ ਸੀ ਤੇ ਕਿਹਾ ਸੀ ਕਿ ਸਿੱਧੂ ਸਾਹਿਬ ਆ ਪੈਂਟ ਗਿੱਲੀ ਕਰਨ ਵਾਲੀ ਗੱਲ ਨਾ ਆਖੋ, ਹੁਣ ਉਹਨੇ ਮਾਣਹਾਨੀ ਦਾ ਨੋਟਿਸ ਭੇਜਿਆ। ਉਹ ਕਹਿੰਦੇ ਸਿੱਧੂ ਸਾਹਿਬ ਤੁਹਾਨੂੰ ਆ ਬਿਆਨ ਵਾਪਸ ਲੈਣਾ ਚਾਹੀਦਾ ਕਿਉਂਕਿ ਤੁਹਾਡੀ ਰੱਖਿਆ ਇਹ ਕਰਦੇ ਆ, ਜੇ ਤੁਹਾਡੇ ਨਾਲ ਪੁਲਿਸ ਵਾਲੇ ਨਾ ਹੁਣ ਤੁਹਾਨੂੰ ਰਿਕਸ਼ੇ ਵਾਲਾ ਵੀ ਪਛਾਣੇ ਨਾ ਤਾਂ ਬੁਲਾਵੇ ਨਾ, ਇਹਨਾਂ ਦੇ ਕਰਕੇ ਤੁਹਾਡੀ ਮਾਨਤਾ ਹੈ, ਇਹ ਉਹਨੇ ਕਿਹਾ। ਹੁਣ ਉਹਨੇ ਕਿਹਾ ਕਿ ਮਾਫੀ ਮੰਗੋ ਇੰਨੇ ਦਿਨਾਂ ਦੇ ਵਿੱਚ, ਨਹੀਂ ਤਾਂ ਫਿਰ ਮੈਂ ਕ੍ਰਿਮੀਨਲ ਕੇਸ ਤੁਹਾਡੇ ਉੱਤੇ ਕਰਨਾ, ਕਿਉਂਕਿ ਜਿਹੜੀ ਕਪੂਰਥਲੇ ਵਾਲੀ ਜਾਂ ਸੁਲਤਾਨਪੁਰ ਲੋਧੀ ਵਾਲੀ ਸਟੇਜ ਦੇ ਉੱਤੇ ਤੁਸੀਂ ਆਹ ਗੱਲਾਂ ਆਖੀਆਂ ਸੀ, ਉਦੋਂ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਪੁਲਿਸ ਕਰਮਚਾਰੀ ਹੈ ਉਹ ਵੀ ਉੱਥੇ ਮੌਜੂਦ ਸੀ, ਉਹਨਾਂ ਨੂੰ ਕੀ ਮਹਿਸੂਸ ਹੋਇਆ ਹੋਵੇਗਾ। ਹੁਣ ਇਹ ਸਾਰੀਆਂ ਗੱਲਾਂ ਜਦੋਂ ਆ ਰਹੀਆਂ, ਰਵਨੀਤ ਸਿੰਘ ਬਿੱਟੂ ਉਹ ਤਾਂ ਸਿੱਧੂ ਸਾਹਿਬ ਦੀ ਆਪਦੀ ਪਾਰਟੀ ਦੇ, ਉਹ ਕਹਿੰਦੇ ਜੀ ਮੈਂ ਮਾਫੀ ਮੰਗਦਾ, ਦਿਨ ਰਾਤ ਸਾਡੀ ਸੇਵਾ ਕਰਦੇ ਆ, ਦਿਨ ਰਾਤ ਸਾਡੀ ਸੁਰੱਖਿਆ 'ਚ ਪੁਲਿਸ ਵਾਲੇ ਲੱਗੇ ਆ, ਨਾ ਨਹੀਂ ਲਿਆ ਕਿ ਪਰ ਕਹਿੰਦੇ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਮੈਂ ਮਾਫੀ ਮੰਗਦਾ ਜੇ ਤੁਹਾਡੀਆਂ ਭਾਵਨਾਵਾਂ ਨੂੰ ਕੋਈ ਠੇਸ ਪੁੱਜੀ ਹੈ। ਨਹੀਂ, ਇਹ ਤਾਂ ਵੈਸੇ ਹੁਣ ਬਾਕੀ ਸਾਰੇ ਬੰਦੇ ਲੇਟ ਹੋ ਗਏ। ਸਭ ਤੋਂ ਪਹਿਲਾਂ ਪੱਤਾ ਤੇ ਭਗਵੰਤ ਮਾਨ ਸਾਹਿਬ ਨੇ ਖੇਡਿਆ ਸੀ, ਅਗਲੇ ਦਿਨ ਹੀ ਰੈਲੀ 'ਚ ਗੱਲ ਚੱਕ ਲਈ ਹੋਈ, ਮਾਝੇ ਵਾਲੇ ਪਾਸੇ ਸੀਗੀ, ਜਦੋਂ ਉਹਨਾਂ ਨੇ ਡਿਟੇਲ 'ਚ ਸਮਝਾਇਆ ਸੀ ਵੀ ਸਾਈਕਲ ਭੱਤਾ ਇੰਨਾ ਮਿਲਦਾ ਹੈ, ਵਰਦੀ ਭੱਤਾ ਇੰਨਾ ਮਿਲਦਾ ਹੈ, ਇੰਨੀ ਤਨਖਾਹ ਮਿਲਦੀ ਹੈ, ਇੰਨਾ ਚਿਰ ਡਿਊਟੀ ਹੁੰਦੀ ਹੈ, ਅਤੇ ਇਹਨਾਂ ਨੂੰ ਇੱਦਾਂ ਕਹਿਤਾ
ਸੀ। ਅਸੀਂ ਤੁਹਾਡੇ ਨਾਲ, ਮੈਂ ਕਿਹਾ ਵੇਖ ਵੀ ਲੀਡਰ ਨੇ, ਨਾਲ ਦੀ ਨਾਲ ਹੀ ਬੋਝ ਲੈਂਦੇ ਕੰਮ ਉਹ। ਨਹੀਂ, ਪੂਰਾ ਐਨ ਤਿਆਰੀ ਪੂਰੀ ਹੁੰਦੀ ਹੈ। ਤੇ ਸੰਧਾਲੀਆ ਸਾਹਿਬ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇਹਦੇ ਬਾਬਤ ਬਿਆਨ ਕੀ ਆਉਂਦਾ? ਅੱਗੋਂ ਇਸ ਮੁੱਦੇ ਦੇ ਉੱਤੇ ਚੁੱਪ ਕਰਦੇ ਆ ਜਾਂ ਬੋਲਦੇ ਆ, ਉਹ ਹੁਣ ਸਿੱਧੂ ਸਾਹਿਬ ਨੂੰ ਪਤਾ ਹੋਏਗਾ। ਪਰ ਆਪਾਂ ਹੁਣ ਸਿੱਧੇ ਚੰਡੀਗੜ੍ਹ ਚੱਲੀਏ, ਬਾਕੀ ਖਬਰਾਂ ਫੇਰ ਕਰਦੇ ਆ। ਚੰਡੀਗੜ੍ਹ ਕੱਤ ਜਾਣਾ, ਰੋਡਵੇਜ਼ ਦੀ ਬੱਸ ਤੇ ਜਾਣਾ, PRTC ਦੀ ਵੜਨ ਦਿੰਦੇ ਆ ਬਈ? ਨਹੀਂ, ਚੰਡੀਗੜ੍ਹ ਤੇ ਜਾਣਾ। ਚੰਡੀਗੜ੍ਹ ਜਾਂਦੇ, ਦਿੱਲੀ ਦੀ ਪ੍ਰੋਬਲਮ ਹੈ, ਉੱਧਰ ਦੀ ਨਹੀਂ ਕੋਈ ਗੱਲ ਹੈਗੀ। ਦੇਖੋ ਗੱਲ ਇਹ ਆ ਵੀ ਚੰਡੀਗੜ੍ਹ ਉਹ ਹੋ ਗਿਆ, ਜਦੋਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਨਾ ਵੀ ਜਿਹਦੀ ਆਸ ਉਮੀਦ ਨਹੀਂ ਸੀ। ਮੇਰਾ ਖਿਆਲ ਹੈ ਜੇ ਆਪਾਂ ਵੀ ਰਾਤੀ ਗੱਲ ਕਰਦੇ ਸੀ ਵੀ ਯਾਰ ਚੱਲ ਇੰਨੀਆਂ ਨਹੀਂ ਚੱਲ ਇੰਨੀਆਂ, ਪਰ ਇਹ ਤਾਂ ਹੁਣ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੀ ਉਹਨਾਂ ਨੇ ਸੋਚਿਆ ਹੋਊਗਾ ਵੀ ਨਹੀਂ ਪਈ, ਸਾਡੇ ਹਿਸਾਬ ਨਾਲ ਸਾਡੇ ਇਸ ਵਾਰਡ ਦੀ ਜ਼ਿੰਮੇਵਾਰੀ ਜਾਂ ਕਹਿ ਲਓ ਸੇਵਾ ਫਲਾਨਾ ਬੰਦਾ ਕਰ ਸਕਦਾ। ਅਤੇ ਉਹਨਾਂ ਨੇ ਦੇਖਿਆ ਹੋਊਗਾ ਵੀ ਆਮ ਆਦਮੀ ਪਾਰਟੀ, ਜਿੱਦਾਂ ਜੋ ਆਮ ਆਦਮੀ ਪਾਰਟੀ ਵਾਲੇ ਦਾਅਵਾ ਕਰਦੇ ਆ ਵੀ ਇਹਨਾਂ ਦਾ ਮਾਡਲ ਜਿਹੜਾ ਜਾਂ ਸਾਡੇ ਵਾਲਾ ਮਾਡਲ ਚੰਡੀਗੜ੍ਹੀਆਂ ਨੂੰ ਭਾ ਗਿਆ। ਐਂਡ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਦੇਖੋ ਕਿੱਦਾਂ ਦੋਹਾਂ ਹੱਥਾਂ ਨਾਲ ਮਤਲਬ ਖੋਲ੍ਹ ਕੇ ਵੈਲਕਮ ਕੀਤਾ, ਅਤੇ 14 ਸੀਟਾਂ ਪਹਿਲੀ ਵਾਰ ਇਲੈਕਸ਼ਨ ਲੜੀ, ਅਤੇ ਪਹਿਲੀ ਵਾਰ 'ਚ 14 ਸੀਟਾਂ, ਯਾਨੀ ਕਿ ਸਭ ਤੋਂ ਵੱਧ ਸੀਟਾਂ ਜਿਤਾਈਆਂ। ਸੰਧਾਲੀਆ ਸਾਹਿਬ, ਚੰਡੀਗੜ੍ਹ ਦੀ ਨਿਗਮ ਦੇ ਚੋਣਾਂ ਦੇ ਨਤੀਜੇ, ਕਿਉਂਕਿ 5 ਸਾਲਾਂ ਦੇ ਲਈ ਨਿਗਮ ਚੁਣੀ ਜਾਂਦੀ ਆ ਅਤੇ ਉਹ ਬਹੁਤ ਤਾਕਤਵਰ ਹੁੰਦੀ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਜੇ ਸਭ ਤੋਂ ਵੱਧ ਕੰਮ ਕਿਸੇ ਨਾਲ ਪੈਂਦੇ ਆ ਤੇ ਨਗਰ ਨਿਗਮ ਦੇ ਕੌਂਸਲਰਾਂ ਦੇ ਨਾਲ, ਮੇਅਰ ਦੇ ਨਾਲ, ਸੀਨੀਅਰ ਡਿਪਟੀ ਮੇਅਰ ਦੇ ਨਾਲ, ਡਿਪਟੀ ਮੇਅਰ ਨਾਲ ਪੈਂਦੇ ਆ। MLA ਤਾਂ ਉੱਥੇ ਕੋਈ ਹੈ ਨਹੀਂ, ਜਾਂ ਬੀਬੀ ਜੀ ਕਿਰਨ ਖੇਰ ਹੋਰੀ MP ਨੇ ਭਾਜਪਾ ਵੱਲੋਂ। ਸੋ ਇਹ ਤਾਕਤਵਰ ਬਾਡੀ ਹੈ। ਚੰਡੀਗੜ੍ਹ ਸੋਹਣਾ ਬਣਨਾ ਹੈ, ਚੰਡੀਗੜ੍ਹ ਦੀ ਸੁਹੱਪਣ ਕਰੂਪਤਾ ਦੇ ਵਿੱਚ ਤਬਦੀਲ ਹੋਣੀ ਹੈ, ਲੋਕਾਂ ਦੀ ਖੱਜਲ ਖਰਾਬੀ ਹੋਣੀ ਹੈ, ਜਾਂ ਲੋਕ ਚੰਗੀਆਂ ਸਹੂਲਤਾਂ ਮੰਨਣਗੇ, ਇਹ ਨਗਰ ਨਿਗਮ ਦੇ ਉੱਤੇ ਡਿਪੈਂਡ ਕਰਦਾ। ਜਾਣੀ ਚੰਡੀਗੜ੍ਹ ਦੀ ਵਿਧਾਨ ਸਭਾ ਹੀ ਹੈ ਜੀ। ਪਹਿਲਾਂ 26 ਸੀਟਾਂ ਸੀ ਉੱਥੇ, ਐਤਕੀ ਕੁਝ ਪਿੰਡ ਵਿੱਚ ਪਾਏ, ਕੁਝ ਆਬਾਦੀ ਵਧੀ ਤਾਂ ਸੀਟਾਂ ਦੀ ਗਿਣਤੀ 26 ਤੋਂ ਵਧਾ ਕੇ 35 ਕਰਤੀ। ਪਿਛਲੀ ਵਾਰ 26 ਦੇ ਵਿੱਚੋਂ 20 ਸੀਟਾਂ ਭਾਜਪਾ ਨੇ ਜਿੱਤੀਆਂ ਸੀ 5 ਸਾਲ ਪਹਿਲਾਂ। 4 ਸੀਟਾਂ ਕਾਂਗਰਸ ਨੂੰ ਆਈਆਂ ਸੀ, 1 ਅਕਾਲੀ ਦਲ ਨੂੰ ਆਈ ਸੀ ਤਾਂ 1 ਹੋਰਾਂ ਨੂੰ ਆਈ ਸੀ। ਹੋਰਾਂ ਵਾਲਾ ਇੱਕ ਬੰਦਾ ਜਾ ਕੇ ਭਾਜਪਾ ਨਾਲ ਰਲ ਗਿਆ ਸੀ। 26 ਦੇ ਵਿੱਚੋਂ 21 ਉਹਨਾਂ ਦੀਆਂ ਹੋ ਗਈਆਂ, ਬਾਕੀ 1 ਅਕਾਲੀਆਂ ਦੀ ਤੇ 4 ਕਾਂਗਰਸੀਆਂ ਦੀ, 5 ਬਚੇ। ਅਗਲਿਆਂ ਨੇ 5 ਸਾਲ ਚੰਡੀਗੜ੍ਹ ਦੇ ਉੱਤੇ ਰਾਜ ਕੀਤਾ। ਇਹ ਗੱਲ ਮੈਂ ਤਾਂ ਦੱਸੀ ਹੈ ਕਿ ਸਿਚੁਏਸ਼ਨ ਕੀ ਸੀ। ਐਤਕੀ ਸੀਟਾਂ 26 ਤੋਂ ਵੱਧ ਕੇ 35 ਹੋ ਗਈਆਂ, ਤੇ ਜਦੋਂ ਸੀਟਾਂ 35 ਹੋਈਆਂ ਤੇ ਫਿਰ ਬੜਾ ਗਹਿ-ਗੱਚ ਮੁਕਾਬਲਾ ਹੋਇਆ। ਪੰਜਾਬ ਦੇ ਵਿੱਚ ਬੜੇ ਸਰਵੇਖਣ ਆ ਰਹੇ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ, ਇਸ ਪਾਰਟੀ ਨੂੰ ਬਹੁਮਤ, ਬਹੁਮਤ ਦੇ ਨੇੜੇ, ਇਸ ਬੰਦੇ ਨੂੰ ਇੰਨੇ ਲੋਕ ਕਰਦੇ ਨੇ ਪਸੰਦ, ਬੜਾ ਕੁਝ ਚੱਲਦਾ ਹੈ। ਚੰਡੀਗੜ੍ਹ ਦੇ ਬਾਬਤ ਬਹੁਤ ਸਾਰੇ ਸਰਵੇਖਣ ਆਏ, ਬਹੁਤੇ ਲੋਕਾਂ ਨੇ ਧਿਆਨ ਨਹੀਂ ਦਿੱਤਾ। ਇੱਕ ਵੀ ਸਰਵੇਖਣ, ਜਿੰਨੇ ਵੀ ਸਥਾਨਕ ਪੱਧਰ ਦੇ ਉੱਤੇ ਸਰਵੇਖਣ ਆ ਰਹੇ ਸੀ, ਇੱਕ ਵੀ ਸਰਵੇਖਣ ਇਹ ਨਹੀਂ ਸੀ ਕਹਿੰਦਾ ਕਿ ਆਮ ਆਦਮੀ ਪਾਰਟੀ 5 ਸੀਟਾਂ ਤੋਂ ਟੱਪ ਜਾਊ। ਇੱਕ ਵੀ ਸਰਵੇਖਣ, ਗੱਠਜੋੜ ਕਿਸੇ ਨਾਲ ਨਹੀਂ ਸੀ। ਆਪਣੇ ਪੱਧਰ ਦੇ ਉੱਤੇ ਕੰਮ ਕੀਤਾ। ਇੱਕੋ ਹੀ ਵੱਡੀ ਰੈਲੀ ਅਰਵਿੰਦ ਕੇਜਰੀਵਾਲ ਨੇ ਕੀਤੀ। ਹੁਣ ਜਿਹੜਿਆਂ ਨੂੰ ਕਹਿੰਦੇ ਸੀ ਕਿ ਤੁਸੀਂ 5 ਤੋਂ ਨਹੀਂ ਵਧਣਾ, 2 ਭਾਵੇਂ ਰਹਿ ਜਾਣ, ਉਹ 35 ਦੇ ਵਿੱਚੋਂ 14 ਵਾਰਡਾਂ ਦੇ ਵਿੱਚ ਜਿੱਤ ਗਏ। ਜਿਹੜੀ ਭਾਰਤੀ ਜਨਤਾ ਪਾਰਟੀ 26 ਦੇ ਵਿੱਚੋਂ ਵੀ 21 ਜਿੱਤ ਗਈ ਸੀ, ਉਹ 35 ਦੇ ਵਿੱਚੋਂ 12 ਤੇ ਰਹਿ ਗਈ। ਜਿਹੜੀ ਕਾਂਗਰਸ ਪਾਰਟੀ ਨੂੰ ਆਸ ਬੜੀ ਸੀ ਕਿ ਜੇ ਐਤਕੀ ਭਾਜਪਾ ਦੀਆਂ ਵੋਟਾਂ ਘਟੀਆਂ ਤਾਂ ਉਹ ਸਾਡੀ ਬੋਰੀ 'ਚ ਪੈਣੀਆਂ, ਉਹ 4 ਤੋਂ ਵੱਧ ਕੇ ਮਸਾਂ 8 ਤੱਕ ਗਈ ਤੇ ਉਹਨਾਂ ਨੂੰ 18 ਤੋਂ ਉੱਪਰ ਦੀ ਆਸ ਸੀ। ਹੁਣ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਜੇ ਕੋਈ ਬੰਦਾ ਇਹ ਸੋਚੇ, ਦੇਖੋ ਆਮ ਆਦਮੀ ਪਾਰਟੀ ਦੇ ਲਈ ਇਹ ਬਹੁਤ ਵੱਡਾ ਹੁਲਾਰਾ ਹੈ। ਸਰਵੇਖਣ ਗਲਤ ਸਾਬਿਤ ਹੋਏ ਨੇ, ਪੰਜਾਬ 'ਚ ਵੀ ਹੋ ਸਕਦੇ ਆ, ਉਹ ਕਿਸੇ ਹੋਰ ਸੂਬੇ 'ਚ ਵੀ ਹੋ ਸਕਦੇ ਆ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਅਸਲ ਦੇ ਵਿੱਚ ਜੇ ਕੋਈ ਕਹੇ ਕਿ ਕਾਂਗਰਸ ਦਾ ਪੱਤਾ ਸਾਫ਼ ਹੋ ਗਿਆ, ਭਾਜਪਾ ਹੁੰਜੀ ਗਈ, ਜਾਂ ਆਮ ਆਦਮੀ ਪਾਰਟੀ ਬਹੁਤ ਉੱਪਰ ਚਲੇਗੀ, ਇੱਦਾਂ ਨਹੀਂ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਪ੍ਰਦਰਸ਼ਨ ਕੀਤਾ, ਬਹੁਤ ਵਧੀਆ, ਉਹਨਾਂ ਨੂੰ ਪੰਜਾਬ ਦੇ ਵਿੱਚ ਫਾਇਦਾ ਵੀ ਮਿਲੂਗਾ ਸ਼ਹਿਰੀ ਖੇਤਰਾਂ 'ਚ। ਪਰ ਜਿਹੜਾ ਇੱਕ ਆਪਾਂ ਗੰਭੀਰਤਾ ਦੇ ਨਾਲ ਦੇਖੀਏ, ਉੱਥੇ ਆਮ ਆਦਮੀ ਪਾਰਟੀ 27% ਵੋਟਾਂ ਲੈ ਕੇ ਗਈ ਹੈ, 28.3% ਭਾਜਪਾ ਦੀਆਂ ਨੇ, 28.7% ਦੇ ਕਰੀਬ ਜਿਹੜੀਆਂ ਉਹ ਕਾਂਗਰਸ ਦੀਆਂ ਨੇ। ਜਾਣੀ ਕਾਂਗਰਸ ਸਭ ਤੋਂ ਵੱਧ ਵੋਟਾਂ ਲੈ ਕੇ ਵੀ 8 ਸੀਟਾਂ ਤੇ ਰਹਿ ਗਈ, ਭਾਜਪਾ ਆਮ ਆਦਮੀ ਪਾਰਟੀ ਤੋਂ ਵੱਧ ਵੋਟਾਂ ਲੈ ਕੇ ਵੀ ਸੀਟਾਂ 2 ਘਟ ਗਈ, ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹਨਾਂ ਦੋਨਾਂ ਤੋਂ ਵੋਟਾਂ ਘੱਟ ਲੈ ਕੇ ਵੀ ਸੀਟਾਂ ਵੱਧ ਜਿੱਤ ਗਈ। ਪਰ ਇੱਥੇ ਇੱਕ ਹੋਰ ਰੌਚਕ ਗੱਲ ਜਿਹੜੀ ਦੇਖਣ ਵਾਲੀ ਹੈ ਕਿ ਲੋਕ ਅੱਜ ਕੱਲ੍ਹ ਬੜੀ ਛੇਤੀ ਆਪਣਾ ਮਾਈਂਡ ਚੇਂਜ ਕਰ ਲੈਂਦੇ ਆ। ਸੰਧਾਲੀਆ ਸਾਹਿਬ, ਠੀਕ 2.5 ਸਾਲ ਪਿੱਛੇ ਚਲੇ ਜਾਓ, ਜਾਣੀ ਆਮ ਆਦਮੀ ਪਾਰਟੀ ਦੀ ਇਹ ਪ੍ਰਾਪਤੀ ਕਿੰਨੀ ਵੱਡੀ ਹੈ। 2.5 ਸਾਲ ਪਹਿਲਾਂ ਜਦੋਂ ਲੋਕ ਸਭਾ ਦੀ ਚੋਣ ਹੋਈ, ਚੰਡੀਗੜ੍ਹ 'ਚ ਇੱਕੋ ਹੀ ਸੀਟ ਹੈ। ਭਾਰਤੀ ਜਨਤਾ ਪਾਰਟੀ ਨੇ ਬੀਬੀ ਕਿਰਨ ਖੇਰ ਨੂੰ ਟਿਕਟ ਦਿੱਤੀ, ਕਾਂਗਰਸ ਪਾਰਟੀ ਨੇ ਪਵਨ ਕੁਮਾਰ ਬੰਸਲ ਸਾਬਕਾ ਜਿਹੜੇ ਰੇਲਵੇ ਮਿਨਿਸਟਰ ਨੇ ਉਹਨਾਂ ਨੂੰ ਟਿਕਟ ਦਿੱਤੀ, ਤੇ ਇਧਰਲੇ ਪਾਸਿਓਂ ਜਗਮੋਹਨ ਜੀ ਜਿਹੜੇ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ
ਧਵਨ ਸਾਹ, ਹਰਮੋਹਨ ਧਵਨ ਹੋਰਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ। 2,30,000 ਦੇ ਕਰੀਬ ਵੋਟਾਂ ਭਾਜਪਾ ਨੂੰ ਪਈਆਂ, ਜਿਹੜੀਆਂ ਕਿ ਕੁੱਲ ਪੋਲ ਹੋਈਆਂ ਵੋਟਾਂ ਦਾ 50%। ਤਕਰੀਬਨ 1,80,000 ਵੋਟਾਂ ਜਿਹੜੀਆਂ ਨੇ ਉਹ ਬੰਸਲ ਸਾਹਿਬ ਨੂੰ ਪਈਆਂ, ਕੁੱਲ ਪੋਲ ਹੋਈਆਂ ਵੋਟਾਂ ਦਾ 40%। ਤੇ ਹਰਮੋਹਨ ਧਵਨ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ, ਉਹਨਾਂ ਨੂੰ ਵੋਟਾਂ ਪਤਾ ਕਿੰਨੀਆਂ ਪਈਆਂ ਸੀ? 3.5%। ਯਾਨੀ 2.5 ਸਾਲਾਂ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ 50% ਤੋਂ ਘਟ ਕੇ 29 ਤੇ ਆ ਗਿਆ, 28 ਤੇ ਆ ਗਿਆ। ਕਾਂਗਰਸ ਪਾਰਟੀ ਦਾ 40 ਤੋਂ ਘਟ ਕੇ 28 ਤੇ ਆ ਗਿਆ। ਆਮ ਆਦਮੀ ਪਾਰਟੀ ਦਾ ਵੋਟ ਬੈਂਕ 3.5% ਤੋਂ ਵੱਧ ਕੇ 27% ਤੇ ਚਲ ਗਿਆ। ਯਾਨੀ ਕਿ ਜਿਹੜੀ ਕਾਂਗਰਸ ਪਾਰਟੀ ਨੂੰ ਲੱਗਦਾ ਸੀ ਕਿ ਭਾਜਪਾ ਕਿਉਂਕਿ ਸੱਤਾਧਾਰੀ ਹੈ, ਉਹਦੀਆਂ ਜੇ ਵੋਟਾਂ ਘਟੀਆਂ ਤਾਂ ਸਾਡੀ ਝੋਲੀ ਪੈਣੀਆਂ, ਇੱਕ ਵੀ ਵੋਟ ਉਧਰ ਨਹੀਂ ਗਈ। ਭਾਜਪਾ ਤੋਂ ਸ਼ਿਫਟ ਹੋ ਕੇ ਵੋਟ ਬੈਂਕ ਸਿੱਧਾ ਕਿੱਧਰ ਗਿਆ? ਆਮ ਆਦਮੀ ਪਾਰਟੀ ਵਾਲੇ ਪਾਸੇ। ਤੇ ਇਸ ਗੱਲ ਦਾ ਖਤਰਾ ਕਾਂਗਰਸ ਪਾਰਟੀ ਨੂੰ ਪੰਜਾਬ 'ਚ ਵੀ ਹੋ ਸਕਦਾ। ਯਾਨੀ ਜਿੱਡੀ ਮੱਲ ਆਮ ਆਦਮੀ ਪਾਰਟੀ ਨੇ ਉੱਥੇ ਮਾਰ ਲਈ ਹੈ, ਮੇਅਰ ਉਹਨਾਂ ਦਾ ਬਣਦਾ ਨਹੀਂ ਬਣਦਾ ਕੀ ਹੁੰਦਾ ਉਹ ਬਾਅਦ ਦੀ ਗੱਲ ਹੈ। ਇਹਦਾ ਡੈਫੀਨੇਟਲੀ ਲਾਹਾ ਪੰਜਾਬ 'ਚ ਮਿਲੂਗਾ, ਪਰ ਸ਼ਹਿਰੀ ਖੇਤਰਾਂ 'ਚ ਨਹੀਂ, ਬਿਲਕੁਲ ਮਿਲੂਗਾ। ਇੱਥੇ ਜਿਹੜੀ ਗੱਲ ਆਪਾਂ ਵਿਚਾਰਦੇ ਸੀ, ਆਪਾਂ ਉਸ ਤੋਂ ਥੋੜੇ ਜਿਹੇ ਪਹਿਲੇ ਐਂਗਲਾਂ ਦੇ ਹਿਸਾਬ ਨਾਲ ਵੀ ਗੱਲ ਕਰ ਲੈਂਦੇ, ਕਿਉਂਕਿ ਜਿਹੜੇ ਉਹ ਸਰਵੇ ਆਉਂਦੇ ਸੀ ਉਹ ਲਗਭਗ ਉਹਦੇ ਹਿਸਾਬ ਨਾਲ ਆਉਂਦੇ ਸੀ, ਕਿਉਂਕਿ ਜਦੋਂ ਆਪਾਂ ਰਾਜਨੀਤੀ ਨੂੰ ਜਮਾ ਘਟਾਓ ਤੇ ਉਦਾਂ ਹੀ ਕਰਨੀ ਹੁੰਦੀ ਆ। ਪਰ ਹੁਣ ਇਹ ਜਿਹੜੀ ਵੱਖਰੀ ਚੀਜ਼ ਹੋਈ, ਇਹ ਤਾਂ ਚਲੋ ਜੱਗੋਂ 13ਵੀਂ ਗੱਲ ਹੋ ਗਈ। ਹੁਣ ਗੱਲ ਇਹ ਹੈ ਵੀ ਜਦੋਂ ਆਪਾਂ ਯੂਟੀ ਦੀ ਗੱਲ ਕਰਦੇ ਹਾਂ, ਯੂਨੀਅਨ ਟੈਰੀਟਰੀ ਚੰਡੀਗੜ੍ਹ ਆ, ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਕ ਉੱਥੋਂ ਦੇ ਉਹੀ ਨੇ ਜਿਹੜੇ ਰਾਜਪਾਲ ਨੇ ਪੰਜਾਬ ਦੇ, ਤੇ ਗ੍ਰਾਂਟ ਕਿੱਥੋਂ ਆਉਣੀ ਹੈ? ਕੇਂਦਰ ਵਾਲੇ ਪਾਸਿਓਂ। ਇਹ ਤਾਂ ਮਤਲਬ ਤੀਸਰਾ ਤਾਂ ਬੰਦਾ ਹੀ ਹੈ ਨਹੀਂ ਕੋਈ ਵਿੱਚ ਉਹਦੇ। ਹੁਣ ਜੇ ਆਪਾਂ ਪੜ੍ਹੇ ਲਿਖੇ ਤਬਕੇ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਇਹ ਅੰਦਾਜ਼ਾ ਲਾਇਆ ਜਾਂਦਾ ਵੀ ਮੋਸਟਲੀ ਲੋਕ ਇਹ ਸੋਚਦੇ ਆ ਵੀ ਯਾਰ ਕੇਂਦਰ 'ਚ ਸਰਕਾਰ ਬਣਨੀ ਆ ਤੇ ਸਾਰੇ ਦੇ ਸਾਰੇ ਐਮਪੀ ਬੀਜੇਪੀ ਦੇ ਚੁਕਾ ਦੇ। ਉਸ ਤੋਂ ਬਾਅਦ ਥੱਲੇ ਵਾਲੀਆਂ ਨਿਗਮ ਚੋਣਾਂ ਹੋਣੀਆਂ, ਤੁਹਾਨੂੰ ਲੱਗਦਾ ਵੀ ਨਹੀਂ ਯਾਰ ਇੱਥੋਂ ਆਪਾਂ ਬੀਜੇਪੀ ਨਾਲ ਪਾਉਣੇ ਵੋਟਾਂ। ਪਰ ਅਚਾਨਕ ਉਹਦੇ ਵਿਚਲਾ ਜਿਹੜਾ ਇੱਕ ਉਹ ਸੈਂਡਵਿਚ ਵਾਲਾ ਬ੍ਰੈਡ ਆ, ਉਹਦੇ ਵਿੱਚ ਆਮ ਆਦਮੀ ਪਾਰਟੀ ਫਿੱਟ ਹੋ ਗਈ। ਉਹ ਇੱਕ ਕੈਲਕੂਲੇਸ਼ਨ ਸਮਝ ਆਉਂਦੀ ਵੀ ਕੁਝ ਤਾਕਤਾਂ ਉਹ ਸਰਕਾਰ ਕੋਲੇ ਹੈਗੀਆਂ, ਲੋਕਾਂ ਨੇ ਪਾਤੀਆਂ ਹੋਣੀਆਂ ਵੋਟਾਂ, ਪਰ ਚੰਡੀਗੜ੍ਹ ਦੇ ਵਿੱਚ ਤੇ ਉਹ ਬ੍ਰੈਡ ਹੈ ਹੀ ਨਹੀਂ ਵਿਚਲੀ। ਜਾਂ ਉੱਪਰ ਆ ਯੂਟੀ ਵਾਲਾ ਕੰਮ ਤੇ ਜਾਂ ਫਿਰ ਉਸ ਤੋਂ ਬਾਅਦ ਨਿਗਮ ਆ। ਉੱਥੇ ਇਹ ਅੰਦਾਜ਼ਾ ਸੀ ਵੀ ਯਾਰ ਜਦੋਂ ਸਾਰਾ ਕੁਝ ਨੂੰ ਅੰਦਾਜ਼ਾ ਤੇ ਲੋਕਾਂ ਨੂੰ ਇਹੀ ਲੱਗਦਾ ਵੀ 24 ਤੱਕ ਕੇਂਦਰ ਵਾਲੀ ਸਰਕਾਰ ਰਹਿਣੀ ਆ, ਯਾਰ ਗਰਾਂਟਾਂ ਗਰੂੰਟਾਂ ਆਉਂਦੀਆਂ ਰਹਿਣੀਆਂ, ਬੰਦੇ ਉਹਦੇ ਹੋਣਗੇ, ਕੰਮ ਸਿੱਧਾ ਚੱਲਦਾ ਰਹੂਗਾ। ਕਿਉਂਕਿ ਹੁਣ ਤੱਕ ਇਸੇ ਤਰ੍ਹਾਂ ਚੱਲਦਾ ਰਹਿਣਾ, ਕਦੀ ਬੀਜੇਪੀ ਕਦੀ ਕਾਂਗਰਸ, ਬੀਜੇਪੀ ਕਾਂਗਰਸ। ਹੁਣ ਅਚਾਨਕ ਤੋਂ ਉਹਨਾਂ ਲੋਕਾਂ ਨੇ ਕੀ ਸੋਚਿਆ ਹੋਊਗਾ ਵੀ ਯਾਰ ਨਾ ਉੱਪਰ ਸਰਕਾਰ ਆ, ਨਾ ਇੱਧਰ ਕਿਤੇ ਲਾਗੇ ਬੰਨੇ ਕੋਈ ਸਰਕਾਰ ਆ, ਤੇ ਉਹ ਪਾਰਟੀ ਜਿਹੜੀ ਇਸ ਤੋਂ ਪਹਿਲਾਂ ਕਿਤੇ ਐਗਜ਼ਿਸਟ ਵੀ ਨਹੀਂ ਕਰਦੀ, ਤੁਸੀਂ ਦੱਸ ਕੇ ਡੇ ਵੀ 2.5 ਸਾਲ ਪਹਿਲਾਂ 3% ਵੋਟਾਂ ਵਾਲੀ, ਉਹਦੇ ਵਿੱਚ ਵਿਸ਼ਵਾਸ ਜਤਾਉਣ ਦਾ ਕਾਰਨ ਕੀ? ਉਸ ਪਾਰਟੀ 'ਚ ਵਿਸ਼ਵਾਸ ਹੈ ਜਾਂ ਜਿਹੜੀਆਂ ਰਾਜ ਕਰਦੀਆਂ ਧਿਰਾਂ ਉਹਨਾਂ ਦੇ ਨਾਲ ਨਾਰਾਜ਼ਗੀ ਦੀ ਵੋਟ ਪਈ ਹੈ? ਬਸ ਇਹੀ ਦੋਨੋਂ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਅਸੀਂ ਸਾਰੇ ਜਿੱਤਿਆਂ ਨੂੰ ਵਧਾਈ ਦਿੰਦੇ ਆ ਤੇ ਸਾਡੀਆਂ ਭਵਿੱਖ ਲਈ ਸ਼ੁਭ ਸ਼ਾਵਾਂ ਹਾਰਿਆਂ ਦੇ ਨਾਲ ਵੀ ਆ। ਤੁਸੀਂ ਸਾਰੇ ਹੀ ਰਲ ਕੇ ਚੰਡੀਗੜ੍ਹ ਲਈ ਕੰਮ ਕਰੋ, ਮੀਨ ਮੇਖ ਨਾ ਕੱਟੋ, ਇੱਕ ਦੂਜੇ ਨਾਲ ਰਲ ਕੇ ਕੰਮ ਕਰੋ। ਪਰ ਜੇ ਕਿਸੇ ਨੂੰ ਇਹ ਭੁਲੇਖਾ ਹੋਊਗਾ ਕਿ ਚੰਡੀਗੜ੍ਹ ਵਾਲਾ ਫਾਰਮੂਲਾ ਪੰਜਾਬ 'ਚ ਇਨ ਬਿਨ ਅਪਲਾਈ ਹੋ ਜਾਣਾ, ਤਾਂ ਉਹ ਔਖਾ ਹੈ। ਠੀਕ ਹੈ, ਜਲੰਧਰ ਦੀਆਂ 4 ਸੀਟਾਂ ਨੇ, ਅੰਮ੍ਰਿਤਸਰ ਦੀਆਂ 4-5 ਸੀਟਾਂ ਨੇ, ਲੁਧਿਆਣੇ ਦੀਆਂ 6 ਸੀਟਾਂ, ਬਠਿੰਡੇ ਵਾਲੀ ਸ਼ਹਿਰੀ ਸੀਟ ਲਾ ਲਓ, ਪਟਿਆਲੇ ਵਾਲੀ ਸ਼ਹਿਰੀ ਲਾ ਲਓ, 25 ਕੁ ਅਰਧ ਸ਼ਹਿਰੀ ਸੀਟਾਂ ਵੀ ਲਾ ਲਓ ਜਿੱਥੇ ਕੁਝ ਹੱਦ ਤੱਕ ਪ੍ਰਭਾਵ ਪਏਗਾ। ਪਰ ਬਾਕੀ ਪੰਜਾਬ ਦੀਆਂ ਜਿਹੜੀਆਂ ਪੇਂਡੂ ਸੀਟਾਂ ਨੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਖੇਤੀ ਦਾ ਮੁੱਦਾ ਨਹੀਂ ਸੀ, ਚੰਡੀਗੜ੍ਹ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਭਾਰੂ ਨਹੀਂ ਸੀ, ਚੰਡੀਗੜ੍ਹ ਦੇ ਵਿੱਚ ਨਸ਼ੇ ਵਿਕਣ ਦਾ ਮੁੱਦਾ ਕੋਈ ਬਹੁਤ ਵੱਡਾ ਨਹੀਂ ਸੀ, ਚੰਡੀਗੜ੍ਹ ਦੇ ਵਿੱਚ ਹਸਪੀਟਲ ਤੇ ਸਕੂਲਾਂ ਦੇ ਪੱਧਰ ਦਾ ਇਸ਼ੂ ਨਹੀਂ ਸੀ, ਚੰਡੀਗੜ੍ਹ ਦੇ ਵਿੱਚ CTU ਦੀਆਂ ਬੱਸਾਂ ਬੜੇ ਆਰਾਮ ਨਾਲ ਚੱਲਦੀਆਂ, ਆਟੋ ਲੰਘਦੇ ਨੇ, ਲੋਕਾਂ ਨੂੰ ਆਉਣ ਜਾਣ ਦੀ ਦਿੱਕਤ ਨਹੀਂ। ਪੰਜਾਬ ਦੇ ਵਿੱਚ ਤਾਂ ਕਈ ਪਿੰਡਾਂ ਦੇ ਵਿੱਚ ਬੱਸ ਸਰਵਿਸ ਹੀ ਹੈ ਨਹੀਂ ਗੀ, ਯਾਨੀ ਇੱਥੇ ਇਸ਼ੂ ਹੋਰ ਤਰ੍ਹਾਂ ਦੇ ਹੋਣੇ ਆ। ਇਸ ਕਰਕੇ ਆਮ ਆਦਮੀ ਪਾਰਟੀ ਵਾਲੇ ਕਿਤੇ ਇਸੇ ਚੱਕਰ ਦੇ ਵਿੱਚ ਆਪਦੀ ਸਰਗਰਮੀ ਨਾ ਘਟਾ ਦੇਣ ਕਿ ਭਾਈ ਅਸੀਂ ਚੰਡੀਗੜ੍ਹ ਜਿੱਤ ਲਿਆ ਤੇ ਅਸੀਂ ਪੰਜਾਬ ਵੀ ਜਿੱਤ ਜਾਣਾ। ਠੀਕ ਹੈ, ਤੁਹਾਡੇ ਕੋਲ ਲੋਕਾਂ ਨੂੰ ਦੱਸਣ ਨੂੰ ਹੋ ਗਿਆ ਕਿ ਅਸੀਂ ਇੱਕੋ ਹੀ ਰੈਲੀ ਕੀਤੀ ਸੀ, ਕਿਉਂਕਿ ਜੇ ਭਾਜਪਾ ਵਾਲੇ ਪਾਸਿਓਂ ਦੇਖੋ ਤਾਂ ਅਨੁਰਾਗ ਠਾਕੁਰ ਹੋਰਾਂ ਨੇ ਡੇਰਾ ਲਾ ਕੇ ਰੱਖਿਆ ਇੱਥੇ, ਬੀਬੀ ਜੀ ਜਿਹੜੇ MP ਨੇ ਕਿਰਨ ਖੇਰ ਹੋਰੀ ਉਹ ਵੀ ਇੱਥੇ ਰਹੇ। ਇਹਦੇ ਤੋਂ ਇਲਾਵਾ ਹਿਮਾਚਲ ਦੇ, ਹਰਿਆਣੇ ਦੇ, ਪੰਜਾਬ ਦੇ ਕਈ ਲੀਡਰ, IT ਸੈੱਲ ਦੇ ਵੱਡੇ ਲੀਡਰ ਉਹ ਚੰਡੀਗੜ੍ਹ ਹੀ ਰਹੇ, ਤੇ ਉਹਨਾਂ ਨੇ ਇਸੇ ਕਰਕੇ ਮੈਨੂੰ ਲੱਗਦਾ 12 ਮਿਲ ਗਏ, ਨਹੀਂ ਤਾਂ ਸ਼ਾਇਦ ਹੋਰ ਘੱਟ ਮਿਲਦੀਆਂ। ਇਸੇ ਤਰੀਕੇ ਕਾਂਗਰਸ ਪਾਰਟੀ ਵੱਲੋਂ ਕਿੰਨੇ ਹੀ ਬੰਦੇ, ਰਣਦੀਪ ਸੂਰਜੇਵਾਲਾ ਲਾ ਲਓ, ਇੱਕ ਦਿੱਲੀ ਵਾਲੇ ਬੀਬੀ ਜੀ ਜਿਹੜੇ ਆ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀ, ਅਲਕਾ ਲਾਂਬਾ ਹੋਰੀ, ਉਹ ਆਉਂਦੇ ਰਹੇ, ਕਨਈਆ ਕੁਮਾਰ ਹੋਰੀ ਆਏ, ਕਿੰਨੇ ਬੰਦੇ ਆਏ ਜਿਨ੍ਹਾਂ ਨੇ ਆਣ ਕੇ ਉੱਥੇ ਪ੍ਰਚਾਰ ਕੀਤਾ। ਤੇ ਅਰਵਿੰਦ ਕੇਜਰੀਵਾਲ ਨੇ ਇੱਕ ਰੈਲੀ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਟੈਲੀਫੋਨ ਕਰਕੇ ਪੁੱਛ ਲਓ, ਤੁਹਾਡਾ ਰਾਸ਼ਨ ਕਾਰਡ ਬਣਨਾ, ਕੋਈ ਹੋਰ ਕਾਰਡ ਬਣਨਾ, ਟੈਲੀਫੋਨ ਕਰਨਾ ਹੁੰਦਾ, ਆਹ ਟੈਲੀਫੋਨ ਨੰਬਰ ਆ, ਅਧਿਕਾਰੀ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਘਰ ਆਣ ਕੇ ਫਾਰਮ ਭਰ ਕੇ ਜਿਹੜੀਆਂ ਕਾਪੀਆਂ ਚਾਹੀਦੀਆਂ ਕਰਕੇ ਤੁਹਾਡੇ ਦਸਤਖਤ ਕਰਾ ਕੇ ਲੈ ਜਾਂਦੇ ਆ, ਤੁਹਾਨੂੰ ਕੰਮ ਨਹੀਂ ਛੱਡਣਾ ਪੈਂਦਾ।
ਫਿਰ ਪਾਣੀ ਦੀ ਗੱਲ ਕੀਤੀ ਸੀ, ਇਹ ਵੀ ਕਿਹਾ ਸੀ ਉਹਨਾਂ ਨੇ ਕਿ ਨਿਊਯਾਰਕ ਤੋਂ ਡਬਲ ਕੈਮਰੇ ਅਸੀਂ ਦਿੱਲੀ ਚਲਾਏ ਆ। ਸੁਰੱਖਿਆ ਜਿਹੜੀ ਹੈ ਔਰਤਾਂ ਦੇ ਲਈ, ਸਾਡੇ ਲਈ ਸਭ ਤੋਂ ਇੰਪੋਰਟੈਂਟ ਆ। CCTV ਕੈਮਰੇ, ਸਟਰੀਟ ਲਾਈਟਾਂ, ਜੇ ਉਹ ਕੂੜੇ ਦੇ ਪਹਾੜ ਕਹਿੰਦੇ ਸੀ ਅਸੀਂ ਦਰੁਸਤ ਕਰਾਂਗੇ। ਇੰਨੀਆਂ ਕੁ ਚੀਜ਼ਾਂ ਕਹਿ ਕੇ ਗਏ ਸੀ। ਕਾਂਗਰਸ ਨੇ ਨੁਕਸਾਨ ਆਪਣਾ ਇੱਥੇ ਕੁ ਕਰ ਲਿਆ। ਉਹਨਾਂ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਰੋਡ ਮੈਪ ਨਹੀਂ ਦੱਸਿਆ। ਉਹ ਇਸੇ ਚੱਕਰ ਦੇ ਵਿੱਚ ਰਹੇ ਕਿ ਆਮ ਆਦਮੀ ਪਾਰਟੀ 3.5% ਤੋਂ 8 ਤੇ ਚੱਲ ਜੂ ਯਾਰ, 10 ਤੇ ਚੱਲ ਜੂ, ਇਦੋਂ ਉੱਪਰ ਤਾਂ ਨਹੀਂ ਕਿਤੇ ਚੱਲੀ। ਉਹਨਾਂ ਨੇ ਸਾਰਾ ਜ਼ੋਰ ਭਾਜਪਾ ਨੂੰ ਭੰਡਣ ਤੇ ਲਾਤਾ ਸੀ। ਭਾਰਤੀ ਜਨਤਾ ਪਾਰਟੀ ਇਸ ਚੱਕਰ ਦੇ ਵਿੱਚ ਰਹੀ ਕਿ ਕਾਂਗਰਸ ਪਾਰਟੀ ਦੇ ਪੱਲੇ ਕੁਛ ਨਹੀਂ, ਆਮ ਆਦਮੀ ਪਾਰਟੀ ਦੇ ਤਾਂ ਪੰਜਾਬ 'ਚ ਵੀ 20 ਚੋਂ 10 ਵਿਧਾਇਕ ਚਲੇ ਗਏ ਆ, ਇਹਨਾਂ ਨੇ ਇੱਥੇ ਕੀ ਜਿੱਤਣਾ। ਸੋ ਉਹਨਾਂ ਦੀ ਇਸ ਕਮਜ਼ੋਰੀ ਦਾ ਲਾਹਾ ਆਮ ਆਦਮੀ ਪਾਰਟੀ ਨੇ ਚੱਕਿਆ। ਤੇ ਸਭ ਤੋਂ ਵੱਡੀ ਗੱਲ, ਜਿਸ ਦਮਨਪ੍ਰੀਤ ਸਿੰਘ ਨੇ ਮੇਅਰ ਸਾਹਿਬ ਨੂੰ ਹਰਾਇਆ, ਉਹ 31 ਸਾਲ ਦਾ ਮੁੰਡਾ ਹੈ, ਯਾਨੀ 31 ਸਾਲ ਦਾ। ਇੱਕ ਸਾਬਕਾ ਮੇਅਰ ਵੀ ਭਾਜਪਾ ਦਾ ਹਰਿਆ, ਸੀਨੀਅਰ ਡਿਪਟੀ ਮੇਅਰ ਸਿਰਫ 11 ਵੋਟਾਂ ਨਾਲ ਜਿੱਤੇ ਆ। ਜਾਨੀ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇੱਕ ਕਮਜ਼ੋਰ ਕੜੀ ਰਹੀ ਹੈ। ਤੇ ਭਾਰਤੀ ਜਨਤਾ ਪਾਰਟੀ ਦੇ ਲਈ, ਕਿਉਂਕਿ ਉਹਨਾਂ ਨੇ ਪੰਜਾਬ 'ਚ ਇਲੈਕਸ਼ਨ ਲੜਨੀ ਹੈ, ਇਹ ਸੋਚਣ ਦਾ ਵੇਲਾ। ਹਰਿਆਣੇ 'ਚ ਬਾਈ ਇਲੈਕਸ਼ਨ ਹੋਈ, ਚਲੋ ਪਹਿਲਾਂ ਵੀ ਚਟਾਲਿਆਂ ਕੋ ਸੀਟ ਸੀ ਰਹਿ ਗਈ। ਇੱਕ ਲੋਕ ਸਭਾ ਤੇ 3 ਵਿਧਾਨ ਸਭਾ ਦੀਆਂ ਸੀਟਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਈ ਇਲੈਕਸ਼ਨ ਹੋਈ, ਉਹ ਸਾਰੀਆਂ ਹਰੀਆਂ। ਇਹਦੇ ਤੋਂ ਇਲਾਵਾ ਹੁਣ ਦਿੱਲੀ ਦੇ ਵਿੱਚ ਨਿਗਮ ਚੋਣਾਂ ਆਉਣ ਵਾਲੀਆਂ। ਜੇ ਦਿੱਲੀ ਦਾ ਪ੍ਰਭਾਵ ਚੰਡੀਗੜ੍ਹ ਪਊਗਾ ਤੇ ਚੰਡੀਗੜ੍ਹ ਦਾ ਦਿੱਲੀ ਵੀ ਪੈ ਸਕਦਾ। ਹੁਣ ਪੰਜਾਬ ਦੇ ਵਿੱਚ ਫਗਵਾੜੇ ਵਾਲੀ ਬਾਈ ਇਲੈਕਸ਼ਨ ਹੋਈ ਸੀ, ਭਾਰਤੀ ਜਨਤਾ ਪਾਰਟੀ ਦੇ 3 MLA ਸੀ, 2 ਰਹਿ ਗਏ। ਇਸ ਕਰਕੇ ਕਿਤੇ ਨਾ ਕਿਤੇ ਭਾਜਪਾ ਦੇ ਲਈ ਸੋਚਣ ਵਿਚਾਰਨ ਦਾ ਵੇਲਾ ਹੈ ਕਿ ਜੇ ਹਿਮਾਚਲ 'ਚ ਸਰਕਾਰ ਹੁੰਦਿਆਂ ਜ਼ਿਮਨੀ ਚੋਣ ਹਾਰੀ ਆ, ਹਰਿਆਣੇ 'ਚ ਸਰਕਾਰ ਹੁੰਦਿਆਂ ਜ਼ਿਮਨੀ ਚੋਣ ਹਾਰੀ ਹੈ, ਪੰਜਾਬ ਦੇ ਵਿੱਚ MLA 3 ਤੋਂ ਘਟ ਕੇ 2 ਰਹਿ ਗਏ, ਇੱਥੇ ਜਿਹੜੀਆਂ ਸੀਟਾਂ ਨੇ 21 ਤੋਂ ਘਟ ਕੇ 12 ਰਹਿ ਗਈਆਂ। ਕੋਈ ਨਾ ਕੋਈ ਕਿਤੇ ਮਸਲਾ ਜਿਹੜਾ ਖਲੋਤਾ ਜ਼ਰੂਰ ਆ। ਬਿਲਕੁਲ ਸਹੀ। ਨਹੀਂ, ਇਹਦੇ 'ਚ ਇੱਕ ਚੀਜ਼ ਹੋਰ ਜਿਹੜੀ ਚਰਚਾ 'ਚ ਆ, ਆਪਾਂ ਉਹ ਨਹੀਂ, ਉਹਦੇ 'ਚ ਨਹੀਂ ਪੈਂਦੇ ਵੀ ਕੀ ਸੱਚ ਆ ਕੀ ਝੂਠ। ਆਪਣਾ ਕੰਮ ਆ ਜਿਹੜੀ ਗੱਲ ਹੈਗੀ ਰੱਖਦੀ ਹੈ ਜੀ। ਚਰਚਾ ਇਹ ਆ ਕਿ ਵੀ ਇਸ ਤੋਂ ਪਹਿਲਾਂ ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਸੀ ਨਾ, ਉਹਨਾਂ ਨੂੰ ਇੱਕ ਸੈੱਟ ਫਾਰਮੂਲਾ ਹੁੰਦਾ ਸੀ। ਫਾਰਮੂਲੇ ਦਾ ਕੰਮ ਹੁੰਦਾ ਸੀ ਵੀ ਕਈ ਵਾਰਾਂ ਤੁਸੀਂ ਗਰੀਬੀ ਚੱਕ ਲਓ, ਗਰੀਬੀ ਨੂੰ ਮੁੱਦਾ ਬਣਾ ਲਓ। ਅੱਛਾ, ਤੁਸੀਂ ਐਤਕੀ ਫਿਰ ਫ੍ਰੀ ਦੇ ਹਿਸਾਬ ਨਾਲ ਕੁਛ ਨਾ ਕੁਛ ਮੁੱਦਾ ਬਣਾ ਲਓ। ਫਿਰ ਹੌਲੀ ਹੌਲੀ ਇਹ ਪਤਾ ਲੱਗਣ ਲੱਗਾ ਵੀ ਨਹੀਂ, ਇਹ ਸਾਰੇ ਕੁਝ ਦੀ ਲੋੜ ਹੀ ਨਹੀਂ। ਧਰਮ ਇੱਕ ਬਹੁਤ ਵਧੀਆ ਪੱਤਾ, ਖੇਡੋ ਤੇ ਉਸ ਤੋਂ ਬਾਅਦ ਨਿਕਲ ਜਾਓ। ਐਂਡ ਉਹਦਾ ਆਪਾਂ ਪ੍ਰਭਾਵ ਪਿਛਲੇ ਕੁਝ ਸਾਲਾਂ 'ਚ ਇੱਥੋਂ ਤੱਕ ਵੇਖ ਲਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਕਾਂਗਰਸ ਦੇ ਪਹਿਲੇ ਲੀਡਰ ਨੇ, ਉਹਨਾਂ ਦੇ ਉੱਪਰ ਵੀ ਇਲਜ਼ਾਮ ਲੱਗਦਾ ਰਿਹਾ ਵੀ ਯਾਰ ਧਰਮ ਦੀ ਰਾਜਨੀਤੀ ਜਾਂ ਪੱਤਾ ਉਹ ਵੀ ਖੇਡਦੇ ਰਹੇ। ਪਰ ਹੁਣ ਤੇ ਆਪਾਂ ਕਲੀਅਰ ਕੱਟ ਹੀ ਵੇਖ ਲਿਆ ਵੀ ਹੌਲੀ ਹੌਲੀ ਉਹੀ ਧਰਮ ਵਾਲਾ ਰੰਗ ਜਿਹੜਾ ਸੀਗਾ ਉਹ ਕਾਂਗਰਸ ਪਾਰਟੀ ਦੇ ਚੜ੍ਹਨ ਲੱਗ ਪਿਆ। ਕਈਆਂ ਥਾਵਾਂ 'ਤੇ ਜਾਣਾ, ਧਾਰਮਿਕ ਥਾਵਾਂ 'ਤੇ ਜਾਣਾ, ਉਸ ਤੋਂ ਬਾਅਦ ਆਪਣੇ ਆਪ ਨੂੰ ਇੱਕ ਪਰਟੀਕੂਲਰ ਕਹਿ ਲਓ ਕਿ ਵੀ ਮੈਂ ਵੀ ਫਲਾਨਾ ਹਾਂ, ਇਸ ਤਰ੍ਹਾਂ ਕਰਕੇ ਪੇਸ਼ ਕਰਨਾ। ਹੁਣ ਉਹਦੇ 'ਚ ਇਹ ਹੋ ਗਿਆ ਕਿ ਵੀ ਧਰਮ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਯਾਰ ਇਸ ਵਾਲੇ ਪਾਸੇ ਗੇਮ ਖੇਡੀਏ, ਵਾਹਵਾ ਲੋਕ ਛੇਤੀ ਝੁਕ ਜਾਂਦੇ ਆ। ਪਰ ਜੇ ਆਪਾਂ ਇਸ ਨਤੀਜੇ ਨੂੰ ਦੇਖੀਏ ਤੇ ਇਹਦੇ 'ਚ ਤਾਂ ਇਦਾਂ ਲੱਗਦਾ ਵੀ ਹੁਣ ਹੌਲੀ ਹੌਲੀ ਲੋਕਾਂ ਨੂੰ ਧਰਮ ਵਾਲੀ ਜਿਹੜੀ ਉਹ ਸਿਆਸਤ ਆ, ਉਹ ਤੋਂ ਵੀ ਨਫ਼ਰਤ ਹੋਣ ਲੱਗ ਪਈ। ਮੈਂ ਨਹੀਂ ਆਂਦਾ ਵੀ ਉਹਦੇ ਨਾਲ ਕੋਈ ਫਰਕ ਪੈਂਦਾ ਨਹੀਂ ਪੈਂਦਾ, ਅਗਲਾਂ ਦਾ ਫਾਰਮੂਲਾ ਚੱਲਦਾ ਹੋਊਗਾ। ਪਰ ਜਦੋਂ ਆਪਾਂ ਇੱਕ ਗਰਾਊਂਡ ਦੇ ਉੱਪਰ ਰਿਐਲਿਟੀ ਦੇਖਦੇ ਹਾਂ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਯਾਰ ਉਹਨਾਂ ਚੀਜ਼ਾਂ ਦਾ ਅਸਰ ਹੋ ਸਕਦਾ ਹੈ ਕਿ BJP ਨੂੰ ਲੱਗਦਾ ਹੋਵੇ ਵੀ ਯਾਰ ਇੱਕ ਪਰਟੀਕੂਲਰ ਸਾਡੀ ਸਿਆਸਤ ਆ, ਉਹ ਅਸੀਂ ਕਰਦੇ ਆ ਰਹੇ ਇੰਨੀ ਚਿਰ ਤੋਂ, ਤੇ ਉਹ ਹਿੱਟ ਆ। ਹੋ ਸਕਦਾ ਹਿੱਟ ਹੋਵੇ, ਪਰ ਹੌਲੀ ਹੌਲੀ ਕਿਸੇ ਵੇਲੇ ਇਹ ਹੁੰਦਾ ਨਾ ਵੀ ਇੱਕ ਫਾਰਮੂਲਾ ਹਿੱਟ ਹੈਗਾ, ਪਰ ਉਸ ਫਾਰਮੂਲੇ ਨੂੰ ਬਦਲਣ ਦਾ ਟਾਈਮ ਨਹੀਂ ਆਉਂਦਾ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਕੁਝ ਫਾਰਮੂਲੇ ਸੀ, ਉਹ ਬਦਲੇ ਤੇ ਐਸੇ ਬਦਲੇ ਵੀ ਹੁਣ ਕਾਂਗਰਸ ਦੇਸ਼ 'ਚ ਨਹੀਂ ਲੱਭਦੀ। ਤੇ BJP ਨੂੰ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਸੋਚਣਾ ਚਾਹੀਦਾ ਵੀ ਯਾਰ ਕਿਤੇ ਇੱਦਾਂ ਤਾਂ ਨਹੀਂ, ਕਿਉਂਕਿ ਸਾਰੇ ਦੇਸ਼ 'ਚੋਂ ਇੱਕਦਮ ਸ਼ੁਰੂਆਤ ਨਹੀਂ ਹੁੰਦੀ, ਕਿਸੇ ਇੱਕ ਥਾਂ ਤੋਂ ਹੁੰਦੀ ਹੈ। ਤੇ ਜੇ ਉਹ ਸ਼ੁਰੂਆਤ ਹੌਲੀ ਹੌਲੀ ਇੱਦਾਂ ਹੋਣ ਲੱਗ ਪਈ ਆ ਤੇ ਫਿਰ ਆਪਾਂ ਜ਼ਰੂਰ ਉਸ ਚੀਜ਼ ਦੇ ਉੱਪਰ ਆਈਏ ਵੀ ਲੋਕ ਅੱਜ ਦੀ ਡੇਟ ਦੇ ਵਿੱਚ ਜਦੋਂ ਆਪਾਂ ਗਲੋਬਲ ਪਿੰਡ ਬਣ ਗਿਆ, ਫੋਨ ਦੇ ਉੱਪਰ ਸਾਰਾ ਕੁਝ ਆਉਂਦਾ, ਅਗਲਾ ਬੰਦਾ ਕੰਪੇਅਰ ਕਰਦਾ ਵੀ ਯਾਰ ਇੱਥੇ ਆ ਇੱਥੇ ਆ ਤੇ ਆ ਸਾਡੇ ਵਾਲਾ ਲੀਡਰ ਮੈਨੂੰ ਕੁਝ ਹੋਰ ਹੀ ਸਮਝਾਈ ਜਾਂਦਾ। ਨਹੀਂ, ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਇਹ ਲੋਕਾਂ ਦੇ ਵਿੱਚ ਫਰਕ ਆਇਆ, ਮੁੱਦੇ ਬਦਲ ਗਏ, ਲੋਕਾਂ ਦਾ ਸੋਚਣ ਦਾ ਢੰਗ ਬਦਲ ਗਿਆ। ਇਹਦੇ ਵਿੱਚ ਮੈਂ 2 ਚੀਜ਼ਾਂ ਹੋਰ ਦੱਸਾਂ ਕਿ ਸਭ ਤੋਂ ਵੱਡਾ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਜੇ ਕਿਸੇ ਨੇ ਅਸਰ ਪਾਇਆ ਤਾਂ ਕੋਵਿਡ ਨੇ ਪਾਇਆ ਹੋਊਗਾ। ਕਿਉਂਕਿ ਜਦੋਂ 2019 ਦੀ ਲੋਕ ਸਭਾ ਚੋਣ ਹੋਈ ਹੈ ਤੇ 2.5 ਸਾਲ ਬਾਅਦ ਇਹ ਨਿਗਮ ਚੋਣਾਂ ਹੋਈਆਂ, ਸਿਆਸੀ ਪਾਰਟੀਆਂ ਸ਼ਾਇਦ ਇਹ ਸਮਝਦੀਆਂ ਕਿ ਭੁੱਲ ਗਏ ਨੇ ਲੋਕ। ਮੈਂ ਕਿਸੇ ਨੂੰ ਕਸੂਰਵਾਰ ਨਹੀਂ ਕਹਿੰਦਾ, ਪਰ ਲੋਕਾਂ ਨੇ ਕਿਸੇ ਪਾਰਟੀ ਦੇ ਪ੍ਰਤੀ ਨਫ਼ਰਤ ਨਹੀਂ ਕੀਤੀ, ਬਰਾਬਰ ਦੀਆਂ ਵੋਟਾਂ ਦੇ ਦਿੱਤੀਆਂ। ਤਕਰੀਬਨ 28 ਤੋਂ 29%, 27% ਇੱਥੇ ਹੀ ਆ, ਬਰਾਬਰ ਦੀਆਂ ਵੋਟਾਂ ਨੇ। ਲੋਕਾਂ ਨੇ ਵੇਖਿਆ ਕੀ? ਲੋਕਾਂ ਨੇ ਵੇਖਿਆ ਕੋਵਿਡ ਦੇ ਦੌਰਾਨ ਕਿ ਕੰਮ ਬੰਦ ਹੋ ਗਏ, ਨੌਕਰੀਆਂ ਚਲੇ ਗਈਆਂ, ਘਰਾਂ 'ਚ ਬੰਦ ਹੋ ਗਏ, ਐਂਬੂਲੈਂਸ ਦੇ ਕੀ ਹਾਲਾਤ, ਆਕਸੀਜਨ ਦੇ ਕੀ ਹਾਲਾਤ, ਹਸਪਤਾਲਾਂ ਦੇ ਵਿੱਚ ਬੈੱਡ ਮਿਲਦਾ ਕਿ ਨਹੀਂ ਮਿਲਦਾ, ਆਕਸੀਜਨ ਦੇ ਸਿਲੰਡਰ ਦੇ ਲਈ ਲੋਕਾਂ ਨੇ ਲੇਲੜੀਆਂ ਜਿਹੜੀਆਂ ਸਾਰੇ ਦੇਸ਼ ਦੇ ਵਿੱਚ ਕੱਢੀਆਂ ਸੀ। ਇੱਕ ਦੂਜੇ ਨੂੰ ਬੁਲਾਉਣੋਂ ਹਟ ਗਏ ਸੀ ਲੋਕ, ਟੱਚ ਕਰਨੋਂ ਹਟ ਗਏ ਸੀ ਲੋਕ, ਬਹੁਤ ਔਖੇ ਹੋਏ ਨਾ। ਸ਼ਾਇਦ ਉਦੋਂ ਲੋਕਾਂ ਨੂੰ ਇਹ ਲੱਗਿਆ ਹੋਊਗਾ ਕਿ ਭਾਈ ਸਿਹਤ ਜ਼ਰੂਰੀ ਹੈ। ਸ਼ਾਇਦ ਉਦੋਂ ਲੋਕਾਂ ਨੂੰ ਲੱਗਾ ਹੋਊਗਾ ਕਿ ਜ਼ਹਿਰੀਲੀਆਂ ਨਕਲੀ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਬਚਾਅ ਜ਼ਰੂਰੀ ਹੈ। ਸ਼ਾਇਦ ਉਦੋਂ ਲੋਕਾਂ ਨੂੰ ਲੱਗਾ ਹੋਵੇਗਾ ਕਿ ਭਾਈ ਹਸਪਤਾਲ ਤਾਂ ਬੇਸਿਕ ਚੀਜ਼ ਹੈ।
ਸਾਨੂੰ ਅਸੀਂ ਜਾਣਾ ਕਿੱਥੇ ਆ, ਜਾਣੀ ਬੜਾ ਹੀ ਲੋਕਾਂ ਨੂੰ ਲੱਗਦਾ ਪੈਸਾ ਹੈਗਾ ਯਾਰ, ਗੱਲ ਕਰੀ ਆ ਪੈਸੇ ਸੁੱਟਾਂ ਕੰਮ ਹੋ ਜੂ। ਉਦੋਂ ਬੜੇ ਬੜੇ ਪੈਸੇ ਵਾਲੇ ਲੇਲੜੀਆਂ ਕੱਢਦੇ ਵੇਖੇ ਸੀ ਕਿ ਇੱਕ ਮੰਜਾ ਦੇ ਦਿਓ, ਇੱਕ ਆਕਸੀਜਨ ਦਾ ਸਿਲੰਡਰ ਦੇ ਦਿਓ। ਬਹੁਤ ਸਾਰੇ ਲੋਕ ਨੇ ਜਿਹੜੇ ਬੋਲਦੇ ਭਾਵੇਂ ਨਹੀਂ ਬੋਲਦੇ, ਪਰ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਪੈਸਾ ਨਹੀਂ ਭਾਈ, ਬੇਸਿਕ ਇਨਫਰਾਸਟ੍ਰਕਚਰ ਜਿਹੜਾ ਉਹ ਮਜ਼ਬੂਤ ਹੋਣਾ ਚਾਹੀਦਾ। ਹੋਰ ਮੁੱਦੇ ਨਹੀਂ ਜਿਹੜੇ ਹਵਾ 'ਚ ਹੀ ਤੁਰੇ ਫਿਰਦੇ ਹੋਣਗੇ ਇੰਪੋਰਟੈਂਟ ਕਿਸੇ ਦੇ ਲਈ, ਪਰ ਆਹ ਚੀਜ਼ਾਂ ਕਿ ਤੁਹਾਡੀ ਬੱਚਿਆਂ ਦੀ ਐਜੂਕੇਸ਼ਨ ਕਿੱਦਾਂ ਦੀ ਹੈ, ਤੁਸੀਂ ਰਾਤ ਬਰਾਤੇ ਅੱਧੀ ਰਾਤੀ ਤੁਰੇ ਜਾਂਦੇ ਆ, ਤੁਸੀਂ ਸੇਫ ਕਿੰਨਾ ਕੁ ਮਹਿਸੂਸ ਕਰਦੇ ਹੋ, ਤੁਹਾਡੇ ਹਸਪੀਟਲ ਜਿਹੜੇ ਨੇ ਕੀ ਜਨਤਾ ਦਾ ਪੋਪੂਲੇਸ਼ਨ ਦਾ ਭਾਰ ਚੱਕਣ ਦੇ ਸਮਰੱਥ ਨੇ, ਫਿਰ ਰਹਿੰਦੀ ਖੁੰਦੀ ਕਸਰ ਜਿਹੜੀ ਆ ਕਿਸਾਨ ਅੰਦੋਲਨ ਨੇ ਵੀ ਕੱਢੀ ਹੋਏਗੀ। ਨਹੀਂ ਫਰਕ ਪਿਆ ਹੋਊਗਾ, ਬਿਲਕੁਲ ਪਿਆ ਹੋਊਗਾ। ਦੇਖੋ ਆਹੀ ਉਹ ਗੱਲਾਂ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਬਦਲੀਆਂ, ਤਬਦੀਲੀ ਆਈ ਐਂਡ ਉਹਨੇ ਸੋਚਣ ਦਾ ਢੰਗ ਤਰੀਕਾ ਬਦਲਤਾ। ਹੋ ਸਕਦਾ ਕਈ ਵਾਰ ਲੀਡਰਾਂ ਨੂੰ ਲੱਗਦਾ ਹੁੰਦਾ ਵੀ ਯਾਰ ਨਾ ਲੋਕਾਂ ਨੂੰ ਇਸ ਚੀਜ਼ ਤੇ ਬੜੀ ਖਿਝ ਆ ਵੀ ਫਲਾਣੇ ਨੇ ਆਹ ਚੀਜ਼ ਬਣਾ ਲਈ, ਜੇ ਮੈਂ ਬਣਾ ਲਈ ਤੇ ਬਣਾ ਲਈ ਯਾਰ, ਐਵੇਂ ਮੇਰੇ ਕੋਲੋਂ ਖਿੱਚਦੇ ਆਏ ਹੈ ਨਾ। ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿੰਨੇ ਕੀ ਬਣਾ ਲਿਆ। ਕੋਈ ਬੰਦਾ ਇਹ ਦੱਸਦਾ ਜੀ ਸਾਡਾ ਇਹ ਖਾਨਦਾਨੀ ਕੰਮ ਸੀਗਾ, ਕੋਈ ਕਹਿੰਦਾ ਮੇਰੇ ਕੋਲੇ ਤੇ ਆਹ ਕੁਛ ਸੀਗਾ, ਮੈਂ ਕਿਤੇ ਭ੍ਰਿਸ਼ਟਾਚਾਰ ਥੋੜ੍ਹਾ ਕੀਤਾ। ਕੋਈ ਮਰਜ਼ੀ ਬਣਾ ਲਵੇ, ਪਰ ਮੈਨੂੰ ਇਹ ਜਾਪਦਾ ਹੁੰਦਾ ਵੀ ਜਦੋਂ ਉਸ ਕੁਰਸੀ 'ਤੇ ਬਹਿਣਾ, ਅਗਲਾ ਬੰਦਾ ਕਹਿੰਦਾ ਵੀ ਮੈਂ ਪ੍ਰਸ਼ਾਸਕ ਆ ਜਾਂ ਕਹਿ ਲਓ ਕਿ ਮਾਡਰਨ ਰਾਜਾ ਆ, ਇਹ ਮੇਰੀ ਪ੍ਰਜਾ ਆ। ਹੁਣ ਪ੍ਰਜਾ ਜਿਹੜੀ ਆ ਉਹ ਤਾਂ ਮਰਦੀ ਵੀ ਭੁੱਖੀ, ਤੇ ਰਾਜਾ ਕਹੇ ਵੀ ਮੈਂ ਮੋਤੀਆਂ ਨਾਲ ਰੋਟੀ ਖਾਣੀ ਆ, ਉਹ ਤੇ ਬੈਲੈਂਸ ਨਹੀਂ ਨਾ ਬਣਨਾ। ਉਹਦੇ ਨੂੰ ਚੰਗਾ ਨਹੀਂ ਵੀ ਪ੍ਰਜਾ ਜਿਹੜੀ ਉਹਨੂੰ ਰਜਾ ਦਿਓ, ਭਾਵੇਂ ਦਾਲ ਰੋਟੀ ਨਾਲ ਰਜਾ ਦਿਓ। ਉਦੋਂ ਬਾਅਦ ਰਾਜਾ ਭਾਵੇਂ ਸੋਨੇ ਦੀ ਰੋਟੀ ਖਾਈ ਜਾਵੇ, ਕਿਸੇ ਨੂੰ ਕੀ ਲੈਣਾ ਦੇਣਾ। ਇਹੀ ਇੱਕ ਫਰਕ ਆ ਜਿਹਦਾ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਲੋਕ ਹੁਣ ਉੱਥੇ ਆ ਗਏ ਵੀ ਯਾਰ ਸਾਡੇ ਵਾਲਾ ਜੋ ਚਾਹੀਦਾ ਨਾ ਸਾਨੂੰ ਉਨਾ ਕੁ ਦੇ ਦਿਓ, ਜੇ ਕਰ ਸਕਦੇ ਹੋ ਤਾਂ ਠੀਕ ਆ, ਜੇ ਤੁਸੀਂ ਇਹਦੇ ਜੋਗੇ ਵੀ ਨਹੀਂ ਫਿਰ ਅਸੀਂ ਕਿਸੇ ਹੋਰ ਨੂੰ ਟਰਾਈ ਕਰ ਲੈਂਦੇ। ਨਹੀਂ ਬਿਲਕੁਲ ਇੱਦਾਂ ਹੀ ਆ। ਤੇ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ, ਤੁਹਾਡੇ ਲਈ ਇੱਕ ਸਬਕ ਲੈਣ ਵਾਲੀ ਗੱਲ ਹੈ, ਜਿਹੜੇ ਧੀਆਂ ਪੁੱਤਾਂ ਲਈ ਟਿਕਟਾਂ ਮੰਗਦੇ ਆ, ਕੋਈ ਘਰ ਵਾਲੀ ਲਈ, ਕੋਈ ਘਰ ਵਾਲੇ ਲਈ, ਕੋਈ ਜਵਾਈ ਸਾਹਿਬ ਦੇ ਲਈ, ਜਿਨ੍ਹਾਂ ਨੂੰ ਲੱਗਦਾ ਕਿ ਭਾਈ ਐਤਕੀ ਟੱਬਰ 'ਚ 2 ਜ਼ਰੂਰ ਮਿਲਣ। ਮੈਂ ਤੁਹਾਨੂੰ ਦੱਸ ਦਿੰਦਾ ਕਿ ਐਤਕੀ ਚੰਡੀਗੜ੍ਹ ਦੀ ਇਲੈਕਸ਼ਨ ਨੇ ਦੱਸ ਦਿੱਤਾ ਕਿ ਗਰੰਟੀ ਨਹੀਂ ਤੁਸੀਂ ਵੱਡੇ ਲੀਡਰਾਂ ਤੁਸੀਂ ਜਿੱਤਣਾ ਹੀ। ਚੰਡੀਗੜ੍ਹ ਦੇ ਲੋਕਾਂ ਨੇ ਸਧਾਰਨ ਉਮੀਦਵਾਰ ਜਿਤਾਤੇ, ਵੱਡੇ ਵੱਡੇ ਧੁਰੰਤਰ ਹਰ ਪਾਰਟੀ ਦੇ ਮੂਧੜੇ ਮੂੰਹ ਥੱਲੇ ਸਿੱਟੇ। ਕੋਈ ਗਰੰਟੀ ਨਹੀਂ, ਜੇ ਤੁਹਾਨੂੰ ਲੱਗਦਾ ਕਿ ਆਹ ਸੀਟ ਤਾਂ ਸੇਫ ਹੀ ਆ, ਇਦਾਂ ਦੀ ਗੱਲ ਕੋਈ ਨਹੀਂ ਸੀ ਮੰਨਦਾ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਜਾਊ। ਕੋਈ ਨਹੀਂ ਸੀ ਮੰਨਦਾ ਕਿ ਮੌਜੂਦਾ ਮੇਅਰ ਇਲੈਕਸ਼ਨ ਹਾਰ ਜਾਣਗੇ। ਕੋਈ ਨਹੀਂ ਸੀ ਲੱਗਦਾ ਕਿ ਮੌਦਗਿਲ ਸਾਹਿਬ ਜਿਹੜੇ ਉਹ ਵੀ ਸਾਬਕਾ ਮੇਅਰ ਨੇ ਇਲੈਕਸ਼ਨ ਹਾਰ ਜਾਣਗੇ। ਕਾਂਗਰਸ ਪਾਰਟੀ ਵੱਲੋਂ ਸਾਬਕਾ ਡਿਪਟੀ ਮੇਅਰ ਇਲੈਕਸ਼ਨ ਹਾਰ ਗਏ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਪਰਿਵਾਰ ਦੇ ਮੈਂਬਰ ਇਲੈਕਸ਼ਨ ਹਾਰ ਗਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਪਰਿਵਾਰਕ ਮੈਂਬਰ ਇਲੈਕਸ਼ਨ ਹਾਰ ਗਏ। ਹੋਰ ਤਾਂ ਹੋਰ ਆਮ ਆਦਮੀ ਪਾਰਟੀ ਦੇ ਕੰਪੇਨ ਕਮੇਟੀ ਦੇ ਮੁਖੀ ਆਪਣੇ ਵਾਰਡ ਤੋਂ ਚੋਣ ਹਾਰ ਗਏ। ਜਾਨੀ ਲੋਕਾਂ ਨੇ ਬਖਸ਼ਿਆ ਨਹੀਂ ਕੋਈ। ਸਹੀ ਗੱਲ। ਇਸ ਕਰਕੇ ਜੇ ਤੁਸੀਂ ਵੱਡੇ ਲੀਡਰੋਂ ਅਸ਼ਟਾਮ ਤੇ ਲਿਖ ਕੇ ਨਾ ਲੈ ਲਿਓ ਕਿ ਭਾਈ ਆਪਾਂ ਤਾਂ ਠੀਕ ਹੀ ਆ, ਮੁੜ ਕੇ ਪੀਪਾ ਕਈ ਵਾਰੀ ਖਾਲੀ ਨਿਕਲਦਾ ਹੁੰਦਾ, ਕੰਮ ਕਰੋ ਕੰਮ। ਹਾਂ ਅੱਛਾ, ਹੁਣ ਕੰਮ ਜਿਹੜਾ ਆਮ ਆਦਮੀ ਪਾਰਟੀ ਨੂੰ ਪੈ ਗਿਆ ਉਹਦੀ ਚਰਚਾ ਚੱਲ ਪਈ ਜੀ। ਚਰਚਾ ਚੱਲ ਪਈ ਵੀ ਬੀਜੇਪੀ ਨੇ ਇਹ ਗੱਲ ਕਲੀਅਰ ਕਰਕੇ ਗੱਲ ਹੈ ਜਿੱਤੀਆਂ ਹੋਣਗੀਆਂ 14 ਸੀਟਾਂ, ਮੇਅਰ ਤਾਂ ਸਾਡਾ ਹੀ ਬਣਨਾ ਹੀ। ਅਗਲੇ ਨੂੰ ਲੱਗਦਾ ਹੋਊਗਾ ਵੀ ਕੋਈ ਹੋਊਗਾ ਕੋਈ ਢੰਗ ਤਰੀਕਾ ਉਹਨਾਂ ਦੇ ਕੋਲ। ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਸਿਸੋਦੀਆ ਸਾਹਿਬ ਬੈਠੇ ਸੀ ਨਾਲ, ਪੰਜਾਬ ਵਾਲੇ ਪ੍ਰਧਾਨ ਭਗਵੰਤ ਮਾਨ ਉਹਨਾਂ ਨੂੰ ਬਿਠਾ ਲੈਂਦੇ ਅਗਲੇ। ਕਹਿੰਦੇ ਵੀ ਦੱਸੋ ਫਿਰ ਜੀ ਮਹਾਰਾਜ, ਇਹ ਤਾਂ ਹੁਣ 14 ਦੀ ਗੱਲ ਰਹਿ ਗਈ ਤੇ ਚਾਹੀਦੀਆਂ ਤੇ 19 ਆ, ਇਹ ਫਿਰ ਹੁਣ ਕਾਂਗਰਸ ਪਾਰਟੀ ਨਾਲ ਸਮਝੌਤਾ ਕਰੋਗੇ ਤੁਸੀਂ? ਉਹ ਕਹਿੰਦੇ ਕਿਉਂ, ਤੁਸੀਂ ਕੀਤਾ ਹੈ ਨਾ ਜੀ ਦਿੱਲੀ ਜਦੋਂ ਪਹਿਲੀ ਵਾਰ 47 ਦਿਨ ਲਈ ਬਣੇ ਸੀ ਮੁੱਖ ਮੰਤਰੀ, ਫਿਰ ਤੁਸੀਂ ਕਰ ਲੈਂਦੇ ਹੁੰਦੇ ਆ। ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਅਜੇ ਤੇ ਯਾਰ ਸਾਨੂੰ ਖੁਸ਼ੀ ਤੇ ਮਨਾ ਲੈਣ ਦਿਓ, 2 ਕੁ ਦਿਨ ਲੱਗਣਗੇ, ਉਦੋਂ ਬਾਅਦ ਸੋਚ ਵਿਚਾਰ ਕੇ ਅਸੀਂ ਤੁਹਾਨੂੰ ਦੱਸ ਦਿੰਦੇ। ਹਾਂ ਇੰਨਾ ਜ਼ਰੂਰ ਹੈ, ਹੁਣ ਪਤਾ ਨਹੀਂ ਸੱਚ ਹੈ ਝੂਠ ਹੈ, ਪਰ ਸਿਸੋਦੀਆ ਸਾਹਿਬ ਇਸ਼ਾਰਾ ਕਰ ਗਏ। ਉਹ ਕਹਿੰਦੇ ਚੰਗੇ ਬੰਦੇ ਜਿਹੜੇ ਆ ਨਾ ਉਹ ਸਾਡੇ ਨਾਲ ਜੁੜਨਾ ਚਾਹੁੰਦੇ, ਉਹ ਭਾਵੇਂ ਕਿਸੇ ਪਾਰਟੀ ਦੇ ਹੋਣ, ਆਪਣੇ ਵਾਲੇ ਕਿਹੜਾ ਟਲਦੇ ਆ, ਭਾਵੇਂ ਬੀਜੇਪੀ ਦੇ ਹੋਣ। ਹਾਂ ਕਹਿੰਦੇ ਭਾਵੇਂ ਬੀਜੇਪੀ ਦੇ ਹੋਣ। ਮਤਲਬ ਸਿਆਸਤ ਆ ਗਈ ਬੰਦਿਆਂ ਨੂੰ ਵੀ ਤੁਸੀਂ ਇੱਕ ਦਾ ਨਾਂ ਜ਼ਰੂਰ ਲੈਣਾ। ਮੈਂ ਤਾਂ ਇਸ ਗੱਲੋਂ ਹੈਰਾਨ ਸੀ ਵੀ ਯਾਰ ਅਕਾਲੀ ਦਲ ਦਾ ਇੱਕ ਬੰਦਾ ਸੀ, ਉਹਦਾ ਨਾਂ ਵੀ ਲੈ ਲੈਂਦੇ। ਨਹੀਂ ਦੇਖੋ ਉਧਰਲੇ ਪਾਸੇ ਨੂੰ ਤਾਂ ਆਪਾਂ ਗਏ ਹੀ ਨਹੀਂ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਸਾਡਾ ਪਹਿਲਾਂ ਵੀ ਉੱਥੇ ਇੱਕ ਹੀ ਹੁੰਦਾ ਸੀ, ਹੁਣ ਵੀ ਸਾਡਾ ਇੱਕ ਹੀ ਆ। ਨਹੀਂ ਪਰ ਇੱਕ ਜੇ ਇਕੱਲਾ ਬੰਦਾ ਹੋਵੇ ਤੇ ਉਹ 100% ਹੁੰਦਾ, ਤੇ ਜੇ ਉਹੀ ਚਲੇ ਜਾਵੇ ਤੇ ਫਿਰ ਕੋਈ ਉੱਤੇ ਪਾਰਟੀ ਵਾਲੀ ਗੱਲ ਨਹੀਂ ਲੱਗਦੀ। ਪਰ ਮੈਨੂੰ ਲੱਗਦਾ ਉਹਨਾਂ ਨੇ ਜਾਣਾ ਨਹੀਂ। ਆਪਾਂ ਦੇਖੋ ਇੱਕ ਤਾਂ ਰੱਖਣਾ ਯਾਰ, ਇੱਦਾਂ ਥੋੜ੍ਹਾ ਕਰੋ, ਖਾਨਾ ਤਾਂ ਰੱਖੋ ਤੁਸੀਂ। ਬਾਕੀ ਐਤਕੀ ਇਹ ਲੱਗਦਾ ਮੈਂ ਕਿਹਾ ਡਰਾਈ ਹੈ ਨਾ। ਨਹੀਂ ਕਰਨ ਦਿਓ, ਉਹ ਅੱਗੇ ਹੋਰ 20 ਪੰਗੇ ਪਏ ਹੋ ਆ। ਸੰਧਾਲੀਆ ਸਾਹਿਬ ਰੌਲਾ ਕੀ ਆ ਕਿ ਤੁਸੀਂ ਇਹ ਦੇਖੋ ਕਿ ਜੇ ਤਾਂ 2 ਘਟਦੀਆਂ ਹੁੰਦੀਆਂ ਭਾਜਪਾ ਦੀਆਂ, ਇੱਕ ਆਮ ਆਦਮੀ ਪਾਰਟੀ ਦੀ, 3-4 ਆਜ਼ਾਦ ਹੁੰਦੇ, ਸਖਾਲਾ ਹੁੰਦਾ ਕੰਮ ਥੋੜ੍ਹਾ ਜਿਹਾ। ਹੁਣ ਆਜ਼ਾਦ ਤਾਂ ਕੋਈ ਜਿੱਤਿਆ ਹੀ ਨਹੀਂ। ਇਹਦਾ ਮਤਲਬ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਲਈ ਸਭ ਤੋਂ ਵੱਡੀ ਚੁਣੌਤੀ ਕੀ ਹੈ? ਆਪੋ ਆਪਣੇ ਬੰਦੇ ਕਾਇਮ ਰੱਖਣੇ। ਤੇ ਕਾਂਗਰਸ ਪਾਰਟੀ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿ ਭਾਈ ਹੁਣ ਇੱਕ ਅੱਧਾ ਜਾਂਦਾ ਤਾਂ ਜਾਵੇ, ਹੁਣ ਬਾਕੀ ਕਿਸੇ ਤਰੀਕੇ, ਕਿਉਂਕਿ ਕਾਂਗਰਸ ਨੂੰ ਹਿਮਾਚਲ 'ਚ ਦੀਦਾ ਕਿ ਸਾਡਾ ਅਜੇ ਦੂਰ ਹੈ ਕੰਮ, ਹਰਿਆਣੇ 'ਚ ਦੀਦਾ ਅਜੇ ਦੂਰ ਹੈ ਕੰਮ, ਜੋ ਹਾਈਕਮਾਂਡ ਕਰੀ ਜਾਂਦੀ ਹੈ ਦੂਰ ਹੈ ਕੰਮ। ਰਾਵਤ ਸਾਹਿਬ ਔਖੇ ਹੋ ਗਏ,
ਉੱਤਰਾਖੰਡ 'ਚ ਔਖਾ ਹੋ ਗਿਆ, ਯੂਪੀ ਦੇ ਵਿੱਚ ਪਹਿਲਾਂ ਹੀ ਕੰਮ ਔਖਾ ਹੀ ਹੋ ਗਿਆ ਹੈ, ਬੰਗਾਲ ਦੇ ਵਿੱਚ ਉਹਨਾਂ ਨੇ ਦੇਖ ਲਿਆ। ਕਾਂਗਰਸ ਪਾਰਟੀ ਦੇ ਵਿੱਚ ਫੁੱਟ ਪੈਣ ਦੀ ਜਿਹੜੀ ਹੈ ਉਹ ਅਸਾਰ ਵੱਧ ਹੁੰਦੇ ਨੇ। ਹੁਣ ਤੁਸੀਂ ਦੇਖੋ ਕਿ 14 ਦੇ ਵਿੱਚ ਬੰਦੇ 5 ਹੋਰ ਚਾਹੀਦੇ ਆ, ਇਹਨਾਂ ਦੇ ਕੋਲੇ ਕਿੰਨੇ ਨੇ? 8। ਹੁਣ ਜੇ 8 ਦੇ ਵਿੱਚੋਂ 5 ਟੁੱਟ ਕੇ ਆਮ ਆਦਮੀ ਪਾਰਟੀ ਨਾਲ ਰਲਦੇ ਆ, 5 ਟੁੱਟ ਕੇ ਜੇ ਰਲਦੇ ਆ, ਕਿਉਂਕਿ ਇਹਨਾਂ ਨੇ ਰਲਣਾ ਥੋੜ੍ਹਾ ਜਿਹਾ ਆਸਾਨ ਹੈ, ਕਿਉਂਕਿ ਉੱਥੇ ਭਾਜਪਾ ਤੇ ਕਾਂਗਰਸ ਦੀ ਸਿੱਧੀ ਦੁਸ਼ਮਣੀ ਹੈ। ਜੇ 5 ਟੁੱਟ ਕੇ ਰਲ ਜਾਂਦੇ ਆ ਜਾਂ ਵੱਖਰਾ ਧੜਾ ਬਣਾ ਕੇ ਬਾਹਰੋਂ ਸਪੋਰਟ ਕਰ ਦਿੰਦੇ ਆ ਤੇ ਉਹਨਾਂ ਦੀ ਗੱਲ ਬਣ ਸਕਦੀ ਹੈ। ਹਾਂ, ਜੇ 6 ਟੁੱਟ ਕੇ ਜਾਂ 7 ਟੁੱਟ ਕੇ, 8 ਦੇ ਵਿੱਚੋਂ ਹੁਣ 7 ਤਾਂ ਬਹੁਤੇ ਜ਼ਿਆਦਾ ਹੋ ਜਾਂਦੇ ਨਾ ਟੁੱਟਣੇ, ਫਿਰ ਉਹ ਭਾਰਤੀ ਜਨਤਾ ਪਾਰਟੀ ਦੀ ਗੱਲ ਬਣਦੀ ਹੈ। ਹਾਂ, ਭਾਜਪਾ ਤੇ ਆਮ ਆਦਮੀ ਪਾਰਟੀ ਦੋਨਾਂ 'ਚ ਕੋਈ ਮੋਛਾ ਪੈ ਜਾਵੇ ਫਿਰ ਤਾਂ ਭਾਈ ਵੱਖਰੀ ਗੱਲ ਹੈ। ਪਰ ਆਮ ਆਦਮੀ ਪਾਰਟੀ ਦੇ ਲਈ ਜਿੱਦਾਂ ਆਪਾਂ ਗੱਲ ਕਰਦੇ ਸੀ, ਪੰਜਾਬ ਦੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਜੇ ਉਹ ਕਿਸੇ ਨਾਲ ਸਮਝੌਤਾ ਕਰਦੇ ਆ ਕਿ ਭਾਈ ਕੋਈ ਗੱਲ ਨਹੀਂ, ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਤਹਿਤ, ਤਾਂ ਜਿੱਥੇ ਅੱਜ ਪੰਜਾਬ ਦੇ ਵਿੱਚ ਉਹ ਕਹਿਣਗੇ ਕਿ ਭਾਈ ਆ ਦੇਖਿਆ ਵਧੀਆ ਕੰਮ ਕੀਤਾ ਸੀ, ਦੋਨਾਂ ਪਾਰਟੀਆਂ ਨੂੰ ਹਰਾ ਕੇ ਉੱਪਰ ਆਏ ਆ, ਫਿਰ ਜਵਾਬ ਦੇਣੇ ਔਖੇ ਹੋ ਜਾਣਗੇ ਕਿ ਭਾਈ ਹੁਣ ਸਮਝੌਤਾ ਕਿਉਂ ਕੀਤਾ। ਨਹੀਂ ਉਹ ਵੀ ਕੀਤਾ ਨਾਲ, ਇਹ ਵੀ ਉਹ ਤਾਂ ਨਾਲ ਦੀ ਨਾਲ ਹੀ ਗੇਮ ਬਣ ਜਾਣੀ ਆ ਨਾ। ਹੋ ਸਕਦਾ ਵੀ ਪਹਿਲੀ ਵਾਰ ਜਿੱਤਿਆ, ਖੁਸ਼ੀ ਹੈ, ਮਿਹਰ ਹੈ, ਇੱਕ ਛੋਟੀ ਮਿਹਰ ਦੀ ਕੁਰਸੀ ਹਾਸਲ ਕਰਨ ਦੇ ਲਈ ਜੇ ਇਹਦੇ ਚੋਂ ਕੋਈ ਕੈਲਕੂਲੇਸ਼ਨ ਫਾਰਮੂਲਾ ਵੀ ਚਲਾ ਲਿਆ, ਅਗਲਾ ਨੇ ਲੇਖ ਤਾਂ ਪਹਿਲਾਂ ਲਿਖਿਆ ਹੋਣਾ, ਵਿੱਚ ਬਸ ਨਾਂ ਹੀ ਭਰਨਾ ਵੀ ਕਿਹਦਾ ਬਿਆਨ ਦੇਣਾ ਹੀ। ਉਦੋਂ ਬਾਅਦ ਹੋ ਸਕਦਾ ਵੀ 2.5-3 ਮਹੀਨੇ ਇਹਨਾਂ ਨੂੰ ਗੱਲ ਨਾ ਆਵੇ ਵੀ ਯਾਰ ਅਸੀਂ ਹੁਣ ਮਤਲਬ ਕਿੱਦਾਂ, ਕਿਉਂਕਿ ਆਪਾਂ ਚੇਤਾ ਕਰਾ ਦਈਏ ਵੀ ਇੱਕ ਤਾਂ ਇਹ ਵੀ ਲੋਕ ਯਾਦ ਕਰਦੇ ਨੇ, ਦੇਖੋ ਜੇ ਪੱਤਰਕਾਰਾਂ ਨੂੰ ਯਾਦ ਆ ਵੀ ਮਹਾਰਾਜ ਤੁਸੀਂ ਜਦੋਂ 47 ਦਿਨਾਂ ਦੇ ਮੁੱਖ ਮੰਤਰੀ ਬਣੇ ਸੀ, ਉਦੋਂ ਤੁਸੀਂ ਮਹਾਰਾਜ ਕਾਂਗਰਸ ਦੀ ਸਪੋਰਟ ਲਈ ਸੀ, ਹੈ ਨਾ, ਭਾਵੇਂ ਬਾਹਰੋਂ ਲਈ ਸੀ, ਅੰਦਰੋਂ ਲਈ ਸੀ, ਜਿਵੇਂ ਮਰਜ਼ੀ। ਦੂਜੀ ਰਹਿ ਗਈ ਗੱਲ ਵੀ ਮਜੀਠੀਆ ਸਾਹਿਬ ਵਾਲਾ ਕੰਮ ਤੱਤਾ ਦੇ ਚਿੱਠੀ ਮੁੱਖ ਮੰਤਰੀ ਸਾਹਿਬ ਵੀ ਚੁੱਕੀ, ਫਿਰ ਆਹ ਮਾਫੀ ਮੰਗੀ ਸੀ, ਆਹ ਦੇਖ ਲਓ ਮਾਫੀ ਮੈਂ ਤੈਨੂੰ ਪੜ੍ਹ ਕੇ ਸੁਣਾ ਦੇਣਾ। ਇਹ ਕਿਤੇ ਤੀਸਰੀ ਗੱਲ ਕੋਈ ਇਹੋ ਜਿਹੀ ਆ ਗਈ ਸਮਝੌਤੇ ਵਾਲੀ, ਫਿਰ ਤੇ ਅਗਲਾ ਨੇ ਇਕੱਲੀ ਸਟੇਜ 'ਤੇ ਭੰਡਿਆ ਕਰਨਾ ਵੀ ਉੱਦਾਂ ਮੈਂ 15 ਮਿੰਟ ਲਾਉਣੇ ਆ, ਪਰ 5 ਮਿੰਟ ਮੈਨੂੰ ਵੱਖਰੇ ਦਿਓ, ਮੈਂ ਜਿਹੜਾ ਆਮ ਆਦਮੀ ਪਾਰਟੀ ਦੇ ਲਾਉਣੇ ਆ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਸਰਕਾਰ ਭਾਵੇਂ 47 ਦਿਨਾਂ ਦੀ ਹੋਵੇ ਤੇ ਭਾਵੇਂ 39 ਦਿਨਾਂ ਦੀ, ਪਰ ਉਲਾਂਭਾ ਹੈਗਾ ਹੀ ਹੈਗਾ, ਹੈ ਨਾ। ਜਾਣੀ ਉਹਨਾਂ ਦੇ ਕੋਲ ਜਿੱਦਾਂ ਉਹ ਕੇਜਰੀਵਾਲ ਸਾਹਿਬ ਦਾ ਐਫੀਡੇਵਿਟ ਲੈ ਆਉਂਦੇ ਨਾ, ਆਹ ਦੇਖੋ ਜੀ ਮਜੀਠੀਆ ਸਾਹਿਬ ਤੋਂ ਮਾਫੀ ਮੰਗੀ ਸੀ, ਇਹ ਉਲਾਂਭਾ ਹੈਗਾ ਹੀ ਹੈਗਾ। ਚਲੋ ਕੁੱਲ ਮਿਲਾ ਕੇ ਨਹੀਂ, ਪਰ ਇੱਕ ਮੈਂ ਬੇਨਤੀ ਕਰਾਂ, ਆਪਾਂ 47 ਵਾਰ ਕਹਿੰਦੇ, ਉਹ ਆਪਣੇ ਨੂੰ 49 ਦਿਨਾਂ ਦੀ ਕਹਿੰਦੇ। ਹਾਂ, ਮੈਂ ਉਹੀ ਗਿਆ, ਮੈਂ ਤਾਂ ਕਰਕੇ ਪਿੱਛੇ ਲਏ, ਮੈਂ ਕਿ ਭਰਾ ਤੋਂ ਅੱਗੇ ਜਾਂਦਾ ਮੈਂ ਚੰਗਾ ਨਹੀਂ ਲੱਗਦਾ। ਮੈਨੂੰ ਇਹ ਸੀ ਵੀ ਉਹ ਜਿਹੜੇ 2 ਦਿਨ ਆ ਨਾ, ਉਹਦੇ 'ਚ ਉਹ ਗਿਣਦੇ ਆ ਵੀ ਇੱਕ ਜਿੱਦਣ ਅਸੀਂ ਬਣ ਗਏ ਤੇ ਇੱਕ ਦਿਨ ਅਸੀਂ ਛੱਡਤੀ। ਠੀਕ, ਪਰ ਕਾਰਨ ਹੈ ਵੀ ਜਿਹੜੇ ਦਿਨ ਰਹੇ ਆਪਾਂ ਤਾਂ ਗਿਣਨੇ ਉਹੀ ਆ ਨਾ। ਹਾਂ, ਨਹੀਂ ਚਲੋ ਮੰਨ ਕੇ ਚੱਲਦੇ ਆ ਮਹਾਰਾਜ, ਵੱਡੇ ਹੋ ਤੁਸੀਂ, ਕਿਉਂਕਿ ਅੱਜ ਕੱਲ੍ਹ ਤੁਸੀਂ ਮਨਾਉਂਦੇ ਹੋ ਨਾ, ਤੇ ਉਹਦੇ ਵੀ ਕੋਈ ਮਨਾਓ ਯਾਰ, ਮੈਂ ਤੇ ਕਹਿਣਾ ਕੋਈ ਤੇ ਮਨਾਓ। ਦੇਖੋ ਜਿਹੜੀ ਦਿੱਲੀ ਦਾ ਹਵਾਲਾ ਦੇ ਕੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ, ਰਾਘਵ ਚੱਡਾ ਸਾਹਿਬ ਕਹਿੰਦੇ ਟ੍ਰੇਲਰ ਆ ਫਿਲਮ ਤਾਂ ਪੰਜਾਬ 'ਚ ਦਿਖਾਉਣੀ ਹੈ, ਠੀਕ ਹੈ ਭਾਈ ਦਿਖਾ ਲਿਓ। ਉਸੇ ਹੀ ਦਿੱਲੀ 'ਚ ਇੱਕ ਕਮਰਾ ਹੈ, ਕਮਰੇ ਦੇ ਵਿੱਚ ਸੋਫੇ ਨੇ, ਸਾਹਮਣੇ ਵਾਲੇ ਸੋਫੇ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਸਾਹਿਬ ਬਿਰਾਜਮਾਨ ਨੇ, ਉਹਨਾਂ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਤੇ ਮੋਦੀ ਸਾਹਿਬ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਜਿਹੜੇ ਤਾਕਤਵਰ ਲੀਡਰ ਮੰਨੇ ਜਾਂਦੇ ਅਮਿਤ ਸ਼ਾਹ ਸਾਹਿਬ ਬੈਠੇ ਆ। ਇਧਰਲੇ ਪਾਸੇ ਨੂੰ ਕਰਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਕਰਤਾ ਧਰਤਾ ਕੈਪਟਨ ਸਾਹਿਬ ਬੈਠੇ ਆ। ਕੈਪਟਨ ਸਾਹਿਬ ਦੇ ਇਧਰਲੇ ਪਾਸੇ ਵਾਲੇ ਸੋਫੇ ਦੇ ਉੱਤੇ ਸੰਯੁਕਤ ਅਕਾਲੀ ਦਲ, ਜਿਹੜਾ ਸਾਨੂੰ ਸੰਯੁਕਤ ਥੋੜਾ ਹੀ, ਉਹ ਸੰਯੁਕਤ ਅਕਾਲੀ ਦਲ ਦੇ ਜਿਹੜੇ ਮੁਖੀਆ ਨੇ, ਰਾਜ ਸਭਾ ਦੇ ਮੈਂਬਰ ਨੇ, ਸੁਖਦੇਵ ਸਿੰਘ ਢੀਂਡਸਾ ਸਾਹਿਬ ਬੈਠੇ ਆ। ਉਹ ਪਰਲੇ ਪਾਸੇ ਸੋਫੇ ਦੇ ਉੱਤੇ ਇੱਕ ਲੀਡਰ ਦੀ ਮੈਨੂੰ ਪਹਿਚਾਣ ਨਹੀਂ, ਦੂਸਰੇ ਲੀਡਰ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ, ਜਿਹੜੇ ਕਿ ਭਾਜਪਾ ਦੇ ਪੰਜਾਬ ਦੀ ਚੋਣ ਮੁਹਿੰਮ ਦੇ ਇੰਚਾਰਜ ਨੇ। ਉੱਥੇ ਮੁਲਾਕਾਤ ਹੋਈ, ਪਹਿਲਾਂ ਕੈਪਟਨ ਸਾਹਿਬ ਇਕੱਲੇ ਮਿਲੇ, ਫਿਰ ਢੀਂਡਸਾ ਸਾਹਿਬ ਵੀ ਆ ਗਿਆ, ਫਿਰ ਸਾਂਝੇ ਮਿਲੇ, ਪਿਆਲੀ ਚਾਹ ਦੀ। ਉਹਦੇ ਤੋਂ ਬਾਅਦ ਪੱਤਰਕਾਰ ਬਾਹਰ ਖੜੇ ਸੀ, ਸ਼ੇਖਾਵਤ ਸਾਹਿਬ ਆਏ, ਵਿਚਾਲੇ ਖੜੇ, ਇੱਧਰ ਕੈਪਟਨ ਸਾਹਿਬ, ਇੱਧਰ ਢੀਂਡਸਾ ਸਾਹਿਬ, ਕਹਿੰਦੇ ਜੀ ਗੱਠਜੋੜ ਪੱਕਾ, ਸੀਟਾਂ ਦੇ ਉੱਤੇ ਗੱਲਬਾਤ ਚੱਲਦੀ ਹੈ, ਮੈਨੀਫੈਸਟੋ ਸਾਂਝਾ। ਨਹੀਂ ਉਹ ਠੀਕ ਹੈ ਗੱਲ, ਪਰ ਇੱਥੇ ਹੁਣ ਇੱਕ ਸਵਾਲ ਜਿਹੜਾ ਕਿ ਢੀਂਡਸਾ ਸਾਹਿਬ ਨੂੰ ਪੁੱਛਿਆ ਵੀ ਗਿਆ, ਪਰ ਮੈਂ ਉਹਨਾਂ ਦਾ ਜਵਾਬ ਕਿਸੇ ਵੀ ਸੁਣਿਆ ਨਹੀਂ, ਗਾਂ ਉਹਦੇ ਦਿਨ ਪਤਾ ਨਹੀਂ। ਉਹ ਇਹ ਸੀ ਵੀ 3 ਉਹਨਾਂ ਨੇ ਚੀਜ਼ਾਂ ਦੀ ਗੱਲ ਕੀਤੀ ਸੀ ਵੀ ਇਹ ਜਿਹੜੀਆਂ 3 ਮੰਗਾਂ ਨੇ ਜੀ, ਇਹ ਪ੍ਰਵਾਨ ਕਰੋ, ਫਿਰ ਆਪਾਂ ਗੱਠਜੋੜ ਕਰਾਂਗੇ। ਜਿੱਥੋਂ ਤੱਕ ਮੈਨੂੰ ਪਤਾ ਵੀ ਮੰਗਾਂ ਪ੍ਰਵਾਨ ਕੀਤੀਆਂ ਨਹੀਂ ਕੀਤੀਆਂ, ਉਹਦੀ ਗੱਲ ਕਲੀਅਰ ਨਹੀਂ ਹੋਈ ਅਜੇ ਤੱਕ। ਵੀ ਚੰਡੀਗੜ੍ਹ ਪੰਜਾਬ ਨੂੰ ਦੇਣਾ, ਇੱਕ ਵੱਡਾ ਪੈਕੇਜ ਦੇਣਾ, ਤੇ ਜਿਹੜੇ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ ਕਰਨੀ। ਹੁਣ ਜੇ ਉਹ ਸ਼ਰਤ ਮੰਨ ਲਈ ਗਈ ਆ ਤਾਂ ਵੀ ਕਲੀਅਰ ਨਹੀਂ ਕੀਤਾ, ਜਾਂ ਫਿਰ ਅਗਲਾ ਕਹਿੰਦਾ ਨਹੀਂ ਕੋਈ ਨਹੀਂ, ਸ਼ਰਤਾਂ ਕੋਈ ਨਹੀਂ ਮਹਾਰਾਜ, ਤੁਸੀਂ ਨਾਲ ਹੀ ਆ ਸਾਡੇ, ਸੰਤੁਸ਼ਟੀ ਕਰਾ ਦੇਣਾ ਮੈਂ ਤੁਹਾਡੀ, ਹੈ ਨਾ। ਜੇ ਤੇ ਇੱਦਾਂ ਹਲਕੀ ਜਿਹੀ ਗੱਲ ਹੋਈ, ਪੁੱਛਿਆ, ਉਹਨਾਂ ਦੱਸਿਆ ਕਿ ਜੀ ਤੁਸੀਂ ਭਾਜਪਾ ਨਾਲ ਕਿੱਦਾਂ, ਤੁਸੀਂ ਤਾਂ ਕਹਿੰਦਾ ਹੀ ਜਾਣਾ ਨਹੀਂ। ਉਹ ਕਹਿੰਦੇ ਸਾਡੇ ਕੋਲ ਰਾਹ ਹੀ ਨਹੀਂ ਕੋਈ ਹੋਰ, ਜਾਣੀ ਉਹਨਾਂ ਨੇ ਫਿਰ ਗੱਲ ਮਾੜੀ। ਅਗਲੀ ਲਾਈਨ ਵੀ ਸੁਣੋ, ਨਹੀਂ ਫਿਰ ਤੁਸੀਂ, ਉਹ ਕਹਿੰਦੇ ਜੀ ਸਮਰੱਥ ਨਹੀਂ, ਸਾਨੂੰ ਪਤਾ ਹੀ ਇਕੱਲਿਆਂ ਨਹੀਂ ਲੜ ਸਕਦੇ। ਜਾਣੀ ਉਹਨਾਂ ਨੇ ਸਾਫ਼ ਹੀ ਕਹਿਤਾ ਕਿ ਸਾਡੇ ਕੋਲ ਹੋਰ, ਭਾਜਪਾ ਵਾਲਿਆਂ ਤੋਂ ਕਹਿੰਦੇ ਨੱਕ ਬੜਾ, ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਦਾ ਨੱਕ ਬੜਾ ਉੱਚਾ। ਜਾਣੀ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਕਲੀਅਰ ਕਿਹਾ, ਜਦੋਂ ਪੱਤਰਕਾਰ ਬਾਰ-ਬਾਰ ਪੁੱਛਦੇ ਸੀ
ਕਹਿੰਦੇ ਜੀ ਸਾਡੇ ਕੋਲ ਸਾਡੀ ਮਜਬੂਰੀ ਹੈ, ਸਾਡੇ ਕੋਲੇ ਰਾਹ ਕੋਈ ਨਹੀਂ, ਪਾਰਟੀ ਨਵੀਂ ਹੈ, ਪਾਰਟੀ ਛੋਟੀ ਹੈ ਤੇ ਸਾਡੇ ਕੋਲੋਂ ਇਕੱਲਿਆਂ ਲੜੇ ਨਹੀਂ ਸੀ ਜਾਣਾ ਤੇ ਸਾਡੀ ਮਜਬੂਰੀ ਹੈ ਕਿ ਭਾਈ ਅਸੀਂ ਗੱਠਜੋੜ ਦੇ ਵਿੱਚ ਰਹੀਏ। ਨਹੀਂ ਤੇ ਫਿਰ 2-3 ਦਿਨ ਪਹਿਲਾਂ ਆਪਾਂ ਨੂੰ 3 ਮੰਗਾਂ ਨਹੀਂ ਸੀ ਰੱਖਣੀ ਚਾਹੀਦੀਆਂ, ਕੀ ਲੋੜ ਪਈ ਸੀ? ਸੰਧਾਲੀਆ ਸਾਹਿਬ 20 ਵਾਰੀ ਮੈਂ ਤੁਹਾਡੇ ਨਾਲ ਜਦੋਂ ਤੁਸੀਂ ਸਾਹਮਣੇ ਹੁੰਦੇ ਕੈਮਰਾ 'ਚ ਮੈਂ ਕਹਿੰਦਾ ਉਹਨਾਂ ਭਾਜੀ ਨੇ, ਵੱਡੇ ਭਾਜੀ ਨੇ, ਹੁਣ ਮੈਂ ਪ੍ਰੋਗਰਾਮ ਤਾਂ ਕਰਨਾ, ਚਾਹੇ ਤੁਸੀਂ ਹੂਰਾ ਫੇਰਦੇ ਹੋ ਬਾਹਰ ਲਿਜਾ ਕੇ। ਨਹੀਂ ਇਦਾਂ ਦੀ ਗੱਲ ਨਹੀਂ। ਅੱਛਾ ਚਲੋ ਹੁਣ ਉਹਨਾਂ ਦੀ ਗੱਲ ਆਪ ਇੱਥੇ ਆ ਕੇ ਨਿਬੜੀ ਆ ਵੀ 2 ਬੰਦੇ ਬੀਜੇਪੀ ਦੇ, 2 ਪੰਜਾਬ ਲੋਕ ਕਾਂਗਰਸ ਦੇ ਤੇ 2 ਬੰਦੇ ਢੀਂਡਸਾ ਸਾਹਿਬ ਦੇ ਹੋਣਗੇ, 6 ਬੰਦਿਆਂ ਦੀ ਕਮੇਟੀ ਜੀ। ਤੇ ਕਮੇਟੀ ਨੇ ਇਹ ਫੈਸਲਾ ਕਰਨਾ ਵੀ ਕਿੱਥੋਂ ਕਿਹੜਾ ਬੰਦਾ ਜੇਤੂ ਉਮੀਦਵਾਰ ਹੋ ਸਕਦਾ, ਕੀ ਆਪਣਾ ਹਿਸਾਬ ਕਿਤਾਬ ਹੋਊਗਾ, ਐਂਡ ਉਹ ਮਿਨੀਮਮ ਜੋ ਵੀ ਪ੍ਰੋਗਰਾਮ ਸੈੱਟ ਹੋਊਗਾ ਉਸ ਪ੍ਰੋਗਰਾਮ ਦੇ ਹਿਸਾਬ ਨਾਲ ਸੀਟਾਂ ਮਿਲਣੀਆਂ। ਇਦਾਂ ਹੀ ਆ ਜੀ। ਤੇ 5 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ ਸਿੱਧੇ ਫਿਰੋਜ਼ਪੁਰ, PGI ਦੇ ਸੈਟੇਲਾਈਟ ਕੇਂਦਰ ਦਾ ਉਦਘਾਟਨ, ਉਹਦੇ ਤੋਂ ਬਾਅਦ ਇਕੱਠ ਤੇ ਅਕਾਲੀ ਦਲ ਤੋਂ ਬਿਨਾਂ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਟੁੱਟਣ ਤੋਂ ਬਾਅਦ ਭਾਵੇਂ ਸਾਲ ਤੋਂ ਉੱਪਰ ਹੋ ਗਿਆ, ਇਹ ਭਾਰਤੀ ਜਨਤਾ ਪਾਰਟੀ ਦਾ ਆਪਣੇ ਬਲਬੂਤੇ ਪਹਿਲਾ ਇਕੱਠ ਹੈ। ਤੇ ਉਸ ਸਟੇਜ ਦੇ ਉੱਤੇ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਪ੍ਰਧਾਨ ਮੰਤਰੀ ਸਾਹਿਬ ਬੈਠੇ ਹੋਣਗੇ, ਨਾਲ ਸ਼ੇਖਾਵਤ ਸਾਹਿਬ ਹੋਣਗੇ, ਇੱਧਰ ਹੰਸਰਾਜ ਹੰਸ ਹੋਣੀ ਹੋਣਗੇ, ਅਸ਼ਵਨੀ ਸ਼ਰਮਾ ਸਾਹਿਬ ਹੋਣਗੇ, ਕੈਪਟਨ ਅਮਰਿੰਦਰ ਸਿੰਘ ਹੋਰੀ ਹੋਣਗੇ, ਸੁਖਦੇਵ ਸਿੰਘ ਢੀਂਡਸਾ ਸਾਹਿਬ ਹੋਣਗੇ, ਮਨਜਿੰਦਰ ਸਿੰਘ ਸਿਰਸਾ ਸਾਹਿਬ ਹੋਣਗੇ, ਹੋ ਸਕਦਾ ਹੈ ਹਰਿੰਦਰ ਸਿੰਘ ਖਾਲਸਾ ਸਾਹਿਬ ਹੋਣ, ਹੋ ਸਕਦਾ ਹੈ ਹਰਦੀਪ ਸਿੰਘ ਪੁਰੀ ਸਾਹਿਬ ਹੋਣ, ਹੋ ਸਕਦਾ ਹੈ ਬਹੁਤ ਸਾਰੇ ਹੋਰ ਲੀਡਰਾਂ ਦਾ ਵੀ ਮੈਂ ਨਾਂ ਲੈ ਸਕਦਾ ਕਿ ਹੋ ਸਕਦਾ ਕਿ ਭਾਈ ਉਹ ਸਾਰੇ ਬੰਦੇ ਵੀ ਹੋਣ। ਤੇ ਜਿਹੜੇ SGPC ਦੇ ਸਾਬਕਾ ਜੂਨੀਅਰ ਅਮਿਤ ਪ੍ਰਧਾਨ ਪਿਛਲੇ ਦਿਨਾਂ 'ਚ ਸ਼ਾਮਲ ਕੀਤੇ ਸੀ ਉਹ ਵੀ ਤਾਂ ਹੋਣਗੇ। ਨਹੀਂ ਬਿਲਕੁਲ ਹੋਣਗੇ। ਮੈਨੂੰ ਤਾਂ ਹੋਰ ਵੀ ਸ਼ੱਕ ਲੱਗਦਾ ਕਿ ਜੇ ਏਡੀ ਵੱਡੀ ਰੈਲੀ ਹੁਣ ਫਿਰੋਜ਼ਪੁਰ 'ਚ ਕਰਨੀ ਆ ਤੇ ਜੇ ਪਿਛਲੇ ਦਿਨਾਂ 'ਚ 2-4 ਬੰਦੇ ਜਾਂਦੇ ਰਹੇ ਤੇ ਉਹਦੇ ਨੂੰ ਪਤਾ ਲੱਗੇ ਵੀ ਸਟੇਜ ਤੇ ਬੰਦੇ ਭਾਵੇਂ ਹੋਣ ਭਾਵੇਂ ਨਾ ਹੋਣ, ਅੱਗੇ 30-40 ਕੁਰਸੀਆਂ ਹੁਣ ਸਰੋਪੇ ਪਾ ਕੇ ਬੰਦੇ ਬੈਠੇ ਹੋਣ ਤੇ ਉਹ ਵੱਖਰੀਆਂ ਪਾਰਟੀਆਂ 'ਚ ਆਏ ਹੋਣ ਵੀ ਅੱਜ ਹੀ ਸ਼ਾਮਲ ਹੋਏ ਨੇ, ਕਿਉਂਕਿ ਬਹੁਤ ਦੱਬਿਆ ਘੁੱਟਿਆ ਜਾਂਦਾ ਕਈ ਕੁਛ ਚੱਲ ਰਿਹਾ ਹੈ। ਹੁਣ ਜਦੋਂ ਰਾਣਾ ਸੋਢੀ ਸਾਹਿਬ ਜਦੋਂ ਨੇੜਤਾ ਕੈਪਟਨ ਸਾਹਿਬ ਨਾਲ ਸੀਗੀ ਤੇ ਜਿੱਦਾਂ ਉਹਨਾਂ ਨੇ ਪਲਾਕੀ ਮਾਰ ਕੇ ਤੇ BJP 'ਚ ਗਏ ਤੇ ਉਹਨਾਂ ਕਿਹਾ ਵੀ ਲੜਾਈ ਬੜੀ ਹੈ, ਇਹਨਾਂ ਕਿਤੇ ਪੰਜਾਬ ਦਾ ਕੁਛ ਕਰਨਾ, ਮੇਰੇ ਕੋਲੋਂ ਨਹੀਂ ਵੇਖਿਆ ਗਿਆ। ਫਿਰ ਮੈਂ ਕਿਹਾ ਮੈਂ BJP ਚੱਲਿਆ। ਸੇਮ ਬਿਆਨ ਸਿਰਸਾ ਸਾਹਿਬ ਨੇ ਕਿਹਾ ਵੀ ਮੇਰੇ ਕੋਲੋਂ ਨਹੀਂ ਵੇਖਿਆ ਗਿਆ, ਅਕਾਲੀ ਦਲ ਕੋਲੋਂ ਕੁਛ ਨਹੀਂ ਹੋਣਾ, ਫਿਰ ਮੈਂ ਤਾਂ ਗਿਆ। ਤੇ ਇੰਨੀ ਲੈਣ ਹੀ ਬੋਲਣੀ, ਇੰਨੀ ਲੈਣ ਬੋਲ ਕੇ ਕਿੰਨੇ ਬੰਦੇ ਜਾ ਸਕਦੇ, ਕਿੱਡੇ ਫਰਕ ਪੈਂਦਾ। ਗੱਲ ਤਾਂ ਤੁਹਾਡੀ ਠੀਕ ਹੈ। ਤੇ ਮੈਨੂੰ ਇੱਥੇ ਇੱਕ ਬਿਆਨ ਢੀਂਡਸਾ ਸਾਹਿਬ ਦਾ ਹੋਰ ਚੇਤੇ ਆ ਗਿਆ ਜੀ, ਕਿਵੇਂ ਫਿਰ ਜਾਣੀ ਕਿਉਂ ਫਿਰ ਕਹਿੰਦੇ ਜੀ ਚਲੋ ਮਜਬੂਰੀ ਵੀ ਮੰਨੀ, ਕਹਿੰਦੇ ਸਿੱਖਾਂ ਦੇ ਮਸਲਿਆਂ 'ਤੇ ਧਿਆਨ ਬੜਾ ਦਿੰਦੇ ਆ। ਹਾਂ, ਇਸ ਕਰਕੇ ਉਹ ਜਿਹੜੀ ਲਾਈਨ ਮੂਹਰੇ ਲੱਗੀ ਹੋਣੀ ਉਹਨਾਂ ਸਾਰਿਆਂ ਨੇ ਇਹ ਕਹਿ ਦੇਣਾ। ਬਾਕੀ ਹੋਰ ਕਿਸੇ 'ਤੇ ਯਕੀਨ ਸੰਧਾਲੀਆ ਸਾਹਿਬ ਹੋਵੇ ਨਾ ਹੋਵੇ, ਦਰਵੇਸ਼ ਬੰਦੇ ਨੇ, ਹੰਸਰਾਜ ਹੰਸੂਰੀ ਮੈਂਬਰ ਪਾਰਲੀਮੈਂਟ ਨੇ ਦਿੱਲੀ ਤੋਂ ਲੱਖਾਂ ਵੋਟਾਂ ਦੇ ਨਾਲ ਜਿੱਤੇ ਸੀ, ਉਹਨਾਂ ਦੀ ਗੱਲ ਤਾਂ ਮੰਨਣੀ ਪਊਗੀ ਨਾ। ਉਹ ਕਹਿੰਦੇ ਤੋਹਫੇ ਲੈ ਕੇ ਆ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ, ਕਹਿੰਦੇ ਮੁਫਤ ਵਾਲੀ ਗੱਲ ਨਹੀਂ, ਠੂਠੇ ਨਹੀਂ ਫੜਾਉਣੇ, ਰੁਜ਼ਗਾਰ ਪੈਦਾ ਕਰਨਾ, ਨਵੇਂ ਸਾਧਨ ਪੈਦਾ ਕਰਨੇ ਆ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਦੀ ਸੋਚ ਬੜੀ ਆਲਾ ਦਰਜੇ ਦੀ ਹੈ। ਨਹੀਂ ਹੈਗੀ ਆ। ਮੈਨੂੰ ਤੇ ਇਹ ਵੀ ਸ਼ੱਕ ਹੈ ਵੀ UP ਵਾਲੇ ਯੋਗੀ ਸਾਹਿਬ ਨੂੰ ਨਾ ਲੈ ਆਉਣ ਜੀ, ਕਿਉਂਕਿ ਆ ਇੱਕ ਜਿਹੜੀ ਵੀਡੀਓ ਲੇਟੈਸਟ ਉਹਨਾਂ ਦੀ ਜਿਹਦੇ ਵਿੱਚ ਉਹਨਾਂ ਨੇ ਵੀ ਪੱਗ ਬੰਨੀ ਹੈ ਸੁੱਖ ਨਾਲ ਖੱਟੇ ਰੰਗ ਦੀ, ਉਹਨਾਂ ਨੇ ਜਿਹੜਾ ਉੱਥੇ ਉਹ ਗੱਲ ਜ਼ਿਕਰ ਕੀਤਾ ਮਹਾਰਾਜਾ ਰਣਜੀਤ ਸਿੰਘ ਵਾਲਾ, ਕਿਉਂਕਿ ਮੰਦਰ ਦਾ ਜ਼ਿਕਰ ਕਰਦੇ ਸੀ, ਉਹ ਕਹਿੰਦੇ ਵੀ ਪਤਾ ਕੀਤਾ ਵੀ ਯਾਰ ਇਸ ਮੰਦਰ ਤੇ ਇੰਨਾ ਸੋਨਾ ਕਿਹਨੇ ਚੜਾਇਆ। ਪਤਾ ਲੱਗਿਆ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ 2 ਟਨ ਸੋਨਾ ਉਦੋਂ ਲਿਆਂਦਾ ਸੀ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਮੰਦਰ ਤੇ ਸੋਨਾ ਚੜਾਇਆ, ਔਰੰਗਜ਼ੇਬ ਢਾਉਣ ਨੂੰ ਫਿਰਦਾ ਸੀ, ਨਾਲ ਹੀ ਬੋਲੇ, ਮਤਲਬ BJP ਦੇ ਸਮਾਗਮ ਦੇ ਵਿੱਚ ਬੋਲੇ ਸੋ ਨਿਹਾਲ ਦੇ ਜਦੋਂ ਜੈਕਾਰੇ ਗੂੰਜਦੇ ਆ ਤੇ ਤੁਸੀਂ ਅੰਦਾਜ਼ਾ ਲਾਓ ਵੀ ਫਿਰੋਜ਼ਪੁਰ 'ਚ ਕਿਵੇਂ ਦੀ ਰੈਲੀ ਹੋਊਗੀ। ਯੋਗੀ ਸਾਹਿਬ ਦੀ ਤੁਸੀਂ ਗੱਲ ਕੀਤੀ, ਚੇਤਾ ਆ ਗਿਆ। ਨੀਤੀ ਆਯੋਗ ਸਰਕਾਰ ਦਾ ਅਦਾਰਾ, ਉਹਨਾਂ ਨੇ ਇੱਕ ਰਿਪੋਰਟ ਸਿਹਤ ਸੰਬੰਧੀ, ਹੈਲਥ ਸੰਬੰਧੀ ਕਿ ਸੂਬੇ ਦੇ ਵਿੱਚ ਸਿਹਤ ਸੇਵਾਵਾਂ ਕਿਹੋ ਜਿਹੀਆਂ, ਸਾਰਾ ਕੁਝ ਲੋਕਾਂ ਦੀ ਸਿਹਤ ਕਿੱਦਾਂ ਦੀ ਹੈ, ਰਿਪੋਰਟ ਜਾਰੀ ਕੀਤੀ ਤੇ ਉਹਦੇ ਵਿੱਚ ਕੇਰਲਾ ਸੂਬਾ ਨੰਬਰ 1 ਦੇ ਇੱਕ ਵਧੀਆ ਜੀ ਉੱਥੇ, ਤੇ ਨੰਬਰ 1 ਦੇ ਉੱਤੇ UP ਵੀ, ਪਰ ਥੱਲੜੇ ਪਾਸਿਓਂ। ਤੁਸੀਂ ਇਹ ਦੇਖੋ ਕਿ ਜੇ ਇੱਕ ਬਹੁਤ ਵੰਡ ਕਰਕੇ ਦੇਖਣੀ ਹੋਵੇ, ਪਹਿਲੇ ਨੰਬਰ ਦੇ ਉੱਤੇ ਇੱਕ ਵਧੀਆ ਸਿਹਤ ਨੀਤੀ ਆਯੋਗ ਕਹਿੰਦਾ ਉਹ ਕੇਰਲਾ, ਦੂਜੇ ਨੰਬਰ ਦੇ ਉੱਤੇ ਤਾਮਿਲਨਾਡੂ ਹੈ, ਤੀਸਰੇ ਦੇ ਉੱਤੇ ਤੇਲੰਗਾਨਾ ਹੈ। ਇਹ ਸਿੱਧੇ ਜੇ ਭਾਰਤ ਦੇ ਨਕਸ਼ੇ ਤੋਂ ਦੇਖਣਾ ਪਏ ਅੱਧ ਤੋਂ ਥੱਲੇ ਨਹੀਂ, ਤੇ ਉਹਦੇ ਤੋਂ ਉੱਪਰ ਜਿਹੜੇ ਥੱਲਿਓਂ ਜਾਣੀ ਮਾੜੀ ਸਥਿਤੀ ਹੈ, ਜਿੱਥੇ ਦੀ ਮਾੜੀ ਸਥਿਤੀ ਦੇ ਵਿੱਚ ਸਭ ਤੋਂ ਮਾੜੀ ਸਥਿਤੀ UP ਦੀ, ਉਹਦੇ ਤੋਂ ਬਾਅਦ ਫਿਰ ਬਿਹਾਰ ਦਾ ਨੰਬਰ ਆਉਂਦਾ ਹੈ, ਉਹਦੇ ਤੋਂ ਬਾਅਦ ਫਿਰ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ। ਜਾਣੀ ਮੱਧ ਭਾਰਤ ਦੇ ਵਿੱਚ ਜਿੱਥੇ ਸਭ ਤੋਂ ਵੱਧ ਰੈਲੀਆਂ ਹੁੰਦੀਆਂ, ਜਿੱਥੇ ਸਭ ਤੋਂ ਵੱਧ ਦੌਰੇ ਹੁੰਦੇ, ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਸਭ ਤੋਂ ਵੱਧ ਮੰਤਰੀ ਨੇ, ਜਿੱਥੇ ਸਭ ਤੋਂ ਵੱਧ ਆਬਾਦੀ ਹੈ, ਸੰਧਾਲੀਆ ਸਾਹਿਬ ਜੇ ਉੱਥੇ ਸਿਹਤ ਸਹੂਲਤਾਂ ਸਰਕਾਰ ਦੇ ਨੀਤੀ ਆਯੋਗ ਦੇ ਰਿਪੋਰਟ ਦੇ ਮੁਤਾਬਕ ਇੰਨੀਆਂ ਮਾੜੀਆਂ ਹੋਣਗੀਆਂ, ਫਿਰ ਥੋੜ੍ਹਾ ਜਿਹਾ ਤਾਂ ਕਿਤੇ ਨਾ ਕਿਤੇ ਦੇਖਣਾ ਪਊਗਾ ਨਾ, ਕਿਉਂਕਿ ਕਮਜ਼ੋਰ ਲੋਕਾਂ ਦੇ ਨਾਲ, ਕਮਜ਼ੋਰ ਸਿਹਤ ਸਹੂਲਤਾਂ ਦੇ ਨਾਲ
ਮੈਨ ਪਾਵਰ ਤੋਂ ਬਹੁਤਾ ਵਧੀਆ ਕੰਮ ਨਹੀਂ ਲਿਆ ਜਾ ਸਕਦਾ, ਭਾਵੇਂ ਨੌਜਵਾਨ ਆਬਾਦੀ ਕਿੰਨੀ ਵੀ ਕਿਉਂ ਨਾ ਹੋਵੇ। ਨਹੀਂ ਇਹ ਤਾਂ ਹੈ। ਹੁਣ ਜੇ ਆਪਾਂ ਭਾਰਤ ਦੇ ਨਕਸ਼ੇ ਨੂੰ ਵਿਚਾਲਿਓਂ ਲੀਕ ਮਾਰਦੀ ਇੱਦਾਂ, ਗੁਜਰਾਤ ਤੋਂ ਧਰ ਕੇ ਪਰਾਂ ਉਹ ਪੱਛਮੀ ਬੰਗਾਲ ਵੱਲ ਨੂੰ, ਜੀ, ਤੇ ਉਹ ਇਦਾਂ ਵੀ ਉੱਪਰਲੇ ਜਿਹੜੇ ਸੂਬੇ ਸੀਗੇ ਉਹਨਾਂ ਦੀ ਲਿਸਟ 'ਚ ਨਾਂ ਥੱਲੇ ਆ, ਜਿਹੜੇ ਥੱਲੇ ਸੂਬੇ ਨੇ ਉਹਨਾਂ ਦਾ ਲਿਸਟ 'ਚ ਨਾਂ ਉੱਪਰ ਹੈ। ਪਰ ਇੱਕ ਗੱਲ ਮੰਨਣੀ ਪਏਗੀ, ਹਾਂਜੀ 2019-20 ਦੀ ਰਿਪੋਰਟ ਹੈ ਇਹ। ਪੰਜਾਬ ਨੇ ਤਰੱਕੀ ਕੀਤੀ, ਪੰਜਾਬ ਤਰੱਕੀ ਦੀਆਂ ਰਾਹਾਂ ਤੇ ਪਹਿਲਾਂ 9ਵੇਂ ਨੰਬਰ ਤੇ ਹੁੰਦਾ ਸੀ, ਹੁਣ 8ਵੇਂ ਤੇ ਆ ਗਏ ਆਪਾਂ। ਹਾਂ ਤੇ ਹੈ ਤੇ ਆਪਾਂ ਫਿਰ ਲੱਕ 'ਚ ਹੀ ਰਹੇ ਨਾ। ਲੱਕੋਂ ਲੈ ਲਿਆ ਕਹਿੰਦੇ। ਉਹੀ ਤੇ ਗੱਲ ਹੈ ਵੀ ਰਹੇ ਤੇ ਲੱਕ 'ਚ ਹੀ, ਵੀ ਭਾਵੇਂ ਪੈਂਦੀ ਸਰਾਣੇ ਕਿਸੇ ਪਾਸੇ ਚੱਲ ਜਾਈਏ, ਲੱਕ ਦੇ ਵਿਚਾਲੇ ਹੀ ਆ। ਮੈਨੂੰ ਕਦੇ ਕਦੇ ਇਹ ਵੀ ਲੱਗਦਾ ਹੁੰਦਾ, ਇੱਕ ਵਾਰੀ ਪੇਪਰ ਨਹੀਂ ਵੰਡੇ ਸੀ ਸਰਕਾਰੀ ਸਕੂਲ ਦੇ ਵਿੱਚ 6ਵੀਂ ਦੇ ਬੱਚਿਆਂ ਨੂੰ ਪੇਪਰ ਦਿੱਤੇ, ਤੇ ਮਾਸੀ ਆਹ ਲੈ ਬਈ ਆਹ ਲੈ ਵੀ ਆਹ ਲੈ ਵੀ, ਤੇ ਪਿੱਛੇ ਦੋ ਜਣੇ ਜਿੱਦਾਂ ਮੈਂ ਤਾਂ ਤੁਸੀਂ ਆਪਸ ਦੇ ਵਿੱਚ ਜਣੀ ਸੰਧਾ ਵਾਲੀਆਂ ਨੇ ਮੈਨੂੰ ਇਹਦਾ ਕੱਛ 'ਚ ਦਿੱਤਾ ਆ। ਉਹ ਕਹਿੰਦੇ ਲੜਦੇ ਕਿਉਂ ਆ? ਉਹ ਕਹਿੰਦੇ ਲੜਨਾ ਕੀ ਜੀ, ਇਹ ਨੰਬਰਾਂ ਤੋਂ ਰੌਲਾ ਪੈ ਗਿਆ, ਮੇਰੇ ਵੱਧ ਆ ਜੀ, ਇਹਦੇ ਘੱਟ ਆ। ਕਹਿੰਦੇ ਕਿੰਨਾ ਫਰਕ ਹੈ? ਕਹਿੰਦਾ ਜੀ ਇਹਦੇ 2 ਤੇਰੇ ਕਿੰਨੇ 3, ਕਹਿੰਦੇ 100 ਚੋਂ। ਸੋ 2-3 ਦੀ ਲੜਾਈ ਹੈ। ਚਲੋ ਇਹ ਤਾਂ ਹੁਣ ਗੱਲ ਪੱਕੀ ਹੋ ਗਈ ਵੀ ਬੀਜੇਪੀ ਨੇ ਹੁਣ ਜੇ 5 ਜਨਵਰੀ ਦਾ ਦਿਨ ਰੱਖ ਲਿਆ, ਇਹਦਾ ਮਤਲਬ ਇਹ ਹੋਗਾ ਵੀ 5 ਜਨਵਰੀ ਤੱਕ ਅਜੇ ਤੇ ਚੋਣ ਜ਼ਾਬਤਾ ਨਹੀਂ ਲੱਗਦਾ। ਬਾਕੀ ਰਹੀ ਗੱਲ ਜਿਹੜਾ ਇਹ ਸ਼ੰਕਾ ਸੀ ਵੀ ਪਤਾ ਨਹੀਂ ਯਾਰ ਚੋਣਾਂ ਰੁਕ ਨਾ ਜਾਣ, ਬ੍ਰੇਕ ਨਾ ਲੱਗ ਜੇ, ਉਹ ਵੀ ਮੇਰਾ ਖਿਆਲ ਚੋਣ ਕਮਿਸ਼ਨ ਨੇ ਵੱਡੇ ਅਫਸਰਾਂ ਦੇ ਨਾਲ ਮੀਟਿੰਗ ਕਰ ਲਈ, 5 ਰਾਜਾਂ ਦੇ ਅਫਸਰ ਭਾਲੇ, ਨਾਲ ਸਿਹਤ ਸਕੱਤਰ ਸਾਹਿਬ ਨੂੰ ਬਿਠਾ ਲਿਆ ਵੀ ਮਹਾਰਾਜ ਕਰੋਨਾ ਹੈ, ਓਮੀਕਰੋਨ ਹੈ, ਕੋਈ ਸਮਝਾਓ, ਦੱਸੋ, ਕੋਈ ਗੱਲ ਪਾਓ ਖਾਨੇ, ਵੀ ਇਹ ਨਾ ਹੋਵੇ ਵੀ ਆਪਾਂ ਚੋਣਾਂ ਦੀ ਤਿਆਰੀ ਕਰਦੇ ਫਿਰੀਏ, ਕੱਲ੍ਹ ਨੂੰ ਕਰੋਨੇ ਵਾਲਾ ਪਟਾਕਾ ਪੈ ਜੇ। ਪਰ ਹੁਣ ਜੋ ਉਹਨਾਂ ਨੇ ਰਿਪੋਰਟਾਂ ਦੱਸੀਆਂ ਵੀ ਫਿਲਹਾਲ ਦੇ ਹਿਸਾਬ ਨਾਲ ਸਾਨੂੰ ਠੀਕ ਲੱਗਦਾ ਜੀ, ਤੂੰ ਇਹ ਸਾਰਾ ਕੁਝ ਚੱਲਦਾ ਰਹਿਣ ਦਿਓ। ਸੋ ਇਹਦਾ ਮਤਲਬ ਇਹ ਹੋ ਗਿਆ ਵੀ 5 ਸਟੇਟਾਂ ਦੇ ਵਿੱਚ ਸਮੇਂ ਸਿਰ ਇਲੈਕਸ਼ਨ ਹੋ ਗਈ। ਇਹਦਾ ਮਤਲਬ ਇਹ ਹੋ ਗਿਆ ਵੀ ਜਿੰਨੇ ਬੰਦੇ ਲੀਡਰ ਸਾਹਿਬਾਨਾਂ ਨੂੰ ਇਹ ਲੱਗਦਾ ਸੀ ਵੀ ਇਹ ਖਰਚਾ ਵੀ ਹੋ ਜਾਣਾ, ਇਹ ਨਾ ਹੋਵੇ ਬਾਅਦ 'ਚ ਕਹਿਣ ਵੀ ਯਾਰ ਇਲੈਕਸ਼ਨ ਨਹੀਂ ਹੋਣੀ, ਉਹਨਾਂ ਨੂੰ ਹੌਸਲਾ ਹੋ ਗਿਆ ਵੀ ਇਲੈਕਸ਼ਨ ਹੋਊਗੀ। ਨਹੀਂ, ਇੱਕ ਸਲਾਹ ਉਹਨਾਂ ਨੂੰ ਦੇ ਦਿੰਦੇ ਆ, ਕਿਉਂਕਿ ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਸਾਹਿਬ ਤੇ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਨਾ ਕਿ ਭਾਈ ਜੇ ਤੁਸੀਂ ਰੈਲੀ ਇਹ ਸੋਚਦੇ ਆ ਕਿ ਆਪਾਂ ਆਖਰੀ ਦਿਨਾਂ ਦੇ ਵਿੱਚ ਕਰਾਂਗੇ, ਹੁਣ ਕਰ ਲਓ, ਕਿਉਂਕਿ ਜੇ ਫਰਵਰੀ ਦੇ ਵਿੱਚ ਜਿਸ ਤਰੀਕੇ ਐਨ ਕਿਹਾ ਕਿ ਲਹਿਰ ਸਿਖਰ ਤੇ ਹੋ ਸਕਦੀ ਓਮਿਕਰੋਨ ਦੀ, ਅਸੀਂ ਕਹਿੰਦੇ ਆ ਕਿ ਨਾ ਹੋਵੇ, ਸਾਡੀ ਇੱਛਾ ਹੈ ਕਿ ਨਾ ਹੋਵੇ, ਪਰ ਜੇ ਹੋਈ ਤਾਂ ਇਲੈਕਸ਼ਨ ਉਹਨਾਂ ਨੇ ਪੋਸਟਪੋਨ ਨਹੀਂ ਕਰਨੀ, ਰੈਲੀਆਂ ਦੇ ਉੱਤੇ ਰੋਕ ਲਾ ਸਕਦੇ ਆ ਕਿ ਭਾਈ ਤੁਸੀਂ ਦੂਜੇ ਮਹਾਂਦੇਵਾਂ ਦੇ ਨਾਲ ਪ੍ਰਚਾਰ ਕਰੋ ਆਖਰੀ 1-2 ਹਫ਼ਤੇ। ਇਸ ਕਰਕੇ ਫੇਰ ਨਾ ਕਿਉਂ ਕਿ ਭਾਈ ਤਿਆਰੀਆਂ ਧਰੀਆਂ ਰਹਿ ਗਈਆਂ, ਟੈਂਟ ਵਾਲੇ ਨੂੰ ਜਿਹੜਾ ਉਹ ਐਡਵਾਂਸ ਦਿੱਤਾ ਰਹਿ ਗਿਆ, ਜ਼ੋਰ ਹੁਣ ਤੋਂ ਹੀ ਲਾਓ, ਪਰ ਜ਼ੋਰ ਮੁੱਦਿਆਂ ਦੇ ਹਿਸਾਬ ਨਾਲ ਲਾਇਓ, ਜਿੱਦਾਂ ਤੁਸੀਂ ਲਾਉਣੇ ਇੱਦਾਂ ਨਾ ਲਾਇਓ। ਮਤਲਬ ਇਹ ਆ ਵੀ ਵੋਟਾਂ ਪੈਣਗੀਆਂ ਜ਼ਰੂਰ, ਇਹਨਾਂ ਵੀ ਉਹ ਥੋੜ੍ਹਾ ਜਿਹਾ ਲੰਮੀਆਂ ਪੈ ਸਕਦੀਆਂ ਵੋਟਾਂ, ਵੀ ਥੋੜੇ ਥਾਂ ਦੇ ਵਿੱਚ ਕਰਕੇ ਕਰਾ ਲੈਣ ਅਗਲੇ ਜੀ। ਚਲੋ ਚੱਲੀਏ ਫਿਰ ਹੁਣ ਆਪਾਂ ਵੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਤੁਸੀਂ ਉਹ ਲਾਈਕ ਵਾਲਾ ਬਟਨ ਦੱਬਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਅੱਗੇ ਸ਼ੇਅਰ ਵੀ ਕਰ ਦਿੰਦੇ ਹੋ ਪ੍ਰੋਗਰਾਮ ਨੂੰ, ਉਹਦੇ ਲਈ ਵੀ ਬੜਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।